ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਤੁਹਾਡਾ ਸਾਰਿਆਂ ਦਾ ਸਵਾਗਤ ਪੰਜਾਬ ਫੋਕਸ ਦੇ ਵਿੱਚ ਸਟੂਡੀਓਜ਼ ਦੇ ਵਿੱਚ ਮੇਰੇ ਨਾਲ ਮੌਜੂਦ ਨੇ ਬਲਕਾਰ ਸਿੰਘ। ਹਾਂਜੀ, ਪੰਜਾਬ ਮੇਲ USA TV ਚੈਨਲ ਦੇ ਪਿਆਰੇ ਦਰਸ਼ਕੋ, ਮੈਂ ਹਾਂ ਬਲਕਾਰ ਸਿੰਘ, ਸੀਨੀਅਰ ਜਰਨਲਿਸਟ, ਤੇ ਮੇਰੇ ਨਾਲ ਖੰਨਾ ਜੀ। ਤੇ ਖੰਨਾ ਜੀ, ਜਿਸ ਤਰ੍ਹਾਂ ਅਸੀਂ ਹਰ ਪ੍ਰੋਗਰਾਮ ਵਿੱਚ ਅਸੀਂ ਜੋ ਵੀ ਵਿਸ਼ੇ ਨੇ, ਜੋ ਵੀ ਇੱਥੋਂ ਦੇ ਇਸ਼ੂ ਨੇ, ਉਹਦੇ ਵਿੱਚ ਇਨਕਲੂਡ ਕਰਦੇ ਹਾਂ। ਖਾਸ ਤੌਰ 'ਤੇ ਪੰਜਾਬ 'ਤੇ ਫੋਕਸ ਸਾਡਾ ਜ਼ਿਆਦਾ ਹੁੰਦਾ, ਔਰ ਉਹਦੇ ਨਾਲ ਦੂਜੀ ਜਿਹੜੀ ਸਾਡੀ ਉਮੀਦ ਆ, ਜਿਹੜੀ ਸਾਡੀ ਦੂਜੀ ਜਿਹੜਾ ਅਸੀਂ ਚਾਹੁੰਦੇ ਹਾਂ ਕਿ ਉੱਥੋਂ ਦੇ ਇਸ਼ੂ ਲੈ ਜਾਣ, ਉਹ ਅਮਰੀਕਾ ਦੇ USA ਦੀ ਧਰਤੀ 'ਤੇ ਆ, ਬ੍ਰਿਟੇਨ ਦੇ ਵੀ ਲੈਂਦੇ ਹਾਂ, ਔਰ ਨਾਲ ਦੇ ਪ੍ਰਦੇਸ਼ਾਂ ਦੇ ਸੂਬਿਆਂ ਦੇ ਵੀ, ਅਤੇ ਪਾਕਿਸਤਾਨ ਤੱਕ ਵੀ ਅਸੀਂ ਪਹੁੰਚਦੇ ਹਾਂ। ਅਤੇ ਤੁਸੀਂ ਅੱਜ ਮੇਰਾ ਖਿਆਲ ਆ ਕਿਹੜਾ ਵਿਸ਼ਾ ਨਜ਼ਰ ਕਰੋਗੇ ਸਾਡੇ ਦਰਸ਼ਕਾਂ ਦੀ? ਅੱਜ ਜੀ ਆਪਾਂ ਸ਼ੁਰੂ ਕਰਾਂਗੇ ਅਮਰੀਕਾ ਤੋਂ, ਕਿਉਂਕਿ ਸਾਨੂੰ ਪੰਜਾਬੀਆਂ ਨੂੰ ਬੜਾ ਚਾਅ ਹੁੰਦਾ, ਭਾਰਤੀਆਂ ਨੂੰ ਚਾਅ ਹੁੰਦਾ ਕਿ ਜਾ ਕੇ ਅਮਰੀਕਾ ਦੇ ਵਿੱਚ ਸੈਟਲ ਹੋਈਏ। ਸਹੀ ਗੱਲ, ਹਾਂ। ਤੇ ਹੁਣ ਅਮਰੀਕਾ, ਕਿਉਂਕਿ ਕੋਈ ਵੀ ਦੇਸ਼ ਆਪਣੀ ਇਕਨੋਮੀ ਨੂੰ ਦੇਖੇਗਾ ਕਿ ਉਹਨਾਂ ਨੂੰ ਕੀ ਬੈਨੀਫਿਟ ਹੋਣ ਲੱਗਾ ਸਾਨੂੰ ਉੱਥੇ ਸਿਟੀਜ਼ਨਸ਼ਿਪ ਦੇ ਕੇ। ਤੇ ਹੁਣ ਅਮਰੀਕਾ ਦੀ ਗਵਰਨਮੈਂਟ ਨੇ ਇਹ ਡਿਸਾਈਡ ਕੀਤਾ ਕਿ ਭਾਰਤੀਆਂ ਨੂੰ ਜਿਹੜਾ ਬਿਜ਼ਨਸ ਕਾਰੋਬਾਰੀ ਜਿਹੜਾ ਵੀਜ਼ਾ ਦਿੱਤਾ ਜਾਵੇ, ਮਤਲਬ ਪ੍ਰੋਫੈਸ਼ਨਲਸ ਇੱਥੇ ਆਉਣ, ਬਿਜ਼ਨਸ ਕਰਨ, ਕਾਰੋਬਾਰ ਕਰਨ, ਤਾਂ ਕਿ ਉਹਨਾਂ ਦਾ ਹੀ ਇਕਨੋਮੀ ਨੂੰ ਬੂਸਟ ਮਿਲੇ। ਇਨਪੁਟਸ ਉਹਨਾਂ ਦੀਆਂ ਲੈਣਾ ਚਾਹੁੰਦੇ ਨੇ, ਇਸ ਕਰਕੇ ਉਹ ਇਹ ਵੀਜ਼ਾ ਜਿਹੜੀ ਪ੍ਰਕਿਰਿਆ ਇਹਨੂੰ ਤੇਜ਼ ਕਰਨ ਦੀ ਸਾਰੀ ਕੋਸ਼ਿਸ਼ ਚੱਲਦੀ ਪਈ ਹੈ, ਸਾਰੀ ਕਵਾਇਤ ਹੋ ਰਹੀ ਹੈ। ਵੈਸੇ ਇਹ ਖਬਰ ਖਾਸ ਕਰਕੇ ਸਾਡੇ ਭਾਰਤ ਦੇ ਦੇਸ਼ਾਂ ਨੂੰ, ਅਤੇ ਉਸ ਤੋਂ ਦੂਜੀ ਖੁਸ਼ੀ ਦੀ ਗੱਲ ਪੰਜਾਬ ਦੇ ਲੋਕਾਂ ਨੂੰ, ਕਿਉਂਕਿ ਸਾਡੇ ਬਹੁਤ ਭਾਰਤ ਦੇ ਵਸਨੀਕ ਔਰ ਪੰਜਾਬ ਦੇ ਵਸਨੀਕ ਜਿਹੜੇ ਆ, ਉੱਥੋਂ ਦੇ NRI ਆ, ਉਹਨਾਂ ਦੇ ਬੱਚੇ ਵੀ ਜਾ ਰਹੇ ਉੱਥੇ, ਉਹਨਾਂ ਦੇ ਰਿਸ਼ਤੇਦਾਰ ਵੀ ਜਾ ਰਹੇ ਆ, ਔਰ ਕਈ 2 ਨੰਬਰ 'ਤੇ ਦੂਜੇ ਪਾਸਿਓਂ ਮੈਕਸੀਕੋ ਵੱਲ ਦੇ ਵੀ ਕੰਧਾਂ ਟੱਪਦੇ ਆ, ਔਰ ਉਹ ਬੜੀ ਜਾਨ ਖਤਰੇ 'ਚ ਪਾ ਕੇ ਬੱਚੇ ਜਾਂਦੇ ਆ, ਕਿਉਂਕਿ ਸੁਪਰ ਕੰਟਰੀ ਗਿਣਿਆ ਗਿਆ ਪੂਰੇ ਵਰਲਡ ਵਿੱਚ। ਇਹਦਾ ਕਰਕੇ ਸਾਡੀ ਆਉਣ ਵਾਲੀ ਜਨਰੇਸ਼ਨ, ਉਹਨਾਂ ਦਾ ਧਿਆਨ ਅਮਰੀਕਾ ਦੀ ਧਰਤੀ ਵੱਲ ਜ਼ਿਆਦਾ ਹੈ, ਔਰ ਉਹਦੇ ਲਈ ਗਾਹੇ ਬਗਾਏ ਜਾ ਰਹੇ ਬੱਚੇ, ਸਟੱਡੀ ਲਈ ਵੀ ਜਾ ਰਹੇ ਆ। ਪਰ ਆਹ ਜਿਹੜੀ ਖਬਰ ਤੁਸੀਂ ਹੁਣੇ ਜ਼ਾਹਰ ਕੀਤੀ ਹੈ, ਇਹਦੇ 'ਚ ਬੜੀ ਖੁਸ਼ੀ ਦੀ ਗੱਲ ਸਾਡੇ ਪੰਜਾਬੀਆਂ ਲਈ ਕਿ ਉਹਨਾਂ ਨੇ ਜਿਹੜਾ ਬਿਜ਼ਨਸ ਵੀਜ਼ਾ, ਜਿਹੜਾ ਕੰਮਕਾਜ ਦਾ ਵੀਜ਼ਾ, ਉਹਨੂੰ ਉਹਨਾਂ ਚੰਗੀ ਤਰਜੀਹ ਦੇ ਦਿੱਤੀ ਹੈ। ਔਰ ਉਸ ਅੰਬੈਸੀ ਨਾਲ, ਅੰਬੈਸੀ ਸਾਡੀ ਅੰਬੈਸੀ, ਇੰਡੀਅਨ ਅੰਬੈਸੀ ਦੇ ਵਿੱਚ ਜਿਹੜਾ ਅਸੀਂ ਇੱਥੋਂ ਅਪਲਾਈ ਕਰਦੇ ਹਾਂ, ਉਹਦੇ ਰਾਹੀਂ ਜਾ ਰਹੇ ਆ। ਇਹਦੇ 'ਚ ਅਰੁਣ ਵੈਂਕਟਾ ਰਮਨ ਜੀ ਆ, ਉਹਨਾਂ ਦੇ ਜਿਹੜੇ ਫਾਈਨਾਂਸ ਦੇ ਨਾਲ ਸਕੱਤਰ ਨੇ, ਉਹਨਾਂ ਨੇ ਛਾਇਆ ਕੀਤਾ ਕਿ ਬੜੀ ਅੱਛੀ ਗੱਲ ਹੈ, ਔਰ ਅਸੀਂ ਤਰਜੀਹ ਦੇ ਰਹੇ ਹਾਂ ਕਿ ਪੰਜਾਬੀਆਂ ਨੂੰ ਪਹਿਲ ਦਿੱਤੀ ਜਾਵੇ। ਔਰ ਉਹਦੇ ਵਿੱਚ ਸਾਡੇ ਜਿਹੜੇ ਮੰਤਰੀ ਆ, ਉਹਨਾਂ ਨਾਲ ਰਿਲੇਟਡ, ਉਹਨਾਂ ਨੇ ਵੀ ਉੱਥੇ ਅਮਰੀਕਾ ਜਾ ਕੇ ਇਹ ਮੁੱਦਾ ਉਜਾਗਰ ਕੀਤਾ। ਔਰ ਇਹਦੇ ਵਿੱਚ H1B ਵੀਜ਼ਾ ਜਿਹੜਾ ਸੀ, ਉਹਨਾਂ ਨੇ ਕਿਹਾ ਕਿ ਉਹਦੇ 'ਚ ਪਹਿਲਾਂ ਤਾਂ ਤਰਜੀਹ ਦੇ ਰਹੇ ਸੀਗੇ, ਪਰ ਉਹ ਆਂਦੇ ਵੀ ਇਹਦੇ 'ਚ ਤੇਜ਼ੀ ਕਰੋ, ਕਿਉਂਕਿ ਮਹਾਂਮਾਰੀ ਜਦੋਂ ਕਰੋਨਾ ਆਇਆ, ਉਹਦੇ 'ਚ ਬਹੁਤ ਪੈਂਡਿੰਗ ਫਾਈਲਾਂ ਪਈਆਂ ਸੀ ਸਾਡੇ ਬੱਚਿਆਂ ਦੀਆਂ, ਸਟੂਡੈਂਟਸ ਦੀਆਂ, ਔਰ ਜਿਨ੍ਹਾਂ ਨੇ ਬਿਜ਼ਨਸ ਕਰਨਾ ਉਹਨਾਂ ਦੀਆਂ। ਇਹ ਬੜੀ ਵਧੀਆ ਗੱਲ ਹੋ ਗਈ ਹੈ, ਕਿਉਂਕਿ ਉੱਥੋਂ ਦੇ ਜਿਹੜੇ ਮੰਤਰੀ ਨੇ ਬਿਜ਼ਨਸ ਨਾਲ ਰਿਲੇਟਡ ਨੇ, ਕਮਰਸ ਦੇ, ਉਹਨਾਂ ਨੇ ਵੀ ਕਹਿ ਦਿੱਤਾ ਕਿ ਅਸੀਂ ਭਾਰਤ ਨਾਲ ਦੁਬਾਰਾ ਆਪਣੀ ਉਸ ਬਿਜ਼ਨਸ ਦੇ ਕੰਮ ਨੂੰ ਦੁਬਾਰਾ ਸ਼ੁਰੂ ਕਰਾਂਗੇ, ਜਿਸ ਤਰ੍ਹਾਂ ਮੋਦੀ ਸਾਹਿਬ ਨੇ ਕਿਹਾ ਸੀਗਾ ਮਿਲ ਕੇ ਉੱਥੇ, ਔਰ ਬਾਈਡਨ ਸਾਹਿਬ ਨਾਲ ਵੀ ਉਹਨਾਂ ਦੀ ਗੱਲਬਾਤ ਹੋਈ ਸੀ ਕਿ ਇਸ ਕੰਟਰੀ ਨਾਲ ਸਾਡਾ ਜਿਹੜਾ ਬਿਜ਼ਨਸ ਆ ਜਾਂ ਸਾਡਾ ਲੈਣ ਦੇਣਾ, ਉਹ ਅੱਜ ਨਹੀਂ, ਬਹੁਤ ਪੁਰਾਣੀ ਲੈਣ ਦੇਣ ਹੈਗਾ। ਇਸ ਕਰਕੇ ਕਿ ਸਾਡੇ ਪ੍ਰਵਾਸੀ ਭਾਰਤੀ NRI ਵੀ ਬੈਠੇ ਉੱਤੇ, ਉਹ ਵੀ ਚਾਹ ਰਹੇ ਸੀ ਕਿ ਇਹਦੇ ਨਾਲ ਇਹ ਗੱਲ ਖੁੱਲ੍ਹ ਕੇ ਆ ਜਾਏ ਸਾਹਮਣੇ, ਤਾਂ ਕਿ ਸਾਡੇ ਜਿਹੜੇ ਪ੍ਰਵਾਸੀ ਭਾਰਤੀ ਆ, ਉਹਨਾਂ ਨੂੰ ਫਾਇਦਾ ਹੋਵੇ, ਬੱਚਿਆਂ ਨੂੰ ਫਾਇਦਾ ਹੋਵੇ, ਪੇਰੈਂਟਸ ਨੂੰ ਫਾਇਦਾ ਹੋਵੇ, ਔਰ ਲੰਬੇ ਵੀਜ਼ੇ ਵੀ ਮਿਲਣ ਲੋਕਾਂ ਨੂੰ, ਕਿਉਂਕਿ ਉੱਥੇ ਰਹਿਣ। ਕਿਉਂਕਿ ਸਾਡੇ ਭਾਰਤ ਵਿੱਚ ਬੇਰੁਜ਼ਗਾਰੀ ਦੀ ਹੱਦ ਜ਼ਿਆਦਾ, ਅਸੀਂ ਬੇਰੁਜ਼ਗਾਰੀ ਨਾਲ ਜੂਝ ਰਹੇ ਹਾਂ, ਮਹਿੰਗਾਈ ਨਾਲ ਵੀ ਹੈਗੀ ਆ, ਆਬਾਦੀ ਦੇ ਲਿਹਾਜ਼ ਨਾਲ ਵੀ ਬਹੁਤ ਅਸੀਂ ਸਿਖਰਾਂ 'ਤੇ ਪਹੁੰਚ ਗਏ ਹਾਂ। ਇਸ ਕਰਕੇ ਸਾਨੂੰ ਸ਼ਿਫਟਿੰਗ ਕਰਨੀ ਪੈਣੀ ਜ਼ਰੂਰ। ਹਾਲਾਂਕਿ ਪੰਜਾਬ ਦੇ ਵਿੱਚ ਇੱਦਾਂ ਦੀ ਕੋਈ ਸਮੱਸਿਆ ਨਹੀਂ ਆਈ, ਜਦੋਂ ਦੀ ਆ ਨਵੀਂ ਸਰਕਾਰ ਆਈ, ਇਹਨਾਂ ਨੇ ਕਈ ਅਪਾਇੰਟਮੈਂਟ ਲੈਟਰ ਦਿੱਤੇ ਬੱਚਿਆਂ ਨੂੰ, ਪਰ ਉਹ ਸਕੇਲ ਨਹੀਂ ਦਿੱਤੇ ਜਿਹੜੇ ਸਕੇਲ ਚਾਹੀਦੇ ਬੱਚਿਆਂ ਨੂੰ, ਜਿਨ੍ਹਾਂ ਦੀ ਐਜੂਕੇਸ਼ਨ ਆ, ਉਹ ਨਹੀਂ ਦਿੱਤੇ ਇਹਨਾਂ ਨੇ। ਪਰ ਇਹਨਾਂ ਨੇ ਫਿਲਹਾਲ ਐਡਹੌਕ ਜਿਹੜੀਆਂ ਨਿਯੁਕਤੀਆਂ ਦਿੱਤੀਆਂ ਬੱਚਿਆਂ ਨੂੰ, ਪਰ ਸਾਰੇ ਬੱਚਿਆਂ ਦੀ ਜਿਹੜੀ ਪਹੁੰਚ ਆ ਜਾਂ ਤਰਜੀਹ ਆ, ਉਹ US ਵਾਲੀ ਹੈਗੀ। ਔਰ ਇਹ ਮੇਰਾ ਖਿਆਲ ਹੈ ਸਾਡੇ ਸਾਰੇ ਵਿਦਿਆਰਥੀ ਬੱਚੇ ਨੇ, ਉਹਨਾਂ ਦੇ ਪੇਰੈਂਟਸ ਆ, ਜਾਂ ਨਾਲ ਦੇ ਸੂਬੇ ਦੇ ਲੋਕ ਨੇ, ਉਹ ਸਾਡੇ ਇਸ ਪ੍ਰੋਗਰਾਮ ਨੂੰ ਜੇ ਦੇਖਣਗੇ ਤਾਂ ਉਹਨਾਂ ਨੂੰ ਪਤਾ ਲੱਗੂਗਾ, ਔਰ ਇਸ ਗੱਲ ਨੂੰ ਮੱਦੇ ਨਜ਼ਰ ਰੱਖ ਕੇ ਅਪਲਾਈ ਕਰਨਗੇ H1B ਵੀਜ਼ਾ, ਔਰ ਨਾਲ ਬਿਜ਼ਨਸ ਦੇ ਵੀਜ਼ੇ ਜਿਹੜੇ ਰਿਲੇਟਡ ਆ। ਮੇਰਾ ਖਿਆਲ ਉਹ ਠੀਕ ਹੈ ਖਾਨਾ ਜੀ, ਇਹ ਗੱਲ ਸਾਡੇ ਬੱਚਿਆਂ ਲਈ ਖਾਸ ਤੌਰ 'ਤੇ ਵੱਡੀ ਤਰਜੀਹ ਆ। ਦੇਖੋ, ਗੱਲ ਇਹ ਹੈ ਬਲਕਾਰ ਜੀ ਕਿ ਬਹੁਤ ਜ਼ਬਰਦਸਤ ਕੰਪੀਟੀਸ਼ਨ ਹੈ। ਸਹੀ ਗੱਲ, ਸੈਟਲ ਹੋਣਾ ਇੰਨਾ ਆਸਾਨ ਨਹੀਂ ਹੁੰਦਾ, ਇਹ ਤਾਂ ਹੈ, ਬਹੁਤ ਜ਼ਬਰਦਸਤ ਕੰਪੀਟੀਸ਼ਨ ਹੈ, ਔਰ ਹਰ ਇਨਸਾਨ ਨੂੰ, ਚਾਹੇ ਉਹ ਕਿਸੇ ਵੀ ਉਮਰ ਦਾ ਹੋਵੇ, ਉਸ ਨੂੰ ਬੜੇ ਮਾਰਕੀਟ ਦੇ ਸਟੈਂਡਰਡਸ ਨੂੰ ਮੇਨਟੇਨ ਕਰਦੇ ਹੋਏ ਉਹਦੇ ਮੁਤਾਬਿਕ ਤਿਆਰੀ ਕਰਨੀ ਪਏਗੀ, ਤਾਂ ਜਾ ਕੇ ਤੁਸੀਂ ਕਿਤੇ ਖੜੇ ਹੋ ਸਕਦੇ ਹੋ, ਕਿਤੇ ਸਟੈਂਡ ਹੋ ਸਕਦੇ ਹੋ, ਕਿਉਂਕਿ ਡਿਮਾਂਡ ਬਹੁਤ ਜ਼ਬਰਦਸਤ ਹੈ ਇਸ ਵਕਤ। ਹਾਂ, ਨਹੀਂ, ਕੰਪੀਟੀਸ਼ਨ ਵੱਧ ਗਿਆ, ਕੰਪੀਟੀਸ਼ਨ ਹੈ, ਲੇਕਿਨ ਕੰਪੀਟੀਸ਼ਨ ਦਾ ਇੱਕ ਸਟੈਂਡਰਡ ਹੈ। ਆਲਰੇਡੀ ਜੋ ਲੋਕ ਪ੍ਰੋਫੈਸ਼ਨਲਸ ਕੰਮ ਕਰਦੇ ਪਏ ਨੇ ਮਾਰਕੀਟ ਦੇ ਵਿੱਚ, ਜਿਹੜਾ ਇਹਨਾਂ ਨੇ ਸਟੈਂਡਰਡ ਮੇਨਟੇਨ ਕੀਤਾ ਹੋਇਆ, ਤੁਸੀਂ ਆਪਣੇ ਕੰਮ ਨੂੰ ਉਸ ਲੈਵਲ 'ਤੇ ਲੈ ਕੇ ਆਓ ਕਿ ਉਸ ਸਟੈਂਡਰਡ ਨੂੰ ਬੀਟ ਕਰੋ ਔਰ ਇੱਕ ਨਵਾਂ ਸਟੈਂਡਰਡ ਦਿਓ। ਜਦੋਂ ਤੱਕ ਤੁਸੀਂ ਉਹ ਨਹੀਂ ਕਰਦੇ ਹੋ ਤਾਂ ਵਾਟਸ ਇਜ਼ ਨਿਊ? ਤੁਹਾਨੂੰ ਕਿਉਂ ਚਾਂਸ ਕੋਈ ਦੇਵੇਗਾ? ਤੁਹਾਨੂੰ ਕਿਉਂ ਕੋਈ ਕੰਮ ਦੇਵੇਗਾ?
ਠੀਕ ਹੈ ਨਾ, ਤੁਹਾਨੂੰ ਕਿਉਂ ਕੋਈ ਹਾਇਰ ਕਰੇਗਾ, ਤੁਸੀਂ ਕੋਈ ਸਪੈਸ਼ਲਿਟੀ ਦਿਓਗੇ ਤਾਂ ਹੀ ਹੈ ਨਾ। ਇੱਕ ਸਟੈਂਡਰਡ ਜਿਹੜਾ ਮੇਨਟੇਨ ਹੈ ਉਸ ਨੂੰ ਤਾਂ ਮੈਚ ਕਰਨਾ ਹੀ, ਉਸ ਤੋਂ ਉੱਪਰ ਸਟੈਂਡਰਡ ਨੂੰ ਲੈ ਕੇ ਜਾਓ, ਕਿਉਂਕਿ ਇਹੀ ਕੰਪੀਟੀਸ਼ਨ ਹੈ, ਕੌਣ ਕਿੱਥੇ ਸਟੈਂਡਰਡ ਜਾ ਕੇ ਖੜਾ ਕਰਦਾ ਹੈ। ਸੋ ਇਹ ਚੀਜ਼ਾਂ ਦੇਖਦੇ ਹੋਏ ਜੇ ਇਹ ਔਰ ਅਮਰੀਕਨ ਜਿਹੜੀ ਸੋਸਾਇਟੀ ਹੈ ਉਹ ਤਾਂ ਬਹੁਤ ਸਟ੍ਰੇਟ ਫਾਰਵਰਡ ਹੈ, ਬਹੁਤ ਪ੍ਰੋਫੈਸ਼ਨਲ ਹੈ। ਉੱਥੇ ਕੋਈ ਇਹ ਚੀਜ਼ ਨਹੀਂ ਆ ਸਕਦੀ ਕਿ ਜਿੱਦਾਂ ਆਪਾਂ ਕਹਿ ਸਕਦੇ ਕਿ ਆਰਾਮ ਨਾਲ ਗਏ ਜੀ, ਆਰਾਮ ਨਾਲ ਹੋ ਗਿਆ ਜੀ, ਨੋ ਨੋ ਨੋ। ਉੱਥੇ ਬਿਲਕੁਲ ਜੋ ਇੰਡੀਅਨ ਸਾਡੀ ਇੱਥੇ ਕਈ ਵਾਰ ਮੈਂਟੈਲਿਟੀ ਹੁੰਦੀ ਹੈ ਨਾ, ਬੜੇ ਲਥਾਰਜਿਕ ਹੋ ਜਾਂਦੇ ਆ, ਬੜੇ ਸੁਸਤ ਜਿਹੇ ਹੋ ਜਾਂਦੇ, ਚਲੋ ਜੀ ਚੱਲਦਾ ਜੀ, ਹੋ ਜਾਂਦਾ ਜੀ, ਇਦਾਂ ਨਹੀਂ ਹੋਏਗਾ ਨਾ। ਬਿਲਕੁਲ ਉਹ ਨੈਕ ਟੂ ਨੈਕ ਕੰਪੀਟੀਸ਼ਨ ਹੋ। ਟਾਈਮ ਦੀ ਪਾਬੰਦੀ, ਡਿਸਪਲਿਨ, ਵੇਲੇ ਸਿਰ ਆਉਣਾ ਜਾਣਾ। ਆਪਣੇ ਇੰਡੀਆ 'ਚ ਤਾਂ ਹੈਗਾ ਨਾ ਵੀ ਅਸੀਂ ਆਨੇ ਕਿ 5 ਵਜੇ ਆ ਜਾਵਾਂਗੇ, ਤੇ 5 ਦੀ ਬਜਾਏ ਅਸੀਂ 6 ਵਜੇ ਪਹੁੰਚਦੇ। ਕਹਿੰਦੇ ਕੋਈ ਗੱਲ ਨਹੀਂ ਯਾਰ, ਇੰਨਾ ਕੁ ਲੇਟ ਕੀ ਹੁੰਦਾ, 1 ਮਿੰਟ ਵੀ ਨਹੀਂ ਲੇਟ ਹੁੰਦੇ। ਦੂਜਾ ਹੈਗਾ ਵਰਕਸ਼ਾਪ ਹੈਗੀ ਹੈ, ਕੰਮ ਦੀ ਪੂਜਾ ਕਰਦੇ ਲੋਕ। ਜਿੰਨੇ ਵੀ ਸਾਡੇ ਉੱਥੇ ਲੋਕ ਗਏ ਨੇ NRI ਆ, ਉਹ ਬਿਲਕੁਲ ਬੜੇ ਮਿਹਨਤੀ ਹੈ, ਬਹੁਤ ਕੰਮ ਕੀਤਾ ਉਹਨਾਂ ਨੇ ਔਰ ਸਿਖਰਾਂ 'ਤੇ ਪਹੁੰਚਾ ਦਿੱਤੀ ਉਹਨਾਂ ਦੀ ਜਿਹੜੀ ਆਰਥਿਕਤਾ ਉਹਨਾਂ ਨੇ। ਔਰ ਆਪ ਵੀ ਬੜੇ ਉੱਥੇ ਇਸ ਵੇਲੇ ਖੁਸ਼ਹਾਲ ਹੈ। ਕਿੰਨੇ ਬਾਗ ਬਗੀਚੇ ਲੋਕਾਂ ਦੇ ਪੰਜਾਬੀਆਂ ਦੇ, ਕਿੰਨੇ ਜਹਾਜ਼ ਉੱਥੇ, ਕਿੰਨਾ ਕੁਛ ਉੱਥੇ ਹੈਗਾ, ਕਿੰਨੇ ਉਹਨਾਂ ਦੇ ਰਿਜ਼ੋਰਟ ਬਣੇ ਆ, ਸਾਰਾ ਕੁਛ ਇਸੇ ਕਰਕੇ, ਮਿਹਨਤ ਕਰਕੇ। ਔਰ ਭਾਵੇਂ ਅਸੀਂ ਚਾਹੁੰਦੇ ਹਾਂ ਵੀ ਇੰਡੀਅਨ ਲੋਕ ਬਹੁਤ ਗਏ ਉੱਥੇ, ਏਸ਼ੀਅਨ ਕੰਟਰੀ ਦੇ ਬਹੁਤ ਲੋਕ ਗਏ, ਪਰ ਡੋਮੀਨੇਟਿੰਗ ਟਾਈਪ ਦੇ ਲਿਹਾਜ਼ ਨਾਲ ਪੰਜਾਬ ਹੀ ਅੱਗੇ ਹੈਗਾ। ਪੰਜਾਬ ਦੇ ਲੋਕਾਂ ਦੇ ਉੱਥੇ ਜਾ ਕੇ ਦੇਖ ਲਓ, ਤੁਸੀਂ ਕਿਤੇ ਜਾਣਾ ਚਾਹੋ ਤਾਂ ਵੇਖੋ ਉੱਥੇ ਕਿ ਕਿੰਨਾ ਕੁਛ ਖੁਸ਼ਹਾਲੀ ਵੱਲ ਇਹਨਾਂ ਦਾ ਕਦਮ ਹੈਗਾ। ਔਰ ਇੱਥੋਂ ਦੇ ਜਿਹੜੇ ਖਾਸ ਤੌਰ 'ਤੇ ਦੁਆਬੇ ਤੋਂ ਔਰ ਮਾਝੇ 'ਚੋਂ ਵੀ ਲੋਕ ਹੈਗੇ ਆ, ਮਾਲਵੇ 'ਚੋਂ ਵੀ ਲੋਕ ਗਏ ਆ। ਫਿਰ ਹੁਣ ਮੈਂ ਆਪਾਂ ਗੱਲ ਕਰੀ ਸੀ ਨਵੀਂ ਜਨਰੇਸ਼ਨ ਦੀ, ਜਿਹਨੂੰ ਨਵੇਂ ਬੱਚਿਆਂ ਨੇ ਜਾਣਾ, ਉਹ ਵੀ ਉਹਨਾਂ ਦੇ ਪੂਰਨਿਆਂ 'ਤੇ ਉਹਨਾਂ ਦੇ ਕਦਮਾਂ 'ਤੇ ਚੱਲ ਕੇ ਅੱਛੀ ਗੱਲ ਕਰਨਗੇ, ਕੰਮ ਚਲਾਉਣਗੇ ਆਪਣਾ। ਹਾਲਾਂਕਿ ਆਬਾਦੀ ਇੰਨੀ ਵਧ ਰਹੀ ਹੈ, ਪਰ ਆਬਾਦੀ ਦੇ ਅੱਗੇ ਜਿਹੜਾ ਵੀ ਹੈ ਸਾਨੂੰ ਬਾਹਰ ਜਾਣਾ ਤਾਂ ਲਾਜ਼ਮੀ ਹੋ ਗਿਆ। ਹੁਣ ਇਹ ਕੋਈ ਮਿਹਣਾ ਨਹੀਂ, ਕੋਈ ਇਸ ਗੱਲ ਨਹੀਂ ਕਿ ਵੀ ਤੁਸੀਂ ਬਾਹਰ ਜਾ ਕੇ ਕੰਮ ਕਰਦੇ ਜੀ। ਬਾਹਰ ਦੀ ਆਬਾ ਹਵਾ ਅੱਛੀ ਆ, ਖਾਣ ਪੀਣ ਬਹੁਤ ਅੱਛਾ ਹੈਗਾ, ਉਮਰ ਵੱਧ ਜਾਂਦੀ ਉੱਥੇ। ਤੁਸੀਂ ਬਾਹਰਲੇ ਦੇਸ਼ਾਂ 'ਚ ਚਲ ਜਾਓ, ਇਹ ਮਿੱਟੀ ਘੱਟਾ ਨਹੀਂ ਜਿਹੜਾ ਅਸੀਂ ਇੱਥੇ ਫੱਕ ਰਹੇ ਹਾਂ। ਉੱਥੇ ਆਬੋ ਹਵਾ ਔਰ ਪ੍ਰਦੂਸ਼ਣ ਦੀ ਕੋਈ ਮਤਲਬ ਹੀ ਹੈ ਨਹੀਂਗਾ। ਪਰ ਜਿਹੜੇ ਬਜ਼ੁਰਗ ਲੋਕ ਹੈ, ਤੁਸੀਂ ਮੈਂ ਇੱਕ ਨਵੀਂ ਤੁਹਾਨੂੰ ਗੱਲ ਦੱਸਦਾ, ਨਿਊਜ਼ੀਲੈਂਡ ਤੁਸੀਂ ਚਲ ਜਾਓ, ਆਕਲੈਂਡ, ਉੱਥੇ ਦੇਖੋ ਯੂਰਪੀਅਨ ਕੰਟਰੀ ਦੀਆਂ ਔਰਤਾਂ, ਮਰਦ, ਬੱਚੇ ਉੱਥੇ ਆ ਰਹੇ ਆ ਹਜੂਮ ਦੇ ਤੌਰ 'ਤੇ। ਇਸ ਕਰਕੇ ਆ ਰਹੇ ਆ ਆਫਟਰ ਰਿਟਾਇਰਮੈਂਟ। ਉਹ ਆਂਦੇ ਇੱਥੇ ਦੀ ਆਬਾ ਹਵਾ ਬਹੁਤ ਵਧੀਆ, ਆਈਲੈਂਡ ਹੈਗਾ ਬਹੁਤ ਅੱਛਾ। ਉਹਨਾਂ ਦੀ ਆਪਣੀ ਆਬਾਦੀ ਤਾਂ ਉੱਥੇ ਸਾਰੀ 45-50 ਦੇ ਨੇੜੇ ਹੀ ਹੈਗੀ ਹੈ, 50 ਲੱਖ ਦੇ ਕਰੀਬ ਨਾਲ। ਪਰ ਇਹ ਲੋਕ ਬਾਹਰੋਂ ਬਹੁਤ ਜਾ ਰਹੇ ਆ, ਉੱਥੋਂ ਦੇ ਮੂਲ ਨਿਵਾਸੀ ਵੀ ਹੈਗੇ ਆ। ਅਸੀਂ ਚਾਹੁੰਦੇ ਹਾਂ ਜਿੱਥੇ ਸਾਨੂੰ ਬਿਜ਼ਨਸ ਮਿਲਦਾ, ਉਹਦੇ ਨਾਲ ਤੁਹਾਡੀ ਉਮਰ ਵੀ ਵੱਧਦੀ ਹੈ, ਤੁਹਾਨੂੰ ਬਿਮਾਰੀਆਂ ਤੋਂ ਵੀ ਰਾਹਤ ਮਿਲਦੀ ਹੈ, ਕਈ ਚੀਜ਼ਾਂ ਤੋਂ ਮਿਲਦੀ ਹੈ। ਇਹ ਗੱਲਾਂ ਵਧੀਆ ਗੱਲ ਹੈ, ਤੁਸੀਂ ਬਹੁਤ ਵਧੀਆ ਅੱਜ ਟੌਪਿਕ ਲਿਆ। ਪ੍ਰੋਫੈਸ਼ਨਲ ਬਣਨਾ ਬਹੁਤ ਲਾਜ਼ਮੀ ਹੈ ਅੱਜ ਦੀ ਜ਼ਿੰਦਗੀ ਦੇ ਵਿੱਚ। ਉਹ ਸਟੈਂਡਰਡ ਮੇਨਟੇਨ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਬਿਜ਼ਨਸ ਸਟ੍ਰੇਟ ਫਾਰਵਰਡ ਹੈ ਸਾਰਾ। ਔਰ ਬਿਜ਼ਨਸ ਦਾ ਮਤਲਬ ਹੈ ਫਰੈਂਡਸ਼ਿਪ। ਪੈਸਾ ਤਾਂ ਉਹਦਾ ਇੱਕ ਹਿੱਸਾ ਹੈ ਹੀ ਹੈ। ਜਿਸ ਬੰਦੇ ਨੂੰ ਬਿਜ਼ਨਸ ਦੇ ਵਿੱਚ ਦੋਸਤੀ ਕਰਨੀ ਆਉਂਦੀ ਹੈ ਨਾ, ਉਹ ਇੱਕ ਕਾਮਯਾਬ ਬਿਜ਼ਨਸਮੈਨ ਬਣ ਸਕਦਾ, ਕਿਉਂਕਿ ਉਹ ਫਿਰ ਅੱਗੇ ਨੈਟਵਰਕ ਬਣੇਗਾ ਉਹਦਾ। ਸੋ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ। ਪ੍ਰੋਫੈਸ਼ਨਲ ਬੰਦੇ ਬਹੁਤ ਜਾ ਰਹੇ ਆ ਸਾਡੇ। ਡਾਕਟਰ ਤੇ ਇੱਥੋਂ ਇੰਨਾ ਜ਼ਿਆਦਾ ਚਲੇ ਗਏ ਆ, ਡਾਕਟਰ ਜਿੰਨੇ ਵੀ ਆ, ਉਹ ਡਾਕਟਰ, ਲੇਡੀ ਡਾਕਟਰ, ਗੈਨੇਕੋਲੋਜਿਸਟ ਵੀ, ਦੂਸਰੇ ਡਾਕਟਰ ਵੀ ਜਾ ਰਹੇ ਆ, ਮੈਡੀਸਨ ਦੇ ਡਾਕਟਰ ਵੀ ਜਾ ਰਹੇ ਆ। ਉਹਨਾਂ ਨੂੰ ਉੱਥੇ ਟੈਸਟ ਦੇਣਾ ਪੈਂਦਾ। ਆਸਟ੍ਰੇਲੀਆ 'ਚ ਸਾਡੇ ਨੇਬਰ ਆ, ਹੁਣੇ ਗਏ, ਉਹਨਾਂ ਦੀ ਕੋਠੀ ਖਾਲੀ, ਉਹਨਾਂ ਦੀ ਵਾਈਫ ਤੋਂ ਦੋਨੇ ਚਲੇ ਗਏ। ਹਾਲਾਂਕਿ ਇੱਥੇ ਜੌਬ ਸੀਗਾ, ਪਰ ਉੱਥੋਂ ਦੀ ਜਿਹੜਾ ਪੈਸਾ ਵਾ, ਉੱਥੋਂ ਦਾ ਇਨਕਮ ਆ, ਉਹ ਇੱਥੋਂ ਨਾਲ ਕੰਪੀਟੀਟਰ ਨਹੀਂ ਕਰ ਸਕਦੇ। ਪੈਸਾ ਉੱਥੇ ਬਹੁਤ ਜ਼ਿਆਦਾ। ਉਹਨੂੰ ਪਹਿਲਾਂ ਤਾਂ $15,000 ਦੇਤੇ ਸੀ ਤੂੰ ਆਉਣ ਲਈ, ਇਹ ਖਰਚਾ ਤੇਰਾ, ਅਸੈਸਰੀ ਆ, ਘਰ ਉੱਥੇ ਦੇ ਦਿੱਤਾ ਉਹਨਾਂ ਨੇ, ਹੈ ਨਾ। ਉਹ ਪਰਤ ਦੇ ਵਿੱਚ ਪਹੁੰਚ ਗਿਆ। ਇਹ ਮੈਂ ਐਗਜ਼ਾਮਪਲ ਦੇ ਰਿਹਾ ਜਿਹੜੀ ਅੱਖਾਂ ਵੇਖੀ ਆ। ਔਰ ਜਿਹਨਾਂ ਦੇ ਵਿੱਚ ਟੈਲੈਂਟ ਹੈ, ਜਿਹਨਾਂ 'ਚ ਪ੍ਰੋਫੈਸ਼ਨ ਹੈ, ਜਦੋਂ ਤੁਸੀਂ ਪ੍ਰੋਫੈਸ਼ਨ ਦੀ ਗੱਲ ਕੀਤੀ ਆ, ਉਹਨਾਂ ਨੂੰ ਕੋਈ ਉੱਥੋਂ ਦੀ ਪ੍ਰੋਬਲਮ ਨਹੀਂ, ਉਹ ਕਿਸੇ ਸਮੱਸਿਆ ਨਾਲ ਨਹੀਂ ਹੈਗੇ। ਪਰ ਉੱਥੋਂ ਦਾ ਰਹਿਣ ਸਹਿਣ, ਸੈਲਰੀ ਔਰ ਤੁਹਾਡਾ ਮੈਡੀਕਲ ਜਿਹੜਾ ਉੱਥੇ ਬਹੁਤ ਮਹਿੰਗਾ ਹੈਗਾ। ਜਿਹੜੇ NRI ਹੈ ਉਹਨਾਂ ਨੂੰ ਤਾਂ ਫ੍ਰੀ ਮਿਲਦਾ ਹੈ ਨਾ, ਪਰ ਫਿਰ ਵੀ ਗੌਰਮੈਂਟ ਉਹਨਾਂ ਨੂੰ ਪੈਸਾ ਦੇ ਰਹੀ ਹੈ। ਜਿਹੜੇ ਆਪਣੇ ਵਰਗੇ ਪ੍ਰਾਈਵੇਟ ਆ ਜਾਂ ਦੂਜੇ ਲੋਕ ਜਾ ਰਹੇ ਆ, ਟੂਰਿਸਟ ਜਾ ਰਹੇ ਆ, ਉਹਨਾਂ ਨੂੰ ਪੈਸਾ ਬਹੁਤ ਦੇਣਾ ਪੈਂਦਾ। ਬਹੁਤ ਲੋਕ ਜਿਹੜੇ ਉੱਥੋਂ ਕਈ ਵਾਰੀ ਸ਼ਿਫਟ ਹੋ ਕੇ ਇਲਾਜ ਇੱਥੇ ਪੰਜਾਬ 'ਚ ਜਾਂ ਇੰਡੀਆ 'ਚ ਕਰਾਉਂਦੇ ਆ, ਸਸਤਾ ਵਾ। ਬਿਲਕੁਲ ਸਹੀ ਗੱਲ ਹੈ। ਸੋ ਇਹ ਚੀਜ਼ ਧਿਆਨ ਰੱਖਣੀ ਪਏਗੀ ਜੀ। ਔਰ ਤੁਸੀਂ ਇਹਦੇ 'ਚ ਡਿਸਿਪਲਿਨ ਦੀ ਗੱਲ ਕੀਤੀ, ਅਨੁਸ਼ਾਸਨ ਦੀ ਗੱਲ ਕੀਤੀ, ਕਿਉਂਕਿ ਅਨੁਸ਼ਾਸਨ ਕਿਸੇ ਵੀ ਬਿਜ਼ਨਸ ਦਾ, ਕਿਸੇ ਵੀ ਕੰਮ ਦਾ ਬੇਸ ਹੈ। ਸਹੀ ਗੱਲ। ਹੁਣ ਲੰਡਨ ਦੇ ਵਿੱਚ ਕੀ ਹੋਇਆ ਕਿ ਕੁਝ ਸਕੂਲਾਂ ਵਿੱਚ ਸਖਤ ਅਨੁਸ਼ਾਸਨ ਲਾਗੂ ਕਰ ਦਿੱਤਾ ਗਿਆ। ਔਰ ਕਈ ਵਾਰ ਅਨੁਸ਼ਾਸਨ ਦਾ ਪੱਧਰ ਇੰਨਾ ਉੱਚਾ ਹੁੰਦਾ, ਸਟੈਂਡਰਡ ਇੰਨਾ ਉੱਚਾ ਹੁੰਦਾ ਕਿ ਬੱਚਿਆਂ ਦੇ ਵਾਸਤੇ ਉਸ ਨੂੰ ਫੇਸ ਕਰਨਾ ਮੁਸ਼ਕਿਲ ਹੋ ਜਾਂਦਾ, ਉਸ ਦੇ ਉੱਤੇ ਤੁਰਨਾ ਮੁਸ਼ਕਿਲ ਹੋ ਜਾਂਦਾ। ਇਸ ਕਰਕੇ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਸਕੂਲਾਂ ਨੂੰ, ਔਰ ਲੋਕ ਵਿਰੋਧ ਕਰ ਰਹੇ ਨੇ ਕਿ ਇੰਨਾ ਸਖਤ ਅਨੁਸ਼ਾਸਨ ਤੁਸੀਂ ਕਰਨਾ ਕੀ ਚਾਹੁੰਦੇ। ਕਈ ਵਾਰ ਆਰਮੀ ਡਿਸਿਪਲਿਨ ਹੋ ਜਾਂਦਾ ਹਰ ਥਾਂ ਦੇ ਉੱਤੇ, ਸਕੂਲ ਦੇ ਵਿੱਚ ਵੀ ਉਹ ਨਿੱਕੇ ਬੱਚਿਆਂ ਵਾਸਤੇ ਉਹ ਕਾਫੀ ਹੈਵੀ ਹੁੰਦਾ। ਸੋ ਲੰਡਨ ਦੇ ਵਿੱਚ ਇਹ ਸਿਚੁਏਸ਼ਨ ਬਣੀ ਹੋਈ ਹੈ। ਪਰ ਤੁਹਾਡੀ ਮੈਨੂੰ ਬੜੀ ਹੈਰਾਨੀਜਨਕ ਗੱਲ ਹੋਈ ਕਿ ਤੁਸੀਂ ਹੁਣੇ USA ਤੋਂ ਉਡਾਰੀ ਮਾਰ ਕੇ ਕਿਹੜੀ ਫਲਾਈਟ ਰਾਹੀਂ ਲੰਡਨ ਪਹੁੰਚ ਗਏ, ਵੀਜ਼ਾ ਮਿਲ ਗਿਆ ਸੀਗਾ। ਲੰਡਨ ਦੇ ਸਕੂਲਾਂ 'ਚ ਦੱਸੀ ਗੱਲ ਹੈ ਕਿ ਜਿਹੜਾ ਡਿਸਿਪਲਿਨ ਉੱਥੇ ਬਹੁਤ ਜ਼ਰੂਰੀ ਆ, ਔਰ ਡਿਸਿਪਲਿਨ ਨੂੰ ਮੇਨਟੇਨ ਰੱਖਣ ਲਈ ਉਹਨਾਂ ਨੇ ਸਖਤੀ ਕਰ ਦਿੱਤੀ ਆ।
ਉਸ ਸਖਤੀ ਨਾਲ ਜਿਹੜਾ ਹੈਗਾ ਉਹਨਾਂ ਨੇ ਕਿਹਾ ਕਿ ਉਹਦੀ ਆਲੋਚਨਾ ਵੀ ਹੋਈ ਹੈ। ਬਿਲਕੁਲ ਜੀ। ਬਹੁਤ ਲੋਕਾਂ ਨੇ ਕਿਹਾ ਕਿ ਇਹ ਸਖਤੀ ਨਹੀਂ ਕਰਨੀ ਚਾਹੀਦੀ, ਬੱਚਿਆਂ ਨੂੰ ਪਿਆਰ ਨਾਲ ਤਰੀਕੇ ਨਾਲ ਸਮਝਾਉਣਾ ਚਾਹੀਦਾ। ਔਰ ਉਹਨਾਂ ਨੇ ਇਹ ਆਪਾਂ ਅੱਗੇ ਵੀ USA ਦੀ ਵੀ ਗੱਲ ਕੀਤੀ, USA 'ਚ ਵੀ ਇਹੀ ਹੈਗਾ ਬੱਚਿਆਂ ਉਹਨਾਂ ਨੇ ਤਾਂ ਕਿਹਾ ਸੀ ਅੰਦਰ ਐਂਟਰੀ ਲਈ ਉਹਨਾਂ ਨੇ ਐਂਟਰੀ ਨਹੀਂ ਵਾਧੂ ਹੋ ਸਕਦੀ, ਬੱਚਾ ਕੋਈ ਮਿਲ ਨਹੀਂ ਸਕਦਾ ਜਲਦੀ, ਗਾਰਡੀਅਨ ਦੇ ਤੌਰ 'ਤੇ ਨਹੀਂ ਕੋਈ ਜਾ ਸਕਦਾ। ਇਹੀ ਉਸੇ ਇਸ਼ੂ ਨਾਲ ਜੁੜਦੀ ਗੱਲ ਇੱਥੇ ਲੰਡਨ ਦੀ ਆ ਕਿ ਲੰਡਨ 'ਚ ਵੀ ਉਹਨਾਂ ਨੇ ਕਿਹਾ ਕਿ ਡਿਸਿਪਲਿਨ ਮੇਨਟੇਨ ਕਰੋ, ਬੱਚਿਆਂ ਨੂੰ ਸਮਝਾਓ, ਬੱਚੇ ਕੋਈ ਇੱਧਰ ਉੱਧਰ ਨਾ ਭੱਜਣ, ਵਾਧੂ ਕਿਸੇ ਪਾਸੇ ਨਾ ਜਾਣ। ਵੈਸੇ 18 ਸਾਲ ਤੱਕ ਜਿਹੜਾ ਉੱਥੇ ਹੈਗਾ ਕੋਈ ਐਗਜ਼ਾਮੀਨੇਸ਼ਨ ਨਹੀਂ ਹੁੰਦਾ, ਜਿਹੜਾ ਵੀ ਉਹਦੇ 'ਚ ਕੋਈ ਸਖਤੀ ਦਾ ਐਗਜ਼ਾਮੀਨੇਸ਼ਨ ਨਹੀਂ ਹੁੰਦਾ, ਉਹਦੇ 'ਚ ਗ੍ਰੇਡਿੰਗ ਦਿੰਦੇ ਆ, A ਗ੍ਰੇਡ ਅਤੇ ਜਿਹੜਾ A1 ਗ੍ਰੇਡ ਦਿੰਦੇ ਆ, ਉਹਨਾਂ 'ਚ ਗ੍ਰੇਡਿੰਗ ਹੁੰਦੀ ਆ। ਸਾਡੇ ਤਾਂ ਇੱਥੇ ਹੁੰਦਾ ਵੀ 90% ਲੈ ਗਿਆ ਜੀ, 95% ਲੈ ਗਿਆ ਜੀ, ਅਬਵ 100% ਵੀ ਲੈ ਜਾਂਦੇ ਆ ਉੱਤੇ, ਉਦੋਂ ਅਬਵ ਚੱਲ ਜਾਂਦੇ ਆ। ਪਰ ਜਦੋਂ ਬੱਚੇ ਕੰਪੀਟੀਸ਼ਨ 'ਚ ਜਾਂਦੇ ਉੱਥੇ ਪਿੱਛੇ ਨੂੰ ਚੱਲ ਜਾਂਦੇ ਆ। ਇੱਕ ਜ਼ਮਾਨਾ ਸੀ ਪੰਜਾਬ ਦੇ ਵਿੱਚ ਡਿਵੀਜ਼ਨ ਆਉਂਦੀ ਸੀ, ਸੈਕੰਡ ਵੱਧ ਤੋਂ ਵੱਧ 50% ਤੋਂ ਬਾਅਦ ਸੈਕੰਡ ਡਿਵੀਜ਼ਨ ਸੀਗਾ, ਉਹਦੇ ਬਾਅਦ ਫਸਟ ਡਿਵੀਜ਼ਨ ਬਹੁਤ ਘੱਟ ਬੱਚਿਆਂ ਦੀ ਆਉਂਦੀ। ਪਰ ਉਹੀ ਬੱਚੇ ਉਹੀ ਬੰਦੇ ਬ੍ਰਿਗੇਡੀਅਰ ਬਣੇ, ਉਹੀ IAS ਬਣੇ, ਉਹੀ ਹੈ। ਪਰ ਹੁਣ ਇੱਕ ਨਵੀਂ ਚਾਲ ਚੱਲੀ ਹੈ ਸਾਡੇ ਇੰਡੀਆ 'ਚ, ਪੰਜਾਬ 'ਚ ਵੀ, ਪਰ ਅਜੇ ਵੀ ਉੱਥੇ ਗ੍ਰੇਡਿੰਗ ਆ। ਸਿਲੇਬਸ ਉਹਨਾਂ ਦਾ ਬੜਾ ਅੱਛਾ ਹੁੰਦਾ, ਸਿਲੇਬਸ ਦੇ ਵਿੱਚ ਵੀ ਉਹਨਾਂ ਨੇ ਬੜੀ ਕਾਂਟ ਛਾਂਟ ਕੀਤੀ ਹੁੰਦੀ ਹੈ। ਸਾਡੇ ਇੱਥੇ ਬਸਤੇ ਭਰੇ ਹੁੰਦੇ, ਝੋਲੇ ਇੰਨੇ ਵੱਡੇ ਹੁੰਦੇ ਕਿ ਕਿਤਾਬਾਂ ਲੈ ਕੇ ਬੱਚਿਆਂ ਕੋਲ ਤੁਰਨਾ ਔਖਾ ਹੁੰਦਾ। ਇੱਕ ਜ਼ਮਾਨਾ ਸੀਗਾ, ਜਦੋਂ ਮੈਂ ਕੰਪੈਰੇਟਿਵਲੀ ਦੱਸ ਰਿਹਾ ਕਿ ਜਦੋਂ ਇੱਕ ਜ਼ਮਾਨਾ ਸੀ ਜਦੋਂ ਇੱਕ ਥਾਰੋਲੀ ਬੁੱਕ ਤੁਸੀਂ ਪੜ੍ਹ ਲਈ, ਓਵਰਆਲ ਉਸੇ ਬੁੱਕ 'ਚੋਂ ਤੁਹਾਨੂੰ ਐਗਜ਼ਾਮੀਨੇਸ਼ਨ ਫਾਈਨਲ ਹੁੰਦਾ ਹੈ। ਹੁਣ ਇੱਥੇ ਸਮੈਸਟਰ ਆ ਤੁਹਾਡੇ, ਅੱਜ ਦੂਜਾ, ਕੱਲ੍ਹ ਨੂੰ ਤੀਜਾ, ਕੱਲ੍ਹ ਨੂੰ ਚੌਥਾ ਹੈਗਾ। ਪਹਿਲਾਂ ਥਾਰੋਲੀ ਇੱਕੋ ਕਿਤਾਬ ਨੂੰ ਪੜ੍ਹਿਆ ਜਾਂਦਾ ਸੀ, ਉਹਦਾ ਹੀ ਹੁੰਦਾ ਸੀਗਾ। ਹੁਣ ਸਾਡੇ ਬੱਚੇ ਇੰਗਲੈਂਡ 'ਚ, ਤੁਸੀਂ ਲੰਡਨ ਦੀ ਗੱਲ ਕੀਤੀ, ਕਿੰਨੇ ਪੜ੍ਹਨ ਜਾ ਰਹੇ ਆ, ਆਕਸਫੋਰਡ ਯੂਨੀਵਰਸਿਟੀ 'ਚੋਂ ਪੜ੍ਹ ਕੇ ਆ ਰਹੇ ਸਾਡੇ ਲੀਡਰ ਸਾਰੇ ਹੀ। ਔਰ ਉਹਦੇ ਵਿੱਚ ਡਿਸਿਪਲਿਨ ਵਾਲੀ ਗੱਲ ਕੀਤੀ ਹੈ ਉਹਨਾਂ ਨੇ, ਗ੍ਰੇਡਿੰਗ ਦੀ ਗੱਲ ਕੀਤੀ ਹੈ, ਉਹਦੇ ਨਾਲ ਉਹਨਾਂ ਨੇ ਸਿਲੇਬਸ ਦੀ ਗੱਲ ਕੀਤੀ ਹੈ। ਇਹ ਬੜੀ ਵਧੀਆ ਗੱਲ ਹੈਗੀ ਆ। ਇਸੇ ਕਰਕੇ ਲੰਡਨ ਦੀ ਐਜੂਕੇਸ਼ਨ ਪੂਰੇ ਵਰਲਡ ਦੇ ਵਿੱਚ ਜਿਹੜਾ ਇਹਦਾ ਬਹੁਤ ਵੱਡਾ ਨਾਂ ਹੈ। ਬਿਲਕੁਲ, ਹਰ ਚੀਜ਼ 'ਚ ਡਿਸਿਪਲਿਨ ਚਾਹੀਦਾ। ਹੁਣ ਜਦੋਂ ਅਸੀਂ ਗੱਲ ਕਰਦੇ ਹਾਂ ਸੰਸਕ੍ਰਿਤੀ ਦੀ, ਕਲਚਰ, ਜਦੋਂ ਅਸੀਂ ਗੱਲ ਕਰਦੇ ਸੰਸਕਾਰਾਂ ਦੀ, ਤੇ ਕੀ ਹੈਗਾ ਸੰਸਕਾਰ, ਕੀ ਹੁੰਦੇ ਨੇ, ਕਲਚਰ ਕੀ ਹੈ, ਸੱਭਿਅਤਾ ਕੀ ਹੈ, ਸੰਸਕ੍ਰਿਤੀ ਕੀ ਹੈ, ਡਿਸਿਪਲਿਨ ਹੈ। ਡਿਸਿਪਲਿਨ ਹੈ, ਮੇਨਟੇਨ ਕੀਤਾ ਵਾ ਸੋਸਾਇਟੀ। ਔਰ ਜਦੋਂ ਅਸੀਂ ਪਵਿੱਤਰ ਗ੍ਰੰਥਾਂ ਦੀ ਗੱਲ ਕਰਦੇ ਹਾਂ, ਉਹਦੇ ਵਿੱਚ ਵੀ ਜ਼ਿੰਦਗੀ ਨੂੰ ਡਿਸਿਪਲਿਨ ਦੇ ਵਿੱਚ ਜਿਉਣਾ। ਸਹੀ ਗੱਲ, ਸਹੀ ਗੱਲ, ਇਹੀ ਦੱਸਦੇ ਪਏ ਨੇ। ਹਾਂ, ਹੈ ਨਾ, ਹਰ ਚੀਜ਼ ਦਾ ਸਮਾਂ, ਹਰ ਚੀਜ਼ ਦਾ ਸਮਾਂ ਨਿਸ਼ਚਿਤ ਕਰਕੇ ਚੱਲੋ। ਤਾਂ ਇਹ ਸਾਰਾ ਡਿਸਿਪਲਿਨ ਹੈ। ਜਦੋਂ ਤੱਕ ਕੋਈ ਇਨਸਾਨ ਅਨੁਸ਼ਾਸਨ ਦੇ ਵਿੱਚ ਨਹੀਂ ਹੈ, ਉਹ ਤਰੱਕੀ ਨਹੀਂ ਕਰ ਸਕਦਾ। ਉਹਨੂੰ ਅਨੁਸ਼ਾਸਨ ਦੇ ਵਿੱਚ ਰਹਿਣਾ ਪਏਗਾ, ਉਹਨੂੰ ਪੂਰਾ ਆਪਣਾ ਟਾਈਮ ਟੇਬਲ ਬਣਾਉਣਾ ਪਏਗਾ, ਔਰ ਉਹਦੇ ਮੁਤਾਬਿਕ ਹੀ ਕੰਮ ਕਰਨਾ ਪਏਗਾ। ਔਰ ਤਾਂ ਹੀ ਉਹ ਜਿਹੜਾ ਪ੍ਰੋਫੈਸ਼ਨਲ ਬਣਨਾ, ਜਾਂ ਇੱਕ ਚੰਗਾ ਨਾਗਰਿਕ ਬਣਨਾ, ਜਾਂ ਇੱਕ ਚੰਗਾ ਬਿਜ਼ਨਸਮੈਨ ਬਣਨਾ, ਜਾਂ ਇੱਕ ਚੰਗਾ EMPLOYE ਬਣਨਾ, ਹਰ ਚੀਜ਼ ਡਿਸਿਪਲਿਨ ਉੱਤੇ ਆਧਾਰਿਤ ਹੈ। ਔਰ ਖਾਣੇ ਦੇ ਵਿੱਚ ਵੀ ਡਿਸਿਪਲਿਨ, ਨਹੀਂ ਤਾਂ ਤੁਹਾਡੀ ਡਾਈਜੈਸ਼ਨ ਖਰਾਬ ਹੋ ਸਕਦੀ ਹੈ। ਹਰ ਚੀਜ਼ ਦਾ ਡਿਸਿਪਲਿਨ ਤੁਹਾਨੂੰ ਪਤਾ ਹੋਣਾ ਚਾਹੀਦਾ, ਤੁਹਾਨੂੰ ਤੁਹਾਡੀ ਬਾਡੀ ਨੂੰ ਕਿਹੜੀ ਚੀਜ਼ ਡਾਈਜੈਸਟ ਹੁੰਦੀ, ਕਿਹੜੀ ਨਹੀਂ ਹੁੰਦੀ, ਹਰ ਚੀਜ਼। ਅਨੁਸ਼ਾਸਨ ਜੀਵਨ ਦਾ ਆਧਾਰ ਹੈ, ਅਨੁਸ਼ਾਸਨ ਜੀਵਨ ਦੀ ਪਹਿਚਾਨ ਹੈ। ਕੁਦਰਤ ਅਨੁਸ਼ਾਸਨ ਦੇ ਵਿੱਚ ਹੀ ਹੈ, ਟਾਈਮ ਦੇ ਨਾਲ ਹੀ ਸੀਜ਼ਨ ਆਉਂਦੇ ਨੇ, ਟਾਈਮ ਦੇ ਨਾਲ ਹੀ ਸੂਰਜ ਦਾ ਆਉਣਾ ਛੁਪਣਾ, ਸੂਰਜ ਦਾ ਛਿਪਣਾ ਤੇ ਚੜ੍ਹਨਾ, ਔਰ ਚੰਦਰਮਾ ਦਾ ਆਉਣਾ ਤੇ ਮੱਸਿਆ ਤੇ ਪੁੰਨਿਆ, ਤੇ ਫਿਰ ਉਹਦੇ 'ਚ ਸਰਦੀ, ਗਰਮੀ, ਪਤਝੜ, ਇਹ ਸੀਜ਼ਨ ਜਿਹੜੇ ਹੈਗੇ ਕੁਦਰਤ ਨੇ ਆਪ ਹੀ ਬਣਾਏ ਆ। ਔਰ ਕੋਈ ਉਹਦਾ ਟਾਈਮ ਟੇਬਲ ਨਹੀਂ ਗਾ, ਆਪਣੇ ਆਪ ਆਉਂਦੇ ਆ। ਤੁਹਾਨੂੰ ਭਾਵੇਂ ਭੁੱਲ ਜੇ, ਕੁਦਰਤ ਨਹੀਂ ਭੁੱਲਦੀ। ਕਦੋਂ ਤੁਹਾਡੇ ਪੈਰ ਥੱਲੇ ਸੜਦੇ ਆ, ਪਰਛਾਵੇਂ ਕਦੋਂ ਢਲਦੇ ਆ, ਸੂਰਜ ਵੱਲ ਤੁਸੀਂ ਵੇਖ ਕੇ ਚੱਲਦੇ ਜੇ, ਸੂਰਜ ਦੀਆਂ ਕਿਰਨਾਂ ਕਦੋਂ ਤੁਹਾਨੂੰ ਜ਼ਿਆਦਾ ਬੈਨੀਫਿਟ ਦਿੰਦੀਆਂ, ਇਹ ਚੀਜ਼ਾਂ ਸਾਰੀਆਂ ਹੀ। ਬੂਟੇ ਕਦੋਂ ਫੈਲਦੇ ਆ, ਹੈ ਨਾ, ਜਦੋਂ ਰੁੰਡ ਮੁੰਡ ਹੋ ਜਾਂਦੇ ਆ ਤਾਂ ਉਹਨਾਂ 'ਤੇ ਕਦੋਂ ਬਹਾਰ ਆਉਂਦੀ ਆ, ਖਜ਼ਾਂ ਕਦੋਂ ਆਉਂਦੀ ਹੈ, ਇਹ ਚੀਜ਼ਾਂ ਸਾਰੀਆਂ ਕੁਦਰਤ ਨੇ ਆਪਣੇ ਅੰਦਰ ਸਮੋ ਕੇ ਰੱਖੀਆਂ। ਬਾਕੀ ਚੀਜ਼ਾਂ ਜਿਹੜੀਆਂ ਤੁਸੀਂ ਦੱਸੀਆਂ, ਇਹ ਤਾਂ ਅਸੀਂ ਆਪ ਕੀਤੀਆਂ, ਬਣਾਈਆਂ, ਸੁਸਾਇਟੀ ਨੇ ਬਣਾਈਆਂ, ਲੋਕਾਂ ਨੇ ਬਣਾਈਆਂ, ਬੱਚਿਆਂ ਨੂੰ ਅੱਗੇ ਤੋਰਨ ਲਈ, ਬੱਚਿਆਂ ਨੂੰ ਜੀਵਨ ਦੀ ਜਿਹੜੀ ਆਧਾਰਸ਼ਿਲਾ ਉਹਦਾ ਅਗਲਾ ਪਾਸਾ ਦੱਸਣ ਲਈ ਇਹ ਚੀਜ਼ਾਂ ਹੈਗੀਆਂ। ਔਰ ਡਿਸਿਪਲਿਨ ਨਹੀਂ ਹੈਗਾ ਤੇ ਬੰਦਾ ਫਿਰ ਜੀਂਦਾ ਹੀ ਨਹੀਂ ਹੈਗਾ, ਬੰਦਾ ਮਰਿਆਂ ਦੇ ਨਿਆਈ ਆ, ਤੁਰਦੀ ਫਿਰਦੀ ਲਾਸ਼ ਹੈ ਬੰਦਾ। ਬਿਲਕੁਲ ਸਹੀ ਗੱਲ ਹੈ, ਡਿਸਿਪਲਿਨ ਹੀ ਆਧਾਰ ਬਣੇਗਾ, ਤਾਂ ਹੀ ਜੀਵਨ ਦਾ ਕੋਈ ਰੂਪ ਬਣ ਸਕਦਾ। ਸਹੀ ਗੱਲ, ਸਹੀ ਗੱਲ। ਸੋ ਆਪਾਂ ਅੱਗੇ ਚੱਲਦੇ ਹਾਂ ਜੀ। ਹੁਣ ਆਪਾਂ ਚੀਨ ਦੀ ਗੱਲ ਕਰਦੇ ਹਾਂ। ਬਿਲਕੁਲ, ਤੁਸੀਂ ਬਾਹਰਲੇ ਦੇਸ਼ਾਂ ਤੋਂ ਇੰਡੀਆ 'ਚ ਵੀ ਨਹੀਂ ਜਾਏ, ਹੈ ਨਾ। ਇੰਡੀਆ 'ਚ ਮੈਂ ਆਉਂ ਨਾ, ਪਹਿਲਾਂ ਚੀਨ ਦੀ ਗੱਲ ਕਰ ਲਈਏ। ਹਾਂ, ਚੀਨ ਦੇ ਵਿੱਚ ਹੁਣ ਕਹਿੰਦੇ ਨੇ ਆਬਾਦੀ ਘਟਦੀ ਪਈ ਹੈ ਨਾ। ਅੱਛਾ, ਹਾਂ, ਆਬਾਦੀ ਘਟਦੀ ਪਈ ਹੈ। ਔਰ ਹੋ ਸਕਦਾ ਹੈ ਕਿ ਹੁਣ ਕੁਝ ਇੱਕ ਸਾਲਾਂ ਦੇ ਵਿੱਚ ਇੰਡੀਆ ਨੰਬਰ 1 ਹੋ ਜਾਏ ਆਬਾਦੀ ਦੇ ਲਿਹਾਜ਼ ਦੇ ਨਾਲ ਪੂਰੀ ਦੁਨੀਆ ਦੇ ਵਿੱਚ। ਕਿਉਂਕਿ ਉਹਦੀ ਘਟ ਗਈ, ਕਿਉਂਕਿ ਉਹ ਪਹਿਲੇ ਨੰਬਰ 'ਤੇ ਸੀ ਨਾ, ਉਹਦੀ ਆਬਾਦੀ ਬਹੁਤ ਜ਼ਿਆਦਾ ਸੀ। ਉਹਨਾਂ ਨੇ ਆਪਣੀ ਆਬਾਦੀ ਨੂੰ ਕੰਟਰੋਲ ਤਾਂ ਨਹੀਂ ਕੀਤਾ, ਨਾ ਕਰ ਸਕੇ ਆ। ਔਰ ਇੰਡੀਆ ਉਹਦੇ 'ਤੇ ਦੂਜੇ ਨੰਬਰ 'ਤੇ ਸੀਗਾ। ਪਰ ਇਹਦੇ ਵਿੱਚ ਇੱਕ ਪ੍ਰੋਬਲਮ ਆ ਇਹਨਾਂ ਦੀ ਘਟਣ ਦੀ ਗੱਲ ਵੀ ਹੈਗੀ, ਕਿਉਂਕਿ ਉੱਥੇ ਜਿਹੜੀ ਮਹਾਂਮਾਰੀ ਆ, ਕਰੋਨਾ ਜਿਹੜਾ 19 ਆ, ਉੱਥੋਂ ਹੀ ਸ਼ੁਰੂ ਹੋਇਆ, ਹੁਣ ਫਿਰ ਸ਼ੁਰੂ ਹੋ ਗਿਆ। ਜਿਹੜੀ ਵਰਲਡ ਹੈਲਥ ਆਰਗੇਨਾਈਜੇਸ਼ਨ ਆ, ਉਹਦੇ ਹਿਸਾਬ ਨਾਲ ਡਾਟਾ ਜਿਹੜਾ ਇਹਨਾਂ ਨੇ ਐਗਜ਼ੈਕਟ ਦਿੱਤਾ, ਇਹਨਾਂ ਦੇ ਬਹੁਤ ਲੋਕ ਮਰੇ ਵੀ ਹੈਗੇ ਆ, ਜਿਹਦੇ ਵਿੱਚ ਆਪਾਂ ਇੱਕ ਦਿਨ ਡਿਸਕਸ ਕੀਤਾ ਸੀ ਇਸੇ ਪ੍ਰੋਗਰਾਮ ਵਿੱਚ ਕਿ ਉਹ ਲਾਈਨਾਂ ਲੱਗੀਆਂ, ਦਵਾਈ ਉੱਥੇ ਨਹੀਂ ਮਿਲਦੀ,
ਉਹਦੇ ਵਿੱਚ ਵੈਂਟੀਲੇਟਰ ਜਾਂ ਆਕਸੀਜਨ ਦੇ ਵਿੱਚ ਜਿਹੜੇ ਪਏ ਉਹਨਾਂ ਦਾ ਕੋਈ ਪਤਾ ਨਹੀਂ ਲੱਗਦਾ ਕਿੰਨੇ ਹੈਗੇ ਆ। ਇਹ ਗਰਮ ਪਾਣੀ ਦੀ ਭਾਪ ਸਟੀਮ ਵਗੈਰਾ ਦੇ ਕੇ ਉਹਨਾਂ ਨੂੰ ਬਚਾ ਰਹੇ ਸੀ, ਬੜਾ ਕੁਝ ਕੀਤਾ, ਕੰਟਰੋਲ ਤਾਂ ਲਿਆ ਕਰ, ਉਹਦੇ ਨਾਲ ਬੜਾ ਕੁਝ ਹੋ ਗਿਆ। ਪਰ ਬਹੁਤ ਉੱਤੇ ਜਿਹੜੀ ਡੈਥ ਕੈਜੂਅਲਟੀ ਹੋਈ ਆ ਬਹੁਤ ਦੂਰ ਤੱਕ ਗਈ ਆ, ਔਰ ਉਹਦੇ ਵਿੱਚ ਇੰਡੀਆ ਇਸ ਗੱਲੋਂ ਬਿਲਕੁਲ ਨਰੋਲ ਤੌਰ 'ਤੇ ਬਚਿਆ ਰਿਹਾ। ਕੋਈ ਇਸ ਤਰ੍ਹਾਂ ਦੀ ਮਹਾਂਮਾਰੀ ਨੇ ਬਹੁਤੀ ਕਰੋਪੀ ਨਹੀਂ ਦਿਖਾਈ, ਉਹਦੇ ਨਾਲ ਸਾਰਾ ਕੁਝ ਰਿਹਾ। ਹੁਣ ਵੀ ਜਿਹੜੀ ਸੀ ਪਤਾ ਲੱਗਾ ਸੀ ਕਿ ਇੰਡੀਆ 'ਚ ਵੀ ਇਹ ਫੈਲ ਰਹੀ ਹੈ, ਪਰ ਫਿਰ ਗੁਰੂ ਮਹਾਰਾਜ ਦੀ ਮਿਹਰ ਹੋ ਗਈ ਆ, ਅਰਦਾਸ ਜਿਹੜੀ ਆ ਨੇਪਰੇ ਚੜ੍ਹ ਗਈ ਆ, ਫਿਰ ਸ਼ਾਂਤੀ ਬਹਾਲ ਹੋ ਗਈ ਆ, ਕੋਈ ਇਸ ਤਰ੍ਹਾਂ ਦੀ ਗੱਲ ਨਹੀਂ। ਨੰਬਰ 2 ਜਿਹੜੇ ਉੱਥੇ ਇਹ ਗੱਲ ਹੈਗੀ ਹੈ ਕਿ ਕੰਟਰੋਲ ਹੋ ਗਈ ਆ। 1961 ਦੇ ਵਿੱਚ ਵੀ ਇੱਕ ਵਾਰੀ ਹੋਈ ਸੀ, ਹੁਣ 6 ਦਹਾਕਿਆਂ ਤੋਂ ਬਾਅਦ ਫਿਰ ਇਹਦੇ ਵਿੱਚ ਇਹਨਾਂ ਨੇ ਕਹਿ ਤਾ ਕਿ ਅਸੀਂ ਕੰਟਰੋਲ ਕਰ ਗਏ ਹਾਂ। ਐਗਜ਼ੈਕਟਲੀ ਨਹੀਂ ਪਤਾ ਲੱਗਦਾ ਹੋਊਗਾ ਕਿ ਆਬਾਦੀ ਦੇ ਲਿਹਾਜ਼ ਨਾਲ ਜਿਹੜੀ ਮਰਦਮਸ਼ੁਮਾਰੀ ਹੈ, ਸੈਂਸਸ ਆ, ਉਹ ਦੱਸਦੀ ਹੈ ਕਿ ਆਬਾਦੀ ਕਿੰਨੀ ਹੈਗੀ ਹੈ। ਔਰ ਤੀਜੀ ਗੱਲ ਇਹ ਹੈਗੀ ਕਿ ਸਾਰੇ ਦੇਸ਼ਾਂ 'ਚ ਖਿਲਰੇ ਪਏ ਆ। ਕਿਹੜੀ ਕੰਟਰੀ ਹੈ ਜਿੱਥੇ ਚਾਈਨੀ ਨਹੀਂ ਬੈਠੇ, ਉੱਥੇ ਇਹਨਾਂ ਦਾ ਕਿੱਥੇ ਬਿਜ਼ਨਸ ਨਹੀਂ ਚੱਲ ਰਿਹਾ, ਔਰ ਬਿਜ਼ਨਸ ਨਾਲ ਪੂਰੇ ਜੁੜੇ ਆ। ਕਾਟਨ ਇੰਡਸਟਰੀ ਇਹਨਾਂ ਦੀ ਪਿੰਡਾਂ 'ਚ ਜਿਹੜੀ ਛੋਟੀ ਸਨਅਤ ਆ ਉਹ ਚੱਲ ਰਹੀ ਆ। ਔਰ ਇਹਦੇ ਵਿੱਚ ਜੇ ਗੱਲ ਕੀਤੀ ਜਾਵੇ, ਇੰਡੀਆ ਜੇ ਰਹੇਗਾ ਪਿੱਛੇ, ਔਰ ਪਿੱਛੇ ਬਾਅਦ 'ਚ ਵੀ ਰਹੂਗਾ, ਕਿਉਂਕਿ ਇਹਨਾਂ ਦੀ ਆਬਾਦੀ ਜਿੱਥੇ ਹੈਗੀ ਆ ਉਸ ਹਿਸਾਬ ਨਾਲ ਇੱਕਦਮ ਆਬਾਦੀ ਨਹੀਂ ਘਟਦੀ। ਆਬਾਦੀ ਉਦੋਂ ਘਟਦੀ ਹੈ ਜਦੋਂ ਬਹੁਤ ਬਜ਼ੁਰਗ ਹੋ ਜਾਂਦੇ ਆ, 99 ਦੇ ਕਰੀਬ ਚਲੇ ਜਾਂਦੇ ਆ, ਉਹ ਉਮਰ ਭੋਗ ਕੇ ਮਰਦੇ ਆ, ਠੀਕ ਹੈ ਨਾ। ਅਤੇ ਜਵਾਨ ਜਿਹੜੇ ਆ ਉਹ ਬੁੜੇ ਹੁੰਦੇ ਆ, ਉਹ ਚੀਜ਼ਾਂ ਹੇਠਲਾ ਉੱਤੇ ਤੋਂ ਉਤਲਾ ਹੇਠਾਂ ਹੁੰਦਾ, ਇਹ ਆਬਾਦੀ ਦਾ ਘਟਣ ਦਾ ਹੁੰਦਾ। ਜਾਂ ਬਿਮਾਰੀ ਦਾ ਆਪਾਂ ਡਿਸਕਸ ਕਰ ਹੀ ਲਿਆ। ਚਾਈਨਾ ਮੇਰਾ ਖਿਆਲ ਹੈ ਜੇ ਉੱਥੇ ਨਹੀਂ ਹੈਗਾ ਜਿੱਥੇ ਇੰਡੀਆ ਹੈ, ਔਰ ਇੰਡੀਆ ਜਿਹੜਾ ਹੈਗਾ ਦੂਜੇ ਨੰਬਰ 'ਤੇ ਰਹੂਗਾ। ਜਦੋਂ ਆਪਣੇ ਵੈਲਫੇਅਰ ਦੀ ਰਹੀ ਆ, ਜਦੋਂ ਸਮਾਜ ਕਲਿਆਣ ਦੀਆਂ ਸਕੀਮਾਂ ਰਹੀਆਂ ਇਹਦੇ ਵਿੱਚ ਆਬਾਦੀ ਨੂੰ ਕੰਟਰੋਲ ਕੀਤਾ। ਆਪਣੇ ਤਾਂ ਬੱਚੇ ਦੋ ਇੱਕ ਬੱਚਾ ਹੀ ਹੈਗਾ ਨਾ, ਇਸ ਤੋਂ ਬਾਅਦ ਤਾਂ ਹੈ ਨਹੀਂ। ਅੱਗੇ ਉਹ ਜ਼ਮਾਨਾ ਸੀ ਅੰਗਰੇਜ਼ਾਂ ਦਾ ਟਾਈਮ, ਕੋਈ ਜ਼ਗੀਰ ਦਿੰਦੇ ਸੀ, 12 ਬੱਚੇ ਹੋਣਗੇ ਤੁਹਾਡੇ, ਅਸੀਂ ਜ਼ਮੀਨ ਦੇਵਾਂਗੇ ਤੁਹਾਨੂੰ। ਆਬਾਦੀ ਘੱਟ ਸੀਗੀ, ਔਰ ਇੱਕਦਮ ਆਬਾਦੀ ਨੇ ਐਸਾ ਉਛਾਲਾ ਲਿਆ, ਪ੍ਰਦੂਸ਼ਣ ਵੀ ਵੱਧ ਗਿਆ, ਜ਼ਮੀਨ ਵੀ ਘੱਟ ਗਈ, ਬੜਾ ਕੁਝ ਹੋ ਗਿਆ। ਫਿਰ ਲੋਕ ਸੈਂਸਿਟਿਵ ਹੋ ਗਿਆ, ਸਿਆਣੇ ਹੋ ਗਏ ਆ, ਬੱਚੇ ਘੱਟ ਲੋਕਾਂ ਦੇ। ਵੈਸੇ ਇੰਡੀਆ ਨੂੰ ਵੀ ਸੋਚਣਾ ਪਏਗਾ, ਕਿਉਂਕਿ ਕੋਈ ਵੀ ਪਾਲਿਸੀ ਬਣਾਓ, ਕੋਈ ਵੀ ਪਲਾਨ ਕਰੋ, ਇਹ ਤਾਂ ਸਹੀ ਗੱਲ, ਜਿੱਥੇ ਆਬਾਦੀ ਜ਼ਿਆਦਾ ਹੋ ਗਈ ਉੱਥੇ ਸਾਰੀ ਪਾਲਿਸੀ ਫੇਲ ਹੋ ਜਾਂਦੀ ਹੈ। ਬਿਲਕੁਲ ਹਾਂ, ਠੀਕ ਹੈ ਨਾ। ਹੁਣ ਇਹ ਸੋਚਣਾ ਪਏਗਾ। ਹਾਲਾਂਕਿ ਜਿਹੜੇ ਜ਼ਿਆਦਾ ਪੜ੍ਹੇ ਲਿਖੇ ਨੇ ਔਰ ਉਹ ਤਾਂ ਇਸ ਚੀਜ਼ ਦਾ ਧਿਆਨ ਰੱਖਦੇ ਨੇ, ਔਰ ਮੋਸਟਲੀ ਦੇਖੋ ਇੱਕੋ ਹੀ ਬੱਚਾ ਹੈ ਅੱਜ ਕੱਲ੍ਹ, ਬਹੁਤ ਘੱਟ 2 ਮਿਲਣਗੇ, ਪਰ ਜਿਹੜੇ ਪੁਰਾਣੇ ਨੇ ਉਹ ਜ਼ਿਆਦਾ ਨੇ। ਪਰ ਜਿੱਦੋਂ ਅਸੀਂ ਦੇਖਦੇ ਹਾਂ ਜਿੱਥੇ ਗਰੀਬੀ ਹੈ, ਜਿੱਥੇ ਲੇਬਰ ਕਲਾਸ ਹੈ, ਉੱਥੇ ਕਈ ਬੱਚੇ ਨੇ, ਕਿਉਂਕਿ ਉਹਨਾਂ ਦਾ ਮਤਲਬ ਇਹ ਹੈ ਕਿ ਜਿੰਨੇ ਵੱਧ ਹੱਥ ਹੋਣਗੇ ਕੰਮ ਕਰਨ ਵਾਲੇ, ਉਨੀ ਵੱਧ ਇਨਕਮ ਹੋਏਗੀ। ਪੜ੍ਹਾਈ ਲਿਖਾਈ ਵੱਲ ਧਿਆਨ ਨਹੀਂ ਹੈਗਾ, ਉਹ ਲੇਬਰ ਵੱਲ ਧਿਆਨ ਹੈ, ਇਸ ਕਰਕੇ ਜ਼ਿਆਦਾ ਬੱਚੇ ਵੀ ਪਾਏ ਜਾਂਦੇ ਨੇ। ਔਰ ਕਈ ਵਾਰ ਬਹੁਤ ਜ਼ਿਆਦਾ ਅਮੀਰ ਲੋਕਾਂ ਦੇ ਹੀ ਕਈ ਜ਼ਿਆਦਾ ਬੱਚੇ ਹੁੰਦੇ ਨੇ, ਕਿਉਂਕਿ ਪੈਸੇ ਦੀ ਪਰਵਾਹ ਨਹੀਂ, ਪੈਸੇ ਜ਼ਿਆਦਾ ਨੇ, ਇਸ ਕਰਕੇ ਵੀ ਕਈ ਬੰਦਿਆਂ ਦੀ ਲੋੜ ਹੁੰਦੀ ਹੈ ਘਰ 'ਚ, ਬੰਦਿਆਂ ਦੇ ਪਰਿਵਾਰ ਵੱਡਾ ਕਰਨ ਦੀ ਲੋੜ ਹੈ। ਪਰ ਇਹਦੇ 'ਚ ਇੱਕ ਹੋਰ ਹੈਗਾ ਕਿ ਇਹਦੇ ਵਿੱਚ ਇਹਨਾਂ ਨੇ ਕਿਹਾ ਕਿ ਜਿੱਦਾਂ ਆਪਣੇ ਪ੍ਰਵਾਸੀ ਭਾਰਤੀ ਬੈਠੇ, ਬੇਸਿਕਲੀ ਤਾਂ ਇੰਡੀਆ ਦੇ ਹੀ ਹੈ, ਪੰਜਾਬ ਦੇ ਵਸਨੀਕ ਹੀ ਹੈਗੇ, ਪਰ ਜਦੋਂ NRI ਬਣ ਗਏ, ਸਿਟੀਜ਼ਨ ਬਣ ਗਏ, ਤਾਂ ਇੱਥੋਂ ਦਾ ਉਹਨਾਂ ਦਾ ਪਾਸਪੋਰਟ ਦਾ ਕੈਂਸਲੇਸ਼ਨ ਹੋ ਜਾਂਦੀ ਹੈ, ਸਾਰਾ ਕੁਝ ਹੁੰਦਾ। ਪਰ ਉਹਨਾਂ ਨੂੰ ਅਜੇ ਉਸ ਨਫਰੀ 'ਚ, ਉਸ ਗਿਣਤੀ 'ਚ ਨਹੀਂ ਰੱਖਣਾ ਚਾਹੀਦਾ, ਉਹ ਕਿ ਉਸ ਦੇਸ਼ ਦੇ ਵਸਨੀਕ ਆ। ਜਿੱਦਾਂ ਮੈਂ ਕਿਹਾ ਕਿ ਨਿਊਜ਼ੀਲੈਂਡ ਦੀ ਜਿਹੜੀ 48-45 ਲੱਖ ਦੇ ਕਰੀਬ ਪਾਪੂਲੇਸ਼ਨ ਹੈਗੀ ਆ, ਪਰ ਜੇ ਅਸੀਂ ਉੱਥੇ ਜਾ ਕੇ ਬਹਿ ਜਾਵਾਂਗੇ, ਉਹਨਾਂ ਨੂੰ ਇਨਕਲੂਡ ਤਾਂ ਅਸੀਂ ਉਹਨਾਂ ਦੇ ਵਿੱਚ ਹੀ ਆਵਾਂਗੇ। ਅਤੇ ਜਦੋਂ ਮਰਦਮਸ਼ੁਮਾਰੀ ਹੋ ਗਈ, ਅਸੀਂ ਇੰਡੀਅਨ ਤਾਂ ਨਹੀਂ ਦੇਵਾਂਗੇ ਜਦੋਂ ਅਸੀਂ ਉੱਥੋਂ ਦੇ ਸਿਟੀਜ਼ਨ ਹੋ ਗਏ। ਇਹਦਾ ਜੇ ਥੋੜ੍ਹਾ ਜਿਹਾ ਖਦਸ਼ਾ, ਇਹਦਾ ਥੋੜ੍ਹਾ ਜਿਹਾ ਭੁਲੇਖਾ ਹੈਗਾ ਹਰ ਕੰਟਰੀ ਦੇ ਨਾਲ। ਨਹੀਂ ਤਾਂ ਬਹੁਤ ਜ਼ਿਆਦਾ ਸਾਡਾ ਪੰਜਾਬ ਅੱਧਾ ਤਾਂ ਬਾਹਰ ਬੈਠਾ ਹੈ ਨਾ, ਉਹ ਤੋਂ ਬਾਅਦ ਕੇਰਲਾ, ਮਦਰਾਸ, ਕਰਨਾਟਕ, ਮੱਧ ਪ੍ਰਦੇਸ਼, ਸਾਰੇ ਲੋਕ ਬਾਹਰ ਬੈਠੇ ਆ, ਉਹ ਤਾਂ ਬਿਜ਼ਨਸ ਕਰ ਰਹੇ ਆ। ਪਰ ਜਦੋਂ ਇੰਡੀਆ 'ਚ ਆਉਂਦੇ ਆ, ਇੰਡੀਆ 'ਚ ਵੋਟਿੰਗ ਦਾ ਤਾਂ ਸਿਸਟਮ NRI ਦਾ ਵੱਖਰਾ ਦਿੰਦੇ ਆ ਸਾਰਾ ਕੁਝ, ਪਰ ਸਾਡੀ ਉਹ ਗਿਣਤੀ 'ਚ ਨਹੀਂ ਆਉਣਗੇ ਜਿਹੜੇ ਸਿਟੀਜ਼ਨ ਉੱਥੋਂ ਦੇ ਹੈਗੇ ਆ। ਉਹ ਤਾਂ ਉੱਥੋਂ ਦੇ ਵਸਨੀਕ ਹੋ ਗਏ, ਉੱਥੇ ਉਹਨਾਂ ਨੇ ਘਰ ਬਣਾ ਲਿਆ। ਤੁਸੀਂ ਕੈਨੇਡਾ ਜਾ ਕੇ ਕੋਈ ਸਰੀ ਪੂਰਾ ਪੰਜਾਬ ਨਜ਼ਰ ਆਉਂਦਾ, ਮਿਨੀ ਪੰਜਾਬ ਉਹਨੂੰ ਆਉਂਦੇ ਆ, ਸਿਆਟਲ ਤੱਕ ਪੰਜਾਬ ਆ, ਅੱਗੇ ਤੱਕ ਨਿਊਯਾਰਕ ਤੱਕ ਇਹ ਦੇਖ ਲਓ, ਅਮਰੀਕਾ, ਸਾਰਾ ਪੰਜਾਬੀ ਬੈਠੇ ਆ, ਹੈ ਨਾ। ਉਹਨਾਂ ਦੇ ਬਾਗ ਬਗੀਚੇ ਉੱਥੇ ਆ, ਦੁਨੀਆ ਉੱਥੇ ਆ। ਦੇਖੋ ਸਾਡੇ ਇੰਡੀਆ ਦੇ ਵਿੱਚ ਨਾ ਕਈ ਲੋਕ ਬੜੇ ਸੋਚ ਸਮਝ ਵਾਲੇ ਨੇ, ਜਿਹੜੀ ਮੈਟਰੋ ਸਿਟੀਜ਼ ਨੇ, ਦਿੱਲੀ ਹੋ ਗਿਆ ਔਰ ਮੁੰਬਈ ਹੋ ਗਿਆ, ਮੈਟਰੋ ਸਿਟੀਜ਼ ਨੇ, ਉੱਥੇ ਕਨਸੈਪਟ ਚੱਲਦਾ ਡਿੰਕ, DINC। ਇੱਕ ਕਾਰਪੋਰੇਟ ਦੁਨੀਆ ਦੇ ਵਿੱਚ ਚੱਲਦਾ ਹੈ। ਡਿੰਕ ਦਾ ਮਤਲਬ ਇਹ ਹੈ ਕਿ ਡਬਲ ਇਨਕਮ, ਨੋ ਚਾਈਲਡ। ਉਹਦੇ 'ਚ ਕੀ ਹੈ ਕਿ ਜਿਹੜੇ ਹਸਬੈਂਡ ਤੇ ਵਾਈਫ ਦੋਵੇਂ ਕਿਸੇ ਕਾਰਪੋਰੇਟ ਕੰਪਨੀ ਦੇ ਵਿੱਚ ਵੱਡੇ ਅਹੁਦਿਆਂ ਤੇ ਨੇ, ਔਰ ਲੱਖਾਂ ਦੇ ਉਹਨਾਂ ਦੇ ਪੈਕੇਜ ਨੇ, ਪਰ ਉਹ ਡਬਲ ਇਨਕਮ, ਦੋਵੇਂ ਇਨਕਮ ਲੈਂਦੇ ਨੇ, ਨੋ ਚਾਈਲਡ। ਮਤਲਬ ਬੱਚਾ ਪੈਦਾ ਨਹੀਂ ਕਰਦੇ। ਉਹ ਕੀ ਕਰਦੇ ਨੇ ਕਿ ਜਿਵੇਂ ਇੱਕ ਇਨਕਮ ਆਪਣੇ ਵਾਸਤੇ ਰੱਖੀ, ਔਰ ਇੱਕ ਇਨਕਮ ਲੈ ਕੇ ਉਹ ਜਿਹੜੇ ਬੱਚੇ ਜ਼ਰੂਰਤਮੰਦ ਨੇ ਉਹਨਾਂ ਨੂੰ ਸਪਾਂਸਰ ਕਰਦੇ ਨੇ। ਇਹ ਤਾਂ ਗੱਲ ਵਧੀਆ, ਸਪਾਂਸਰਸ਼ਿਪ ਦਿੰਦੇ ਨੇ, ਨੀਡੀ ਲੋਕ ਬੱਚੇ। ਯੈਸ, ਉਹ ਕਹਿੰਦੇ ਨੇ ਕਿ ਆਲਰੇਡੀ ਆਬਾਦੀ ਬਹੁਤ ਜ਼ਿਆਦਾ ਹੈ, ਤੇ ਹੋਰ ਪੈਦਾ ਕਰੋ। ਅਸੀਂ ਪਾਪੂਲੇਸ਼ਨ ਓਵਰ ਪਾਪੂਲੇਟਿਡ ਹੋ ਚੁੱਕੀ ਹੈ ਪੂਰੀ ਧਰਤੀ। ਇਹ ਜਿੰਨੀ ਪਾਪੂਲੇਸ਼ਨ ਹੈ, ਇਹਦੇ ਵਾਸਤੇ ਇੱਕ ਹੋਰ ਧਰਤੀ ਚਾਹੀਦੀ ਹੈ। ਸਹੀ ਗੱਲ,
ਠੀਕ ਹੈ ਨਾ। ਜਿਹੜੀ ਇਹ ਗੱਲ ਕੀਤੀ ਇੱਦਾਂ ਦੀ ਗੱਲ ਹੈ, ਜੇ ਪੰਜਾਬ ਵੱਲ ਵੀ ਹੈ ਜੀ, ਤਾਂ ਜਿੱਦਾਂ ਹੁਣ ਕਹਿੰਦੇ ਕਿ ਹਰ ਔਰਤ ਨੂੰ 1000 ਰੁਪਈਆ ਜਾਂ 2000 ਜਿਨ੍ਹਾਂ ਨੇ ਮੈਨੀਫੈਸਟੋ 'ਚ ਕੀਤਾ ਸਾਰਾ ਕੁਛ, ਕਿਉਂ ਨਹੀਂ ਜਿਹੜੀ ਪੰਜਾਬ ਗੌਰਮੈਂਟ ਆਪਣਾ ਸੁਝਾਅ ਇੰਪਲੀਮੈਂਟ ਤਾਂ ਇਹਨੇ ਕਰਨਾ, ਕਿਉਂ ਨਹੀਂ ਜਿਹੜੀ ਤੁਸੀਂ ਗੱਲ ਕੀਤੀ ਹੈ ਉਹਨਾਂ ਬੱਚਿਆਂ ਨੂੰ, ਉਹਨਾਂ ਕੁੜੀਆਂ ਨੂੰ, ਉਹ ਜਿਹੜੇ ਵਿਚਾਰੇ ਆਤਰ ਨੇ ਪੈਸੇ ਤੋਂ, ਜਿਹੜੇ ਪੜ੍ਹਨਾ ਚਾਹੁੰਦੇ ਆ, ਜਿਨ੍ਹਾਂ ਨੂੰ ਜੌਬ ਨਹੀਂ ਹੈਗੀ ਆ, ਇਹ ਨੀਡੀ ਬੱਚਿਆਂ ਨੂੰ ਪੈਸਾ ਉੱਧਰ ਦੇਣਾ ਚਾਹੀਦਾ ਤਾਂ ਲੋਕ ਖੁਸ਼ ਹੋਣਗੇ। ਔਰਤ ਜਿਹੜੀਆਂ ਕੰਮ ਕਰ ਰਹੀਆਂ ਘਰਾਂ 'ਚ ਬੈਠੀਆਂ, ਜਿਨ੍ਹਾਂ ਨੂੰ ਪੈਸੇ ਦੀ ਇੰਨੀ ਕੋਈ ਜ਼ਰੂਰਤ ਨਹੀਂ ਹੈਗੀ ਜੇ, ਉਹ ਤਾਂ ਇਹਨਾਂ ਨੇ ਉਸ ਪਾਸੇ ਮੈਨੀਫੈਸਟੋ 'ਚ ਪਾ ਲਿਆ। ਪਰ ਮੈਨੀਫੈਸਟੋ 'ਚ ਆਹ ਪਾਉਣਾ ਚਾਹੀਦਾ ਜਿਹੜੇ ਬੱਚੇ ਲੋੜਵੰਦ ਆ ਉਹਨਾਂ ਨੂੰ ਪੈਸਾ ਦਿੱਤਾ ਜਾਵੇ, ਉਹਨਾਂ ਨੂੰ ਅਡੋਪਟਡ ਕਰ ਲੈਣ। ਉਹ ਬੱਚੇ ਪੜ੍ਹਨ ਤੋਂ ਇੰਨੇ ਇੰਟੈਲੀਜੈਂਟ ਲੋਕ ਬੱਚੇ ਹੈਗਾ ਜਿਹਨਾਂ ਕੋਲ ਪੈਸੇ ਕਿਤਾਬਾਂ ਜੋਗੇ ਹੈ ਨਹੀਂ। ਕਈ ਟੀਚਰ ਵਿਚਾਰੇ ਉਹਨਾਂ ਨੂੰ ਪੈਸਾ ਦਿੰਦੇ ਆ, ਕਈ ਏਜੰਸੀਆਂ ਉਹਨਾਂ ਨੂੰ NGO ਪੈਸਾ ਦਿੰਦੇ ਆ। ਪੰਜਾਬ ਗੌਰਮੈਂਟ ਕਿਉਂ ਨਹੀਂ ਕਰ ਸਕਦੀ? ਇਹ ਕੰਮ ਕਰਨ ਵਾਲੀ ਗੱਲ ਹੈ। ਔਰਤਾਂ ਤਾਂ ਅੱਗੇ ਘਰ 'ਚੋਂ ਵਸਾਏ ਉਹਨਾਂ ਨੇ, ਹੈ ਨਾ, ਉਹਨਾਂ ਕੋਲ ਪੈਸਾ ਹੈਗਾ, ਸਾਰਾ ਕੁਛ ਹੈਗਾ, ਬੰਦੇ ਉਹਨਾਂ ਦੇ ਕਮਾਈਆਂ ਕਰ ਰਹੇ ਹੈਗੇ। ਫ੍ਰੀ ਆਉਣ ਜਾਣ ਤਾਂ ਬੱਸਾਂ 'ਚ ਦਿੱਤਾ, ਇਹ ਠੀਕ ਹੈਗਾ, ਟ੍ਰੇਨਾਂ 'ਚ ਫ੍ਰੀ ਕਰ ਦੇਣਾ ਉਹਨਾਂ ਨੂੰ। ਬਾਕੀ ਚੀਜ਼ਾਂ ਮੇਰਾ ਖਿਆਲ ਜਿਹੜੇ ਲੋੜਵੰਦ ਨੇ ਉਹਨਾਂ ਨੂੰ ਦੇਣੀ ਚਾਹੀਦੀ ਹੈ। ਜਿਹੜੀ ਤੁਸੀਂ ਗੱਲ ਲਿੰਕ ਦੀ ਕੀਤੀ ਹੈ, ਇਹ ਬਰਾਬਰ ਦੀ ਗੱਲ ਹੈ। ਬਿਲਕੁਲ ਠੀਕ ਹੈ। ਔਰ ਬਾਕੀ ਵੀ ਜਿਹੜਾ ਬੰਦਾ ਅਫੋਰਡ ਕਰ ਸਕਦਾ ਕਿਉਂ ਨਾ ਦਵੇ, ਜ਼ਰੂਰ, ਕਿਉਂਕਿ ਨੰਬਰ 1 ਮੈਂ ਦੁਨੀਆ ਦਾ ਅਮੀਰ ਆਦਮੀ, ਨੰਬਰ 2 ਅਮੀਰ ਆਦਮੀ, ਇਹਦੇ 'ਚ ਕੀ ਫਨ ਹੈ, ਕੀ ਚਾਰਮ ਹੈ ਇਹਦੇ 'ਚ? ਸਹੀ ਗੱਲ। ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਕਿ ਜਦੋਂ ਦੌਲਤ ਇੱਦਾਂ ਇਕੱਠੀ ਕੀਤੀ ਜਾਂਦੀ ਹੈ ਤਾਂ ਕਿਸ ਤਰੀਕੇ ਨਾਲ ਇਕੱਠੀ ਕੀਤੀ ਜਾਂਦੀ ਹੈ। ਸਭ ਨੂੰ ਸਮਝ ਹੈ ਇਸ ਗੱਲ ਦੀ। ਦੂਜੇ ਦਾ ਹੱਕ ਮਾਰ ਕੇ ਪੈਸੇ ਇੱਦਾਂ ਇਕੱਠਾ ਹੁੰਦਾ, ਇੱਦਾਂ ਹੀ ਇਕੱਠਾ ਹੁੰਦਾ ਹੈ। ਗੁਰੂ ਨਾਨਕ ਦੇਵ ਜੀ ਨੇ ਕਿਹਾ ਪਾਪਾਂ ਬਾਜ ਨਾ ਹੋਏ ਇਕੱਠੀ, ਤੇ ਮੋਇਆਂ ਸਾਥ ਨਾ ਜਾਏ। ਮਰਿਆ ਨਹੀਂ ਜਾਂਦੀ, ਇਹ ਤਾਂ ਇਕੱਠੀ ਹੁੰਦੀ ਹੈ ਪਾਪ ਨਾਲ, ਇਕੱਠੀ ਹੁੰਦੀ ਹੈ ਲੋਕਾਂ 'ਤੇ ਅਤਿਆਚਾਰ ਕਰਕੇ, ਲੋਕਾਂ ਦੇ ਮੂੰਹਾਂ 'ਚੋਂ ਪੈਸਾ ਖੋਹ ਕੇ, ਜੇਬਾਂ ਖਾਲੀ ਕਰਕੇ, ਉਹਨਾਂ ਦੇ ਜੇਬ ਤਰਾਸ਼ੀ ਕਰਕੇ ਫਿਰ ਪੈਸਾ ਇਕੱਠਾ ਹੁੰਦਾ। ਤੁਹਾਡੀ ਆਪਣੀ ਇਨਕਮ ਨਾਲ ਤਾਂ ਤੁਹਾਨੂੰ ਤੁਸੀਂ ਰੋਟੀ ਰੋਜ਼ੀ ਤੱਕ ਜੇ ਹੈ ਜੇ ਕੱਪੜਾ ਲੱਤਾ ਹੀ ਬਣਾ ਸਕਦੇ ਜੇ। ਇੰਨੀਆਂ ਵੱਡੀਆਂ ਗੱਡੀਆਂ, ਇੰਨੇ ਹਵਾਈ ਜਹਾਜ਼ ਅਤੇ ਇੰਨਾ ਕੁਝ, ਇੰਨੀ ਜ਼ਮੀਨ ਨਹੀਂ ਖਰੀਦ ਸਕਦੇ। ਪੈਸਾ ਤਾਂ ਪੈਸਾ ਉਨਾ ਹੀ ਹੁੰਦਾ ਇਕੱਠਾ, ਇਹ ਫਿਰ 2 ਨੰਬਰ 'ਚ ਹੁੰਦਾ। ਫਿਰ ਉਹ ਫੜੇ ਵੀ ਜਾਂਦੇ ਆ, ਫਿਰ ਕਾਲਾ ਧਨ ਉਹਨਾਂ ਦੇ ਆ ਜਾਂਦਾ, ਫਿਰ ਨੋਟਬੰਦੀ ਆ ਜਾਂਦੀ ਹੈ। ਉਹਨਾਂ ਲੋਕਾਂ ਲਈ ਸਾਰਾ ਕੁਝ ਹੈ। ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਸਮਝਾ ਦਿੱਤਾ ਕਿ ਪਾਪਾ ਬਾਜ ਇਕੱਠੀ ਨਹੀਂ ਹੋ ਸਕਦੀ, ਪਾਪ ਕਰਨੇ ਪੈਣਗੇ ਤਾਂ ਇਕੱਠੀ ਹੋਏਗੀ, ਪਰ ਜਦੋਂ ਦੁਨੀਆ ਨੂੰ ਛੱਡ ਕੇ ਜਾਣਾ ਉਦੋਂ ਨਾਲ ਨਹੀਂ ਜਾਣੀ, ਇੱਥੇ ਛੱਡ ਜਾਣਾ, ਤਾਂ ਫਿਰ ਕਾਹਦੇ ਵਾਸਤੇ ਮਨ ਪਾਪ ਕਰਦੇ ਪਏ ਆ? ਕਾਰੂ ਬਾਦਸ਼ਾਹ ਨੇ 40 ਗੰਜ ਜੋੜੇ ਸੀ, ਗੱਲ ਚੋਂ ਗੱਲ ਨਿਕਲਦੀ ਆ, ਲਾਹੌਰ ਦੇ ਏਰੀਏ ਦੇ ਸੀਗੇ। ਤੋ ਗੁਰੂ ਨਾਨਕ ਦੇਵ ਜੀ ਨੂੰ ਮਿਲੇ ਵੀ ਆ। ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਤੁਸੀਂ, ਤੁਹਾਡੇ ਕੋਲ ਬਹੁਤ ਕੁਝ ਧਨ ਆ, ਸਾਰਾ ਦੌਲਤ ਹੈ, ਜੇ ਤੁਸੀਂ ਜਦੋਂ ਪੂਰੇ ਹੋਏ, ਜਦੋਂ ਜਾਣਾ ਹੋ ਇਸ ਦੁਨੀਆ ਤੋਂ, ਤੇ ਇੱਕ ਸੂਈ ਲੈ ਜਾਓ ਨਾਲ। ਉਹ ਚਾਹੁੰਦਾ ਕੋਈ ਗੱਲ ਨਹੀਂ, ਦੇ ਦਿਓ, ਲੈ ਕੇ ਚੱਲ ਪਏ। ਜਾਂਦੇ ਗੁਰੂ ਸਾਹਿਬ ਨੇ ਕਹੀ ਇਹ ਕਿਉਂ ਮੋੜਾ ਮੈਂ? ਜਦੋਂ ਦੂਰ ਗਏ ਉਹਨੇ ਸੋਚਿਆ ਯਾਰ ਇਹ ਕੀ ਲੈ ਲਿਆ ਮੈਂ? ਸੂਈ ਜਦੋਂ ਮੈਂ ਖਤਮ ਹੋ ਗਿਆ ਤੇ ਸੂਈ ਕਿੱਦਾਂ ਲੈ ਜਾਊਂ ਮੈਂ? ਕਿੱਥੇ ਇਹਨੂੰ ਪਾ ਕੇ ਜਾਊਂਗਾ? ਨਾਲੇ ਤਾਂ ਚੁੱਭਦੀ ਬਹੁਤ ਆ। ਉਹ ਵਾਪਸ ਆ ਕਹਿੰਦਾ ਗੁਰੂ ਸਾਹਿਬ ਇਹ ਮੇਰੇ ਵਾਸ ਦੀ ਗੱਲ ਨਹੀਂ ਹੁੰਦੀ। ਕਿਉਂ? ਦੱਸੋ ਕੀ ਗੱਲ? ਕਹਿੰਦਾ ਨਹੀਂ ਮੈਂ ਖੜ ਹੀ ਨਹੀਂ ਸਕਦਾ। ਕਹਿੰਦੇ ਕਿਉਂ ਨਹੀਂ ਖੜ ਸਕਦੇ? ਕਹਿੰਦੇ ਨਹੀਂ ਜਦੋਂ ਮੈਂ ਜਾਣਾ ਵਾ ਉਦੋਂ ਮੈਂ ਕਿੱਦਾਂ ਜਾਊਂਗਾ? ਮੇਰੇ ਹੱਥ ਖਾਲੀ ਹੈ, ਸਾਰਾ ਕੁਛ ਹੈਗਾ। ਅਤੇ ਕਹਿੰਦੇ 40 ਗੰਜ ਕਾਹਦੇ ਲਈ ਜੋੜੇ ਜੇ? ਫਿਰ ਇਹ ਕਿੱਦਾਂ ਜਾਣਗੇ ਤੁਹਾਡੇ ਨਾਲ? ਇਹਨੂੰ ਸੋਚੋ ਵੀ ਇਹ ਤੁਹਾਡੇ ਨਾਲ ਜਾ ਸਕਦੇ ਜਦੋਂ ਮਰੋਗੇ। ਤੁਸੀਂ ਉਸੇ ਕੱਪੜੇ 'ਚ ਲਪੇਟ ਜਾਓਗੇ ਜਿੱਥੇ ਤੁਹਾਡਾ ਸੰਸਕਾਰ ਜਾਂ ਦਫਨਾਇਆ ਦਿੱਤਾ ਜਾਣਾ, ਉਹ ਕੱਪੜਾ ਵੀ ਨਾਲ ਜਾਣਾ, ਨਾਲ ਜ਼ਮੀਨ ਜਿਹੜੀ ਤੁਸੀਂ 2.5 ਗਜ ਤੇ 1.5 ਫੁੱਟ 'ਤੇ ਪੈਣਾ, ਉਹੀ ਜ਼ਮੀਨ ਆ, ਉਹ ਵੀ ਜ਼ਮੀਨ ਇੱਥੇ ਰਹਿ ਜਾਣੀ ਹੈ। ਫਿਰ ਉਹਨਾਂ ਨੂੰ ਅਕਲ ਫਿਕਰ ਚਾਹੀ ਗੱਲਾਂ ਦੀ, ਉਹ ਚਰਨੀ ਡਿੱਗ ਪਏ ਔਰ ਉਹਨਾਂ ਨੇ ਕਿਹਾ ਕਿ ਨਹੀਂ ਅੱਜ ਤੋਂ ਮੈਂ ਸਾਰਾ ਕੁਝ ਛੱਡ ਕੇ ਲੋਕਾਂ ਦੇ ਕੰਮ ਆਊਂਗਾ। ਬਿਲਕੁਲ ਸਹੀ ਗੱਲ ਹੈ। ਔਰ ਇਹ ਸੋਚੀ ਜਿੰਨੀ ਜਲਦੀ ਆ ਜਾਵੇ ਵਧੀਆ। ਇਹ ਵੀ ਨਹੀਂ ਕਿ ਇਹ ਵੀ ਨਹੀਂ ਕਿ ਤੁਸੀਂ ਇਹ ਆਪਣੇ ਪਰਿਵਾਰ ਨੂੰ ਛੱਡ ਦੇਣਾ ਹੈ, ਨਹੀਂ, ਆਪਣੀਆਂ ਜ਼ਿੰਮੇਵਾਰੀਆਂ ਨਿਭਾਓ। ਪਰ ਆ ਜਿਹੜਾ ਲੁੱਟਣ ਲੱਗੇ ਪਏ ਆ ਨਾ, ਇਹ ਜ਼ਰਾ ਸੋਝੀ ਆਣੀ ਚਾਹੀਦੀ ਹੈ ਕਿ ਕਰਦੇ ਕੀ ਪਏ ਆ। ਸਹੀ ਗੱਲ। ਸੋ ਅੱਗੇ ਵਧੀਆ ਜੀ ਆਪਾਂ। ਔਰ ਇਹਦੇ ਵਿੱਚ ਹੁਣ ਕਿਉਂਕਿ 2024 ਦੀਆਂ ਇਲੈਕਸ਼ਨਸ ਸਾਹਮਣੇ ਨੇ, ਹੁਣ BJP ਗਵਰਨਮੈਂਟ ਕਾਫੀ ਜ਼ਿਆਦਾ ਤੇਜ਼ ਹੋਈ ਹੈ, ਪੰਜਾਬ ਦੇ ਉੱਤੇ ਖਾਸ ਨਜ਼ਰ ਹੈ। ਤੇ ਪ੍ਰਾਈਮ ਮਿਨਿਸਟਰ ਮੋਦੀ ਕਹਿ ਰਹੇ ਨੇ ਕਿ ਸਿੱਖਾਂ ਸਮੇਤ ਹਰ ਵਰਗ ਤੱਕ ਪਹੁੰਚਣ ਭਾਜਪਾ ਵਰਕਰ। ਜਿਹੜੇ ਭਾਜਪਾ ਦੇ ਵਰਕਰ ਨੇ, ਜਿਹੜੇ ਕਾਰਕੁਨ ਨੇ, ਇੱਥੇ ਵੋਲੰਟੀਅਰਸ ਨੇ, ਉਹਨਾਂ ਦੇ ਉਹ ਸਿੱਖ ਸੰਗਤ ਕੋਲ ਵੀ ਜਾਣ ਤੇ ਬਾਕੀ ਥਾਵਾਂ ਤੇ ਵੀ ਜਾਣ ਤੇ ਭਾਜਪਾ ਦਾ ਜੋ ਏਜੰਡਾ ਹੈ, ਜੋ ਮੈਨੀਫੈਸਟੋ ਹੈ ਜਾਂ ਸੋਚ ਹੈ, ਉਹਨੂੰ ਘਰ ਘਰ ਪਹੁੰਚਾਉਣ ਦਾ ਕੰਮ ਕਰਨ। ਹਾਂ, ਜਦੋਂ ਤੁਸੀਂ ਗੱਲ ਕੀਤੀ ਹੈ ਕਿ ਲੋਕ ਸਭਾ 2024 ਦੀਆਂ ਇਲੈਕਸ਼ਨ ਜਿਹੜੀਆਂ ਇਸ ਵੇਲੇ ਸਿਰ 'ਤੇ, ਉਹਦੇ ਲਈ ਇਹਨਾਂ ਦੇ ਐਗਜ਼ੈਕਟਿਵ ਬਾਡੀ ਦੀ ਮੀਟਿੰਗ ਹੋਈ ਹੈ, ਸ਼ੋਕਾ ਰੋਡ ਕਾਰਜਕਾਰਨੀ ਕਮੇਟੀ ਦੀ। JP ਨੱਡਾ ਜੀ ਉਹਦੇ ਪ੍ਰਧਾਨ ਸੀਗੇ ਔਰ ਮੋਦੀ ਸਾਹਿਬ ਵੀ ਉੱਥੇ ਆਏ ਔਰ ਸਾਰਾ ਮੰਤਰੀ ਮੰਡਲ ਉੱਥੇ ਇਕੱਠਾ ਹੋਇਆ। ਸਿਲੈਕਟਡ ਜਿਹੜੇ ਉਹਨਾਂ ਦੇ ਸੂਝਵਾਨ ਨੇਤਾ ਨੇ ਉੱਥੇ ਇਕੱਠੇ ਹੋਏ ਔਰ ਉਹਨਾਂ ਨੇ ਇਕੱਠੇ ਹੋ ਕੇ ਇਹ ਗੱਲ ਕੀਤੀ ਕਿ ਇਸ ਵੇਲੇ ਇਹ ਦੇਖੋ ਕਿ ਕਿਹੜੇ ਸੂਬੇ 'ਚ ਸਾਡੀ ਥੋੜ੍ਹੀ ਕਮਜ਼ੋਰੀ ਹੈ, ਉਹ ਦੇਖਿਆ ਜਾਵੇ। ਕਿਉਂਕਿ ਉਹਨਾਂ ਨੇ ਵੇਖ ਲਿਆ ਕਿ ਗੁਜਰਾਤ 'ਚ ਤਾਂ ਅਸੀਂ ਪੂਰੀਆਂ 12 ਕਰ ਦਿੱਤੀਆਂ, ਹੋਰ ਸੂਬਿਆਂ 'ਚ ਵੀ ਸਾਡੀਆਂ ਲਗਾਤਾਰ ਜਿੱਤ ਪ੍ਰਾਪਤ ਕੀਤੀ ਆ। ਔਰ ਇਸ ਕਰਕੇ ਹੋਏ ਸੀ ਇਕੱਠੇ ਕਿ ਉਹਦੇ ਵਿੱਚ ਇਹ ਸੋਚ ਲਈ ਜਾਵੇ ਕਿੱਥੇ ਕਿੱਥੇ ਸਾਡਾ ਜਿਹੜਾ ਅੰਕੜਾ ਘਟ ਗਿਆ। ਔਰ ਮੋਦੀ ਸਾਹਿਬ ਨੇ ਜਿਹੜਾ ਤੁਸੀਂ ਕਿਹਾ ਕਿ ਸਿੱਖਾਂ ਦੀ ਗਿਣਤੀ ਜਿੱਥੇ ਜਿੱਥੇ ਹੈਗੀ ਆ, ਉਹਨਾਂ ਨੇ ਲੋਕਾਂ ਦੇ ਸਾਡੇ ਵਰਕਰ ਉਹਨਾਂ ਨਾਲ ਕੰਟੈਕਟ ਕਰਨਗੇ। ਔਰ ਸਭ ਤੋਂ ਜ਼ਿਆਦਾ ਡੋਮੀਨੇਟਿੰਗ ਏਰੀਆ ਪੰਜਾਬ 'ਚ ਹੀ ਹੈਗਾ, 65% ਇੱਥੇ ਸਿੱਖ ਕਮਿਊਨਿਟੀ ਬੈਠੀ ਹੈ। ਦੂਜੇ NRI ਸਾਡੇ ਵੀਰ ਬਾਹਰ ਬੈਠੇ ਆ ਔਰ ਹਰ ਸੂਬੇ 'ਚ ਵੀ ਹੈਗੇ ਆ। ਤੁਸੀਂ ਦੇਖ ਲਓ ਬਿਹਾਰ 'ਚ
ਬਹੁਤ ਜ਼ਿਆਦਾ ਸਿੱਖ ਕਮਿਊਨਿਟੀ ਬੈਠੀ ਆ। ਉਹਨਾਂ ਕਿਹਾ ਕਿ ਇਹਨਾਂ ਦੀ ਦੇਖੋ ਉੱਤੇ ਔਰ ਗਿਣਤੀ ਜਿਹੜੀ ਇਹਨਾਂ ਦੀ ਜਿਹੜੀ ਹੈਗੀ ਉਹ ਸਾਡੀ ਉਹਨਾਂ ਨਾਲ ਹੋਵੇਗੀ। ਉਹਨਾਂ ਨੂੰ ਪਤਾ ਜਦੋਂ ਸਿੱਖ ਸਾਡੇ ਨਾਲ ਸਹਿਮਤ ਹੋ ਗਏ ਅਤੇ ਫਿਰ ਤੀਜੀ ਵਾਰੀ ਪ੍ਰਧਾਨ ਮੰਤਰੀ ਬਣਨ ਦਾ ਜਿਹੜਾ ਸੁਪਨਾ ਸਾਕਾਰ ਕਰ ਸਕਣਗੇ। ਇਹ ਗੱਲ ਮੇਰਾ ਖਿਆਲ ਹੈ ਕਿ ਇਹਨਾਂ ਦੀ ਇਹ ਗੱਲ ਬੜੀ ਸੂਝਵਾਨ ਨੇਤਾ ਨੇ ਇਹਨਾਂ ਦੇ ਨਾਲ ਲੱਗੇ, ਜਿਹੜੇ ਉਹਨਾਂ ਦੀ ਸਲਾਹ ਨਾਲ ਚੱਲੇ ਆ। ਅਡਵਾਨੀ ਸਾਹਿਬ ਤਾਂ ਵੈਸੇ ਇਹਨਾਂ ਨੂੰ ਸਲਾਹ ਇੰਨੀ ਨਹੀਂ ਹੈ ਇਸ ਗੱਲ ਦੇ ਰਹੇ, ਨਾ ਇਹ ਲੈਂਦੀ ਆ, ਪਰ ਅਡਵਾਨੀ ਸਾਹਿਬ ਬੜੇ ਪੁਰਾਣੇ ਨੇਤਾ ਨੇ। ਉਹਨਾਂ ਦਾ ਵੀ ਜਿਹੜਾ ਪਿਆਰ ਸੀ, ਮੁਹੱਬਤ ਸੀ, ਪੰਜਾਬ ਨਾਲ ਜ਼ਿਆਦਾ ਸੀਗੀ। ਔਰ ਉਹਦੇ ਨਾਲ ਜਸਵੰਤ ਸਿਨਹਾ ਜੀ ਹੋਰ ਵੀ ਪੁਰਾਣੇ ਨੇਤਾ ਜੀ ਸੀ, ਉਹਨਾਂ ਨਾਲ ਸੀਗੇ। ਉਹਦੇ ਵਿੱਚ ਸਾਡੀ ਅਕਾਲੀ ਦਲ ਔਰ BJP ਨਾਲ ਸਮਝੌਤਾ ਰਿਹਾ ਵੀ ਹੈ। ਬਾਦਲ ਸਾਹਿਬ ਜਦੋਂ ਵੀ ਇੱਥੋਂ ਦੇ ਮੁੱਖ ਮੰਤਰੀ ਬਣੇ ਆ, ਉਹਨਾਂ ਦਾ ਪਿਆਰ, ਉਹਨਾਂ ਦੇ ਸਤਿਕਾਰ ਰਿਹਾ ਹੀ ਉਹਨਾਂ ਦਾ ਸਾਰਿਆਂ ਨਾਲ। ਔਰ ਮੋਦੀ ਸਾਹਿਬ ਦਾ ਜਿਹੜਾ ਸਾਰਾ ਸੰਕੇਤ ਪੰਜਾਬ 'ਤੇ ਆ ਬਾਦਲ ਸਾਹਿਬ ਦੇ ਨਾਲ ਹੀ। ਔਰ ਸੁਖਬੀਰ ਬਾਦਲ ਜੀ ਉੱਥੇ ਰਹੇ ਵੀ MP, ਔਰ ਹਰਸਿਮਰਤ ਉੱਥੇ ਮੰਤਰੀ ਰਹੇ ਆ। ਔਰ ਮੇਰਾ ਖਿਆਲ ਹੈ ਪੰਜਾਬ ਦੇ ਵਿੱਚ ਵੀ ਬੜਾ ਕੁਝ ਕਰਨਗੇ। ਖਾਸ ਕਰਕੇ ਪੰਜਾਬ ਦੇ ਜਿਹੜੇ ਸ਼ਹਿਰ ਨੇ, ਇੱਥੇ BJP ਦਾ ਸਾਰਾ ਰੋਬ ਹੈ ਔਰ ਇਹਨਾਂ ਦਾ ਇੱਥੇ ਵੋਟ ਬੈਂਕ ਆ। ਪਿੰਡਾਂ ਵਿੱਚ ਬਾਦਲ ਸਾਹਿਬ ਆ ਖੁਦ ਨੇ, ਮਾਲਵੇ ਵਿੱਚ ਇਹਨਾਂ ਕੋਲ ਤਾਂ ਬਹੁਤ ਕੁਛ ਹੈਗਾ। ਪਰ ਜੇ ਇਸ ਵੇਲੇ ਇਹਨਾਂ ਨੂੰ ਇੱਥੇ ਨਹੀਂ ਤਾਦਾਦ, ਇਹਨਾਂ ਨੂੰ ਬਹੁਤ ਗਿਣਤੀ ਨਹੀਂ ਮਿਲੀ, ਤਾਂ ਸੈਂਟਰ 'ਚ ਇਹਨਾਂ ਨੇ ਟੱਕਰ ਲੈ ਲੈਣੀ ਪੂਰੀ। ਔਰ ਇਸ ਕਰਕੇ ਕਿ ਅਕਾਲੀ ਦਲ ਇੱਥੋਂ ਤਾਂ ਇਸ ਵੇਲੇ ਦਾ ਉਹ ਹੈ ਨਹੀਂ ਪੈਂਤੜਾ, ਪਰ ਉੱਥੇ ਇਹਨਾਂ ਨੇ ਪੜੋਲ ਬਣਾ ਲੈਣਾ ਆਪਣਾ, ਔਰ ਇਹ ਚੱਲ ਰਹੀ ਸਰ। ਹਾਂ ਸੋ ਬਿਲਕੁਲ ਠੀਕ ਹੈ, ਕਿਉਂਕਿ ਇਹ ਸਟ੍ਰੈਟਜੀ ਰੱਖਣੀ ਪੈਗੀ। ਔਰ ਕਈ ਸੈਂਸਿਟਿਵ ਏਰੀਏ ਨੇ ਜੀ, ਕਿਉਂਕਿ BJP ਹੁਣ ਸਰਵੇ ਕਰਦੀ ਪਈ ਹੈ ਤੇ ਉਹਨਾਂ ਨੂੰ ਲੱਗਦਾ ਕਿ ਕਿੱਥੇ ਕਿੱਥੇ ਕਮਜ਼ੋਰ ਹੈ BJP, ਔਰ ਉਸ ਚੀਜ਼ ਨੂੰ ਵੀ ਤਵੱਜੋ ਦਿੰਦੇ ਪਏ ਨੇ, ਕਿਉਂਕਿ ਇਹ ਪੂਰਾ ਹੀਲਾ ਕਰਦੇ ਪਏ ਨੇ ਕਿ ਤੀਸਰੀ ਵਾਰ ਵੀ ਅਸੀਂ ਜਿੱਤੀਏ। ਪੱਕੀ ਗੱਲ, PM ਮੋਦੀ ਤੀਸਰੀ ਵਾਰ ਆਉਣ, ਰਿਪੀਟ ਹੋਣ ਇੱਕ ਵਾਰੀ ਫਿਰ ਤੋਂ। ਔਰ ਇਹ ਕਿਉਂਕਿ ਕਈ ਵਾਰ ਇਹ ਵੀ ਸੁਣਨ ਚਾਹੁੰਦਾ ਹੈ ਜੋ BJP ਵਰਕਰਸ ਨੇ ਕਿ ਅਸੀਂ ਸੰਨ 2050 ਤੱਕ ਰਹਿਣਾ ਹੀ ਰਹਿਣਾ ਹੈ। ਨਹੀਂ, ਇਹਨਾਂ ਨੇ ਕਿਹਾ, ਇਹ ਵੀ ਕਹਿੰਦੇ ਨੇ, ਅਮਿਤ ਸ਼ਾਹ ਦੀ ਇਹ ਬਿਆਨਬਾਜ਼ੀ ਉਹਨਾਂ ਨੇ ਕਿਹਾ ਹੈਗਾ। ਦੂਜੇ ਪਾਸੇ ਜੇ ਤੁਸੀਂ ਇੱਕ ਵੈਸੇ ਦੇਖ ਲਓ ਐਜ਼ ਏ ਮੀਡੀਆ ਮੈਨ, ਜਾਂ ਤੁਸੀਂ ਇੱਕ ਐਜੂਕੇਸ਼ਨ ਦੇ ਤੌਰ 'ਤੇ ਦੇਖ ਲਓ ਔਰ ਲੋਕਾਂ ਦੇ ਰਵੱਈਏ ਵੱਲ ਵੇਖ ਲਓ। ਜਿਸ ਤਰ੍ਹਾਂ ਹੁਣ ਰਾਹੁਲ ਗਾਂਧੀ ਆਲੇ ਦੁਆਲੇ ਘੁੰਮ ਰਿਹਾ, ਭਾਰਤ ਜੋੜੋ ਯਾਤਰਾ ਇਹਨਾਂ ਨੇ ਮੁਹਿੰਮ ਸ਼ੁਰੂ ਕੀਤੀ ਹੈਗੀ ਆ। ਰਿਸਪੌਂਸ ਇਹਨਾਂ ਨੂੰ ਅੱਛਾ ਮਿਲਿਆ, ਸਭ ਕੁਛ ਹੈਗਾ। ਪਰ ਉਹਦੇ ਬਾਵਜੂਦ ਜੇ ਅਸੀਂ ਉਹਨਾਂ ਦੇ ਮੁਕਾਬਲੇ ਨਾਲ ਕਾਂਗਰਸ ਨੂੰ ਵੇਖਿਆ ਜਾਵੇ ਤਾਂ ਉਹ ਜੋ ਉਹਨਾਂ ਕੋਲ ਸ਼ਕਤੀ ਆ, ਜੋ ਉਹਨਾਂ ਕੋਲ ਪਾਵਰ ਆ, ਜੋ ਉਹਨਾਂ ਕੋਲ ਇਸ ਵੇਲੇ ਸਾਰਾ ਹਜੂਮ ਆ ਵੋਟ ਬੈਂਕ ਦਾ, ਇਹ ਸ਼ਾਇਦ ਕਾਂਗਰਸ ਕੋਲ ਇਹਨਾਂ ਨਹੀਂ ਹੈਗਾ। ਕਿਉਂਕਿ ਇਸ ਕਰਕੇ ਨਹੀਂ ਹੈਗਾ ਕਿ ਰਾਹੁਲ ਗਾਂਧੀ ਦੀ ਜਿਹੜੀ ਪਕੜ ਹੈ ਨਾ ਸਿਆਸਤ 'ਤੇ, ਉਹ ਇੰਨੀ ਢਿੱਲੀ ਹੈ। ਔਰ ਜਿਹਦੇ ਵਿੱਚ ਪ੍ਰਿਅੰਕਾ ਗਾਂਧੀ ਤਾਂ ਅੱਗੇ ਆ ਸਕਦੀ ਹੈ, ਉਦੋਂ ਉਹਨੂੰ ਲੋਕ ਕਰ ਰਹੇ ਆ। ਉਹ ਜਿਹੜੀ ਇਹਨਾਂ ਦੀ ਪਕੜ ਹੈ ਨਾ, ਇਹਦੇ 'ਚ ਜੋ ਖਿੱਚਾ ਖਿਚਾਈ ਹੈ, ਜਦੋਂ ਰੱਸਾ ਨਹੀਂ ਖਿੱਚਦੇ ਇੱਕ ਦੂਜੇ ਵੱਲ, ਉਹ ਰੱਸਾ ਇਹ ਜਿਹੜਾ ਜਦੋਂ ਦੋ ਖਿੱਚਦੇ ਪਹਿਲਵਾਨ, ਔਰ ਜਿਹੜੇ BJP ਵਾਲੇ ਉਹ ਲੈ ਕੇ ਧੂ ਕੇ ਲੈ ਜਾਂਦੇ ਸਾਰੇ ਪਾਸੇ। ਪਤਾ ਨਹੀਂ ਐਤਕੀ ਵੀ ਧੱਕਾ ਲਾ ਕੇ ਲੈ ਜਾਣ ਅਤੇ ਮੋਦੀ ਸਾਹਿਬ ਉਸੇ ਤਖਤ 'ਤੇ ਫਿਰ ਬਿਰਾਜਮਾਨ ਹੋਣ ਪ੍ਰਧਾਨ ਮੰਤਰੀ ਦੇ ਤੌਰ 'ਤੇ। ਅਤੇ ਅਮਿਤ ਸ਼ਾਹ, ਰਾਜਨਾਥ ਜੀ, ਸੀਤਾ ਨਿਰਮਲ, ਸਾਰੇ ਆਪਣੇ ਉਸੇ ਉਪਾਧੀਆਂ 'ਚ ਬਹਿ ਜਾਣ। ਇਹ ਕੋਈ ਪਤਾ ਨਹੀਂ ਹੁੰਦਾ ਕਿਸ ਪਾਸੇ ਹੋ ਜਾਂਦਾ। ਔਰ ਕੰਮ ਵੀ ਕੀਤੇ ਇਹਨਾਂ ਨੇ ਬਹੁਤ। ਇਸ ਕਰਕੇ ਹੈਗਾ ਕਿ ਜਿਹੜਾ ਗਰੀਬ ਲੋਕ ਨੇ ਇੰਡੀਆ ਦੇ, ਜਦੋਂ ਉਹਨਾਂ ਨੇ ਯੋਜਨਾਵਾਂ ਬਣਾਈਆਂ, ਜਿਸ 'ਚ ਪ੍ਰਧਾਨ ਮੰਤਰੀ ਕਲਿਆਣ ਯੋਜਨਾ, ਫ੍ਰੀ ਆਫ ਕਾਸਟ ਆਟਾ, ਦਾਣੇ, ਦਾਲਾਂ, ਸਾਰਾ ਕੁਝ ਵੰਡੀਆਂ ਉਹਨਾਂ ਨੇ। ਔਰ ਕਿਉਂ ਭੁੱਲਣਗੇ ਲੋਕਾਂ ਨੂੰ? ਅਸੀਂ ਉਹਨਾਂ ਦੀ ਇਹ ਨਹੀਂ ਕਰਕੇ ਪੈਂਤਰਾਬਾਜ਼ ਨਹੀਂ ਕਰ ਰਹੇ, ਨਾ ਵੋਟਾਂ ਦੇ ਆਧਾਰ 'ਤੇ ਅਸੀਂ ਬੋਲ ਰਹੇ ਹਾਂ। ਮੀਡੀਆ ਵੱਲੋਂ ਅਸੀਂ ਗੱਲ ਕਰ ਰਹੇ ਹਾਂ। ਲੋਕ ਚਾਹੁੰਦੇ ਸਹੂਲਤਾਂ, ਲੋਕ ਚਾਹੁੰਦੇ ਆ ਜੋ ਸਾਨੂੰ ਯੋਜਨਾਵਾਂ, ਲੋਕ ਚਾਹੁੰਦੇ ਵਿਕਾਸ, ਲੋਕ ਚਾਹੁੰਦੇ ਸਾਰਾ ਕੁਝ। ਉਹ ਚਾਹੁੰਦੇ, ਉਹ ਨਹੀਂ ਚਾਹੁੰਦੇ ਕਿ ਇਹਨਾਂ ਦੇ ਭਾਸ਼ਣ ਸੁਣੀਏ। ਪਰ ਇਹਨਾਂ ਨੇ ਕੰਮ ਕੀਤਾ, ਕਰਕੇ ਦਿਖਾਇਆ। ਅੱਗੇ ਵੇਖੋ ਕੀ ਭਾ ਇਹ ਤੁਲਦਾ ਕੰਮ। ਬਿਲਕੁਲ ਜੀ, ਅੱਗੇ ਦੇਖਣਾ ਪਏਗਾ। ਔਰ ਇਸ ਵਕਤ ਪੂਰੀ ਗਹਿਮਾ ਗਹਿਮੀ ਹੈ। ਔਰ ਕਿਤੇ ਇੱਕ ਓਪੋਜੀਸ਼ਨ ਫਰੰਟ ਵੀ ਖੜਾ ਹੋ ਰਿਹਾ ਹੈ ਕਿ 3-4 ਪਾਰਟੀਆਂ ਇਕੱਠੀਆਂ ਹੋ ਕੇ BJP ਨੂੰ ਅਪੋਜ਼ ਕਰਨ ਵਾਸਤੇ, BJP ਦਾ ਸਾਹਮਣਾ ਕਰਨ ਵਾਸਤੇ ਇੱਕ ਓਪੋਜੀਸ਼ਨ ਦਾ ਫਰੰਟ ਵੀ ਤਿਆਰ ਕੀਤਾ ਜਾਵੇ। ਇਹ ਵੀ ਲੱਗੇ ਹੋਏ ਨੇ, ਮਤਲਬ ਚਾਹੁੰਦੇ ਨੇ ਕਿ ਕਿਸੇ ਵੀ ਤਰ੍ਹਾਂ BJP ਨੂੰ ਸੱਤਾ ਤੋਂ ਬਾਹਰ ਕੀਤਾ ਜਾਵੇ। ਇਹ ਸਾਰੇ ਲੱਗੇ ਹੋਏ ਨੇ। ਔਰ ਭਾਰਤ ਜੋੜੋ ਯਾਤਰਾ ਵੀ ਉਹਦੇ ਵੱਲ ਇੱਕ ਵੱਧਦਾ ਹੋਇਆ ਕਦਮ ਹੈ ਕਿ ਭਾਵੇਂ ਕਹਿਣ ਨੂੰ ਜੋ ਮਰਜ਼ੀ ਕਹਿਣ ਕਿ ਇਹ ਪੋਲੀਟੀਕਲ ਯਾਤਰਾ ਨਹੀਂ, ਇਹ ਪੋਲੀਟੀਕਲ ਯਾਤਰਾ ਹੀ ਹੈ। ਲੋਕਾਂ ਨੂੰ ਜੋੜ ਕੇ ਅੱਗੇ ਪ੍ਰੋਜੈਕਟ ਕਰਨਾ ਹੀ ਹੈ। ਔਰ ਰਾਹੁਲ ਗਾਂਧੀ ਮਤਲਬ ਚਾਂਸਿਸ ਇਹੀ ਨੇ ਕਿ ਇਹ ਪ੍ਰਧਾਨ ਮੰਤਰੀ ਦੇ ਕੈਂਡੀਡੇਟ ਹੈਗੇ ਨੇ ਕਾਂਗਰਸ ਆਈ ਵੱਲੋਂ। ਜਿਹੜੀ ਆਪੋਜੀਸ਼ਨ ਤੁਸੀਂ ਦੱਸੀ ਹੈ ਗੱਲ, ਬੜੀ ਵਧੀਆ ਪੁਆਇੰਟ ਹੈ ਕਿ ਇਹ ਤਾਂ ਨਿਤਿਸ਼ ਕੁਮਾਰ ਜੀ ਜਿਹੜੇ ਮੁੱਖ ਮੰਤਰੀ ਨੇ ਬਿਹਾਰ ਦੇ, ਉਹ ਵੀ ਜਿਹੜੀ ਆਪੋਜੀਸ਼ਨ ਨੂੰ ਇਕੱਠਾ ਕਰ ਰਹੇ, ਯੂਨਾਈਟ ਕਰ ਰਹੇ ਆ, ਬੜਾ ਵੱਡਾ ਮੋਰਚਾ ਬਣਾ ਰਹੇ ਆ। ਔਰ ਉਸੇ ਮੋਰਚੇ ਦੇ ਆਧਾਰ 'ਤੇ ਇਹ ਗੱਲ ਬਹੁਤ ਵੱਡੀ ਹੈ। ਔਰ ਜੇ ਆਪੋਜੀਸ਼ਨ ਸਾਰੀਆਂ ਇਕੱਠੀਆਂ ਹੋ ਗਈਆਂ ਤਾਂ ਇੱਕ ਬਹੁਤ ਵੱਡਾ ਮਨਸੂਬਾ, ਬਹੁਤ ਵੱਡਾ ਮੁਹਾਜ਼ ਬਣ ਗਿਆ। ਕਿਉਂਕਿ ਜਦੋਂ ਆਪਾਂ ਇਹ ਸਾਰਾ ਸਿਲਸਿਲਾ ਦੇਖਦੇ ਹਾਂ, ਜਿੱਦਾਂ ਸਟੇਟਮੈਂਟਸ ਆ ਰਹੀਆਂ ਨੇ, ਜਿੱਦਾਂ ਸਾਰਾ ਮਾਹੌਲ ਬਣਦਾ ਪਿਆ, ਓਪੋਜੀਸ਼ਨਸ ਮੋਸਟਲੀ BJP ਦੀਆਂ ਨੀਤੀਆਂ ਦੇ ਨਾਲ ਇਤਫਾਕ ਨਹੀਂ ਰੱਖਦੀਆਂ। ਸਹੀ ਗੱਲ। ਉਹ ਇਹ ਕਹਿੰਦੀਆਂ ਨੇ ਕਿ BJP ਦੀਆਂ ਨੀਤੀਆਂ ਜਿਹੜੀਆਂ ਨੇ ਉਹ ਦੇਸ਼ ਦੇ ਹਿੱਤ ਵਿੱਚ ਨਹੀਂ ਹੈਗੀਆਂ, ਇਹ ਪਾਰਟੀ ਦੇ ਹਿੱਤ ਵਿੱਚ ਨੇ। ਇਹ ਆਪਣਾ ਏਜੰਡਾ ਚਲਾਉਣਾ ਚਾਹੁੰਦੇ ਨੇ, ਇਹ ਆਪਣੇ ਮੁਤਾਬਿਕ ਸਾਰੇ ਭਾਰਤ ਨੂੰ ਬਣਾਉਣਾ ਚਾਹੁੰਦੇ ਨੇ।
ਸੰਵਿਧਾਨ ਨੂੰ ਵੀ ਆਪਣੇ ਮੁਤਾਬਿਕ ਇਹ ਇਸਤੇਮਾਲ ਕਰਦੇ ਨੇ ਆਪਣੀਆਂ ਨੀਤੀਆਂ ਨੂੰ ਲਾਗੂ ਕਰਨ ਵਾਸਤੇ। ਇਹ तमाम ਤਰ੍ਹਾਂ ਦੀਆਂ ਗੱਲਾਂ ਵਿਰੋਧੀ ਧਿਰ ਕਹਿੰਦੇ ਨੇ ਔਰ ਸਰੇਆਮ ਕਹਿੰਦੇ ਨੇ, ਸਟੇਟਮੈਂਟਸ ਆ ਰਹੀਆਂ ਨੇ। ਸੋ ਇਸ ਵਕਤ ਜਿਹੜਾ 2024 ਦਾ ਮੁਕਾਬਲਾ ਬੜਾ ਦਿਲਚਸਪ ਹੋਣ ਵਾਲਾ ਹੈ ਕਿ ਦੇਖੋ ਇਹ ਬੀਜੇਪੀ ਕਿਸ ਤਰ੍ਹਾਂ ਆਪਣਾ ਪੂਰਾ ਜ਼ੋਰ ਲਗਾਉਂਦੀ ਹੈ ਤੇ ਓਪੋਜੀਸ਼ਨਸ ਜਿਹੜੀਆਂ ਪਾਰਟੀਆਂ ਨੇ ਉਹ ਪੂਰਾ ਜ਼ੋਰ ਕਿਵੇਂ ਲਗਾਉਣਗੀਆਂ ਬੀਜੇਪੀ ਨੂੰ ਸੱਤਾ ਤੋਂ ਬਾਹਰ ਕਰਨ ਵਾਸਤੇ। ਵੈਸੇ ਤੁਹਾਡੀ ਗੱਲ ਸਹੀ ਹੈ। ਓਪੋਜੀਸ਼ਨ ਜਿਹੜੀ ਹੈ ਨਾ ਸਦਾ ਹੀ ਥੋੜ੍ਹੀ ਜਿਹੀ ਆਲੋਚਨਾ ਇਸੇ ਤਰੀਕੇ ਨਾਲ ਕਰ ਦਿੰਦੀ ਹੈ। ਓਪੋਜੀਸ਼ਨ ਦਾ ਮਤਲਬ ਵਿਰੋਧੀ ਪਾਰਟੀਆਂ, ਤੇ ਵਿਰੋਧੀ ਪਾਰਟੀਆਂ ਦਾ ਮਤਲਬ ਹੈਗਾ ਵਿਰੋਧੀ ਜਿਹੜੀਆਂ ਯੋਜਨਾਵਾਂ ਜਿਹੜੀਆਂ ਬਣੀਆਂ ਉਹਨਾਂ ਦਾ ਜਿਹੜਾ ਉਹਨਾਂ ਨੇ ਖਮਿਆਜ਼ਾ ਇਹ ਕਰਨਾ ਪੇਸ਼ ਲੋਕਾਂ ਦੇ ਕਿ ਇਹ ਤੁਹਾਡੇ ਕੰਮ ਦੀਆਂ ਨਹੀਂ ਗੀਆਂ, ਚਾਹੇ ਉਹ ਲੋਕ ਉੱਥੋਂ ਖੁਸ਼ ਹੋਣ ਚਾਹੇ ਉਹ ਨਾ ਖੁਸ਼ ਹੋਣ। ਪਰ ਜਿਹੜੀ ਵਿਰੋਧੀ ਪਾਰਟੀ ਉਹਨਾਂ ਨੇ ਕਹਿਣਾ ਕਿ ਜ਼ੀਰੋ ਕੰਮ ਹੈਗਾ, ਉਹਨਾਂ ਨੇ ਕਦੇ ਨਹੀਂ ਕਹਿਣਾ ਕਿ ਸਿਖਰਾਂ 'ਤੇ ਪਹੁੰਚ ਗਿਆ। ਇਹ ਬਾਕਾਇਦਾ ਤੌਰ 'ਤੇ ਹੁੰਦਾ, ਇਹ ਪ੍ਰਾਪੇਗੰਡਾ ਹੈਗਾ ਜਿਸ ਤਰ੍ਹਾਂ ਤਰੀਕੇ ਨਾਲ ਹੈਗਾ। ਹੁਣ ਇਹ ਰਾਹੁਲ ਗਾਂਧੀ ਜੀ ਇੱਥੇ ਆਏ ਆ, ਪੰਜਾਬ 'ਚ ਆਏ ਆ, ਪੰਜਾਬ 'ਚ ਬਹੁਤ ਘੁੰਮੇ ਫਿਰਦੇ ਨੇ। ਇਹ ਥੋੜ੍ਹਾ ਕਹਿਣਗੇ ਵੀ ਬੀਜੇਪੀ ਬੜਾ ਕੰਮ ਅੱਛਾ ਕਰ ਰਹੀ ਹੈ ਤਾਂ ਅਸੀਂ ਉਹਨਾਂ ਤੋਂ ਥੱਲੇ ਕਰਾਂਗੇ। ਕਹਿਣਗੇ ਕਿ ਅਸੀਂ ਤੁਹਾਨੂੰ ਸਿਖਰਾਂ 'ਤੇ ਪਹੁੰਚਾਵਾਂਗੇ, ਇਹਨਾਂ ਦੇ ਤੁਹਾਨੂੰ ਹਵਾ ਦੇ ਵਿੱਚ ਰੱਖਿਆ, ਤੁਸੀਂ ਅਜੇ ਵੀ ਜ਼ਮੀਨ 'ਤੇ ਰੀਂਗ ਰਹੇ ਜੇ, ਅਸੀਂ ਤੁਹਾਨੂੰ ਉੱਤੇ ਲੈ ਕੇ ਜਾਵਾਂਗੇ। ਇਹ ਬਾਕਾਇਦਾ ਤੌਰ 'ਤੇ ਹਿਊਮਨ ਸਾਈਕੀ ਆ। ਨੇਤਾ ਦੇ ਜਿਹੜੇ ਹੈਗੇ ਆ, ਜਿਹੜੇ ਝੂਠੇ ਵਾਅਦੇ ਹੈਗੇ, ਬੜਾ ਕੁਛ ਹੁੰਦਾ, ਇਹਨਾਂ ਨੂੰ ਕਰਨੇ ਪੈਣੇ ਵੀ ਆ ਔਰ ਕਰਦੇ ਆ ਵੀ ਰਹੇ ਆ ਸਾਰੇ ਜਣੇ। ਐਗਜ਼ੈਕਟਲੀ, ਔਰ ਇਹ ਸਭ ਚੱਲਣਾ ਹੈ। ਇਸ ਕਰਕੇ 2024 ਦਾ ਮੁਕਾਬਲਾ ਬੜਾ ਦਿਲਚਸਪ ਹੋਣ ਵਾਲਾ ਹੈ। ਦੇਖੋ ਕੀ ਬਣਦਾ ਉਹਦੇ ਵਿੱਚ। ਹਾਂ ਸਹੀ ਗੱਲ, ਕਿਉਂਕਿ ਸਾਰੇ ਭਾਰਤ ਵਾਸੀਆਂ ਦੀ ਵੀ ਨਜ਼ਰ ਲੱਗੀ ਹੋਈ ਹੈ। ਬਿਲਕੁਲ। ਸੋ ਜਿਹੜੇ ਇਹ ਅੰਦੋਲਨ ਚੱਲ ਰਿਹਾ ਸੀ ਕਿ ਜ਼ੀਰਾ ਸ਼ਰਾਬ ਫੈਕਟਰੀ ਬੰਦ ਕੀਤੀ ਜਾਵੇ ਕਿਉਂਕਿ ਸਾਰਾ ਪਾਣੀ ਦੂਸ਼ਿਤ ਹੋ ਗਿਆ, ਇਲਾਕੇ ਦੇ ਵਿੱਚ ਆਬੋ ਹਵਾ ਦੂਸ਼ਿਤ ਹੋ ਗਈ ਸ਼ਰਾਬ ਫੈਕਟਰੀ ਕਰਕੇ, ਤਾਂ ਫਾਈਨਲੀ ਆਰਡਰਸ ਹੋ ਗਏ ਨੇ ਪੰਜਾਬ ਗਵਰਨਮੈਂਟ ਵੱਲੋਂ ਔਰ ਜ਼ੀਰਾ ਸ਼ਰਾਬ ਫੈਕਟਰੀ ਸੀਐਮ ਮਾਨ ਨੇ ਬੰਦ ਕਰਵਾ ਦਿੱਤੀ। ਹਾਂ, ਇਹ ਬਸ ਇਹ ਮਾਮਲਾ ਬੜਾ ਲਟਕ ਰਿਹਾ ਸੀ ਔਰ ਲੋਕਾਂ ਦੀਆਂ ਅੱਖਾਂ ਵਿੱਚ ਰੜਕ ਵੀ ਰਿਹਾ ਸੀਗਾ ਕਿਉਂਕਿ ਇਹਦੇ ਵਿੱਚ ਪ੍ਰਦੂਸ਼ਣ ਵੀ ਹੋ ਗਿਆ, ਬਿਮਾਰ ਵੀ ਹੋ ਰਹੇ ਸੀ ਲੋਕ, ਬਹੁਤ ਕੁਝ ਹੋ ਰਿਹਾ ਸੀ। ਔਰ ਹੈ ਵੀ ਸ਼ਰਾਬ ਦੀ ਫੈਕਟਰੀ ਹੈ ਔਰ ਉਹ ਪਿੰਡਾਂ 'ਚ ਮਨਸੂਰਵਾਲ ਜਿੱਥੇ ਬਣਾਈ ਇਹਨਾਂ ਨੇ ਉਹਦੇ ਵਿੱਚ ਪਾਣੀ ਤਾਂ ਦੂਸ਼ਿਤ ਹੋ ਕੇ ਲੋਕਾਂ ਦੇ ਫੇਫੜੇ ਗਲ ਕੇ ਬੜਾ ਕੁਝ ਹੋਇਆ। ਡਾਕਟਰਾਂ ਨੇ ਚੈੱਕਅਪ ਵੀ ਕੀਤਾ, ਬਹੁਤ ਕੀਤਾ। ਉਹਦੇ 'ਚ ਜਿਹੜੇ ਸੁਖਬੀਰ ਬਾਦਲ ਉਹਨਾਂ ਨੇ ਬਹੁਤ ਡਟ ਕੇ ਵਿਰੋਧਤਾ ਕੀਤੀ। ਅੱਛੀ ਗੱਲ ਸੀ ਕਿ ਇਹਦੇ ਵਿੱਚ ਫਿਰ ਵੀ ਜੋ ਵਿਰੋਧੀ ਪਾਰਟੀ ਕਹਿੰਦੀ ਹੈ ਉਹੀ ਗੱਲ ਫਿਰ ਇਹਨਾਂ ਨੂੰ ਭਗਵੰਤ ਮਾਨ ਜੀ ਨੂੰ ਆਪ ਖੁਦ ਕਹਿਣੀ ਪਈ। ਉਹਨਾਂ ਨੇ ਫੌਰੀ ਤੌਰ 'ਤੇ ਐਲਾਨ ਕਰ ਦਿੱਤਾ ਕਿ ਜਿਹੜੀ ਇੱਥੋਂ ਡਿਸਟਿਲਰੀ ਹੈ ਸਾਰਾ ਕੁਝ ਉੱਥੋਂ ਇੰਡਸਟਰੀ ਚੁੱਕੀ ਜਾਊਗੀ ਤਾਂ ਕਿ ਇਮੀਡੀਏਟ ਆਂਦੇ ਬੰਦ ਕਰੋ ਇਹਨੂੰ। ਹੁਣ ਜੇ ਬੰਦ ਕਰੋ, ਪਰ ਜਦੋਂ ਲੱਗੀ ਸੀ ਉਦੋਂ ਕਿਉਂ ਨਾ ਦੇਖਿਆ? ਉਦੋਂ ਹੁਣ ਭਗਵੰਤ ਮਾਨ ਤਾਂ ਹੈ ਨਹੀਂ ਸੀ, ਉਦੋਂ ਦੂਜੀਆਂ ਸਰਕਾਰਾਂ ਸੀਗੀਆਂ, ਉਦੋਂ ਤਾਂ ਚੁੱਪ ਕਰਕੇ ਲੱਗ ਗਈ ਉੱਥੇ, ਉਦੋਂ ਪੈਸਾ ਵੀ ਆਇਆ ਅੰਦਰ, ਸਾਰਾ ਕੁਝ ਹੋ ਗਿਆ। ਹੁਣ ਇਹ ਕੋਈ ਅਮਰੀਕਨ ਕੰਪਨੀ ਤਾਂ ਨਹੀਂ ਜਿਨ੍ਹਾਂ ਨੇ ਇੱਥੇ ਆ ਕੇ ਲਾਤੀ ਜਾਂ ਜ਼ਮੀਨ ਖਰੀਦ ਲਈ, ਉਹਨੇ ਆਪਣੇ ਲੋਕ ਹੈਗੇ ਜਿਨ੍ਹਾਂ ਨੇ ਬਣਾਈ ਹੈ। ਇਹ ਪਤਾ ਨਹੀਂ ਉਦੋਂ ਕਿਉਂ ਉਹਨਾਂ ਨੂੰ ਪੂਰਾ ਆਲਾ ਦੁਆਲਾ ਧੁੰਦਲਾ ਨਜ਼ਰ ਆਉਂਦਾ, ਕਿਉਂ ਵਿਜ਼ਨ ਕਲੀਅਰ ਨਹੀਂ ਹੁੰਦਾ। ਅਸੀਂ ਪਤਾ ਕਰਦੇ ਹਾਂ, ਪਹਿਲਾਂ ਪੁਲ ਬਣਾਉਂਦੇ ਹਾਂ, ਪੁਲ ਬਣਾ ਕੇ ਫਿਰ ਉਹਨੂੰ ਤੋੜ ਦਿੰਦੇ ਹਾਂ, ਕਹਿੰਦੇ ਵੀ ਇਹਦੇ ਵਿੱਚ ਪਿੱਲਰ ਨਹੀਂ ਸੀ ਦਿੱਤੇ। ਸੜਕ ਬਣਾਉਂਦੇ ਹਾਂ, ਉਹਨੂੰ ਤੋੜ ਦਿੰਦੇ ਯਾਰ ਇਹਦੇ ਅੰਡਰਗਰਾਊਂਡ ਜਿਹੜੀਆਂ ਤਾਰਾਂ ਨਹੀਂ ਬਿਜਲੀ ਦੀਆਂ ਗਈਆਂ, ਪਾਈਪ ਨਹੀਂ ਪਾਏ, ਤੋੜੋ ਪਾਈਪ ਨਹੀਂ ਪਾਏ, ਇਹਦੇ 'ਚ ਪਾਣੀ ਦੇ ਪਾਈਪ ਨਹੀਂ ਹੈਗੇ, ਉਦੋਂ ਤੋੜ ਦਿੰਦੇ ਆ। ਇਹ ਨਹੀਂ ਪਤਾ ਲੱਗਦਾ ਕਿ ਕੀ ਤਮਾਸ਼ਾ ਹੁੰਦਾ ਕਿ ਜਦੋਂ ਪਲਾਨਿੰਗ ਪਹਿਲਾਂ ਬਣਦੀ ਉਦੋਂ ਨਹੀਂ ਪਤਾ ਕਿ ਪਾਣੀ ਦੀ ਜ਼ਰੂਰਤ ਹੈ, ਪਹਿਲਾਂ ਰੱਖ ਲਓ। ਗੱਲ ਇਹ ਹੈ ਨਾ ਕਿ ਇਹ ਸਭ ਮਿਲੀ ਭੁਗਤ ਹੁੰਦੀ ਹੈ, ਮਿਲੀ ਭੁਗਤ ਠੇਕੇਦਾਰਾਂ ਦੇ ਨਾਲ, ਕਮਿਸ਼ਨ। ਪਹਿਲਾਂ ਸੜਕ ਬਣੇਗੀ, ਟੈਂਡਰ ਪਾਸ ਹੋਣਗੇ, ਉਹ 'ਚੋਂ ਪੈਸਾ ਖਾਣਾ ਹੈ, ਫਿਰ ਪੁੱਟੋ ਜੀ ਉਹਨਾਂ ਦੇ ਵਾਟਰ ਸਪਲਾਈ, ਫਿਰ ਪਾਣਗੇ, ਫਿਰ ਟੈਂਡਰ ਪਾਸ ਹੋਣਗੇ, ਫਿਰ ਸੀਵਰੇਜ ਦਾ ਪਾਈਪ ਪਾਓ ਜੀ, ਫਿਰ ਬਣਾਓ ਜੀ, ਫਿਰ ਪਾਣਗੇ, ਹੁਣ ਫਿਰ ਪੁੱਟੋ ਜੀ ਟੈਲੀਫੋਨ ਦੀਆਂ ਲਾਈਨਾਂ, ਹੁਣ ਫਿਰ ਪੁੱਟੋ ਜੀ ਬਿਜਲੀ ਦੀਆਂ ਲਾਈਨਾਂ। ਜਿੰਨੀ ਵਾਰ ਟੈਂਡਰ ਪਾਸ ਹੋਏਗਾ, ਜਿੰਨੀ ਵਾਰ ਇਹ ਕਮਿਸ਼ਨਸ ਖਾਦੇ ਜਾਣਗੇ, ਆਪਣੀਆਂ ਜੇਬਾਂ 'ਚ ਆਉਣਗੇ। ਪੈਸੇ ਖਾਣ ਦਾ ਤਰੀਕਾ ਹੈ ਔਰ ਗਵਰਨਮੈਂਟ ਨੂੰ ਚੂਨਾ ਲੱਗਦਾ ਹੈ, ਸਰਕਾਰੀ ਖਜ਼ਾਨੇ ਨੂੰ ਚੂਨਾ ਲੱਗਦਾ ਹੈ, ਟੈਕਸ ਪੇਅਰਸ ਦੀ ਮਨੀ ਨੂੰ ਚੂਨਾ ਲੱਗਦਾ, ਉਹ ਲੱਗਣ ਦਿਓ। ਸਾਡੀਆਂ ਜੇਬਾਂ 'ਚ ਪੈਸਾ ਹੋਣਾ ਚਾਹੀਦਾ ਕਿਉਂਕਿ ਸਾਡਾ ਨੈਸ਼ਨਲ ਕਿਰਦਾਰ ਗਿਰਿਆ ਹੋਇਆ। ਬਿਲਕੁਲ ਸਹੀ ਗੱਲ। ਬਹੁਤ ਘੱਟ ਲੋਕ ਨੇ ਜਿਹੜੇ ਨੈਸ਼ਨਲ ਕਿਰਦਾਰ ਉੱਚਾ ਰੱਖਦੇ ਨੇ, ਬਾਕੀ ਨੈਸ਼ਨਲ ਕਿਰਦਾਰ ਗਿਰਿਆ ਹੋਇਆ ਹੈ। ਔਰ ਕਈ ਵਾਰ ਐਕਸਪਰਟਸ ਇਹ ਵੀ ਮੰਨਦੇ ਨੇ ਕਿ ਇਹ ਗਿਰੇ ਹੋਏ ਕਿਰਦਾਰ ਦੇ ਲੋਕ ਕਈ ਵਾਰ ਰਾਜਨੀਤੀ ਦੇ ਵਿੱਚ ਵੀ ਆ ਜਾਂਦੇ ਨੇ ਔਰ ਅਹੁਦਿਆਂ ਤੇ ਪਹੁੰਚ ਜਾਂਦੇ ਨੇ, ਫਿਰ ਉੱਥੇ ਵੀ ਇਹੀ ਕਰਤੂਤਾਂ ਕਰਦੇ ਨੇ ਜੋ ਪਹਿਲਾਂ ਤੋਂ ਕਰਦੇ ਆ ਰਹੇ ਨੇ ਕਿਉਂਕਿ ਮਾਈਂਡ ਸੈਟ ਹੋਈ ਹੈ ਨਾ, ਸੋਚ ਹੋਈ ਹੋਏ। ਇਸ ਕਰਕੇ ਲੁੱਟਣਾ ਹੀ ਲੁੱਟਣਾ ਹੈ, ਇਸ ਪਾਸਿਓਂ ਨਹੀਂ ਤੇ ਉਸ ਪਾਸਿਓਂ ਸਹੀ। ਹੁਣ ਜਿਹੜੀ ਇਹ ਗੱਲ ਲਟਕਦੀ ਰਹੀ ਪਹਿਲੋਂ, ਜੇ ਵਿਰੋਧੀ ਪਾਰਟੀਆਂ ਦੇ ਲੋਕ ਨਾ ਆਉਂਦੇ ਜਾਂ ਇਹਦੇ ਵਿੱਚ ਜਿਹੜੀਆਂ ਹੈਗੀਆਂ ਸਾਡੇ ਕਿਸਾਨ ਯੂਨੀਅਨ ਦੀਆਂ ਨੇਤਾ ਨੇ ਉਹ ਨਾ ਆਉਂਦੇ, ਨਾ ਉੱਥੇ ਧਰਨੇ ਦਿੰਦੇ, ਸਭ ਕੁਛ ਹੁੰਦਾ ਤੇ ਸਰਕਾਰ ਸੁੱਤੀ ਪਈ। ਕਿਉਂਕਿ ਭਗਵੰਤ ਮਾਨ ਨੇ ਤਾਂ ਫਿਰ ਕਿਹਾ, ਮੇਰਾ ਖਿਆਲ ਜੇਤੂ ਪਤਾ ਕੌਣ ਹੈਗੇ ਆ? ਲੋਕ, ਜਿਹਦੇ ਵਿੱਚ ਬਾਕੀ ਏਜੰਸੀਆਂ, ਜਿਹੜੇ ਵਿੱਚ ਵਿਰੋਧੀ ਪਾਰਟੀਆਂ ਉਹ ਜੇਤੂ ਰਹੇ ਆ। ਉਹਨਾਂ ਨੇ ਗੱਲ ਉੱਥੋਂ ਤੱਕ ਪਹੁੰਚਾਈ ਤੇ ਫਿਰ ਬੰਦ ਹੋਇਆ ਤੇ ਫਿਰ ਲੋਕਾਂ ਨੂੰ ਸੁੱਖ ਦਾ ਸਾਹ ਆਇਆ, ਨਹੀਂ ਤਾਂ ਸਾਹ ਲੈਣਾ ਤਾਂ ਉੱਥੇ ਔਖਾ ਸੀਗਾ। ਇਸੇ ਕਰਕੇ ਔਖਾ ਸੀ। ਇੱਕ ਪਾਸੇ ਤਾਂ ਅਸੀਂ ਨਸ਼ਿਆਂ ਨੂੰ ਬੰਦ ਕਰ ਦਾਂਗੇ, ਅਸੀਂ ਨਸ਼ੇ ਨਹੀਂ ਇੱਥੇ ਵਰਤਾਉਣ ਦੇਣੇ, ਅਸੀਂ ਨਸ਼ਿਆਂ ਦੀ ਜਿਹੜੀ ਉਹ ਲੋਕਾਂ ਨੂੰ ਆਦਤ ਨਹੀਂ ਪਾਉਣੀ, ਤੇ ਦੂਜੇ ਪਾਸੇ ਸ਼ਰਾਬ ਦੀਆਂ ਫੈਕਟਰੀਆਂ ਉੱਥੇ ਲਾ ਲਈਆਂ, ਉੱਥੇ ਸਾਰਾ ਕੁਛ ਹੈਗਾ। ਫਿਰ ਇਹ ਕੱਲ੍ਹ ਨੂੰ ਇੱਥੇ ਫੀਮ ਦੀ ਖੇਤੀ ਵੀ ਸ਼ੁਰੂ ਕਰ ਦੇਣਗੇ, ਡੋਡਿਆਂ ਦੀ ਖੇਤੀ ਵੀ ਕਰ ਦੇਣਗੇ, ਬੜਾ ਕੁਛ ਕਰ ਦੇਣਗੇ ਜੀ, ਆਮਦਨ ਦਾ ਜ਼ਰੀਆ ਹੈਗਾ। ਪਰ ਇਹਨਾਂ ਨੂੰ ਇਹ ਨਹੀਂ ਪਤਾ ਜਵਾਨੀ ਖਤਮ ਹੋ ਰਹੀ ਆ, ਜਵਾਨੀ ਜਿਹੜੀ ਹੈ ਇਸ ਜੇਲ੍ਹਣ 'ਚ ਫਸ ਗਈ ਹੈ, ਦਲਦਲ 'ਚ ਫਸ ਗਈ ਹੈ, ਉਹਨੂੰ ਕਿਹਨੇ ਕੱਢਣਾ ਹੈਗਾ? ਇਸੇ ਕਰਕੇ ਪੇਰੈਂਟਸ ਜ਼ਮੀਨਾਂ ਵੇਚ ਰਹੇ ਆ, ਘਰ ਵੇਚ ਰਹੇ ਆ, ਪਲਾਟ ਵੇਚ ਰਹੇ ਆ। ਵੇਚੋ ਅਤੇ ਬੱਚਿਆਂ ਨੂੰ ਬਾਹਰ ਕੱਢੋ, ਘੱਟੋ ਘੱਟ ਸੁੱਖ ਦਾ ਸਾਹ ਲੈਣਗੇ, ਅਸੀਂ ਵੀ ਸੁੱਖ ਦਾ ਸਾਹ ਲਵਾਂਗੇ, ਨਸ਼ਿਆਂ ਤੋਂ ਦੂਰ ਰਹਿਣਗੇ।
ਘੱਟੋ ਘੱਟ ਆਹ ਕਤਲ ਗਰੋਹ ਜਿਹੜੇ ਆ ਰਹੇ ਆ, ਜਿਹੜੇ ਗੈਂਗਵਾਦ ਆ ਰਹੇ ਆ, ਇਹ 'ਚੋਂ ਤਾਂ ਬਚਣਗੇ। ਇਸ ਕਰਕੇ ਇਹ ਧਰਤੀ ਹੁਣ ਉਹ ਧਰਤੀ ਨਹੀਂ ਰਹੀ ਜਿਹੜੀ ਅਸੀਂ ਅੱਜ ਤੋਂ ਪਹਿਲਾਂ ਕਹਿੰਦੇ ਸੀ, ਜੋ ਪ੍ਰਤਾਪ ਸਿੰਘ ਕੈਰੋਂ ਦੇ ਵੇਲੇ ਦੀ। ਸਹੀ ਗੱਲ ਹੈ। ਔਰ ਤੁਸੀਂ ਦੇਖੋ ਸ਼ਰਾਬ ਦੀਆਂ ਫੈਕਟਰੀਆਂ, ਸ਼ਰਾਬ ਸਸਤੀ ਵੀ ਕਰ ਦਿੱਤੀ। ਉਹ ਵੀ ਕੀਤੀ। ਔਰ ਜਦੋਂ ਮਹਾਂਮਾਰੀ ਸੀ ਕਰੋਨਾ, ਉਦੋਂ ਫਿਰ ਸ਼ੁਰੂ ਰਹੀ ਹੈ। ਉਹ ਹੁਣ ਭਗਵੰਤ ਮਾਨ ਨੇ ਤਾਂ ਨਹੀਂ ਕੀਤੀ, ਉਦੋਂ ਤਾਂ ਦੂਜੀ ਕਾਂਗਰਸ ਸੀਗੀ ਹੈ ਨਾ, ਉਹਨਾਂ ਨੇ ਕੀਤਾ ਸੀ। ਉਦੋਂ ਸਾਰੇ ਠੇਕੇ ਖੁੱਲ੍ਹੇ, ਤੁਹਾਨੂੰ ਆਟਾ ਦਾਣਾ ਕਿਤੇ ਮਿਲਦਾ ਨਹੀਂਗਾ, ਸਬਜ਼ੀਆਂ ਕਿਤੇ ਮਿਲਦੀਆਂ ਨਹੀਂ, ਦੁਕਾਨਾਂ ਕਰਿਆਨੇ ਦੀਆਂ ਸਾਰਾ ਗਰੋਸਰੀ ਨਹੀਂ ਸੀ ਮਿਲਦੀ, ਦਾਰੂ ਖੁੱਲ੍ਹੀ ਮਿਲਦੀ ਸੀ, ਜਿੱਥੇ ਮਰਜ਼ੀ ਲਾਓ, ਖੁੱਲ੍ਹੇ ਠੇਕੇ। ਇਹ ਦੇਖ ਲਓ, ਇਹ ਆਮਦਨ ਦਾ ਇੱਕ ਹੋਰ ਚੀਜ਼ ਹੈ ਜ਼ਰੀਆ। ਜਿੱਦਾਂ ਸ਼ਰਾਬ ਹੈ ਉੱਦਾਂ ਸਮੋਕਿੰਗ, ਸਿਗਰਟ। ਹੁਣ ਬੀੜੀ ਦੀ ਜਿਹੜੀ ਇੰਡਸਟਰੀ ਹੈ, ਇੱਕ ਤਾਂ ਹੁੰਦੀ ਸਿਗਰਟ, ਇੱਕ ਜਿਹੜੇ ਬੀੜੀਆਂ ਪੀਂਦੇ ਨੇ, ਉਹ ਬੀੜੀ ਉਦਯੋਗ ਦੇ ਵਿੱਚ ਮੈਕਸਿਮਮ ਲੋਕ ਲੱਗੇ ਹੋਏ ਨੇ। ਔਰਤਾਂ ਤੱਕ ਬੀੜੀਆਂ ਬਣਾਉਂਦੀਆਂ ਨੇ, ਬੱਚਿਆਂ ਨੂੰ ਵੀ ਰੱਖਿਆ ਜਾਂਦਾ, ਉਹ ਵੀ ਫੈਕਟਰੀ ਦੇ ਵਿੱਚ ਬੀੜੀਆਂ ਬਣਾ ਰਹੇ ਨੇ। ਹੁਣ ਜਦੋਂ ਅਸੀਂ ਨਸ਼ੇ ਬੰਦ ਕਰਨ ਦੀ ਗੱਲ ਕਰਦੇ ਹਾਂ, ਇੱਕ ਟੈਗ ਲਿਖ ਦਿੱਤਾ, ਸਿਗਰਟ ਪੀਣਾ ਸਿਹਤ ਕੇ लिए हानिकारक है, शराब पीना सेहत के लिए हानिकारक है, फिर बेचते क्यों पए हो? सही गल, बनवाते क्यों पए हो? हाँ, जे हानिकारक है तो ठीक है। ਹੁਣ ਉਹ ਜਿਹੜੀ ਬੀੜੀ ਇੰਡਸਟਰੀ ਹੈ, ਉਹ ਛੁਪਿਆ ਹੋਇਆ ਉਦਯੋਗ ਹੈ, ਕਿਉਂਕਿ ਮੈਕਸਿਮਮ ਲੋਕ ਉਹਦੇ 'ਚ ਇੰਪਲੋਇਮੈਂਟ ਮਿਲੀ ਹੋਈ ਹੈ। ਉਸ ਦੇ ਬਾਰੇ ਕੋਈ ਗੱਲ ਨਹੀਂ ਹੋਏਗੀ। ਜਦੋਂ ਨਸ਼ੇ ਨੂੰ ਰੋਕਣ ਦੀ ਗੱਲ ਹੋਏਗੀ ਤੇ ਜਿਹੜੀ ਮਹਿੰਗੀ ਸਿਗਰਟ ਹੈ ਨਾ, ਉਹਨੂੰ ਹੋਰ ਮਹਿੰਗੀ ਕਰ ਦੇਣਗੇ। ਹੁਣ ਜਿਹੜੀ ਮਹਿੰਗੀ ਸਿਗਰਟ ਪੀਂਦੇ ਪਏ ਨੇ, ਉਹ ਤਾਂ ਆਲਰੇਡੀ ਰਿਚ ਲੋਕ ਨੇ, ਉਹ ਹੋਰ ਮਹਿੰਗੀ ਕਰ ਦਿਓਗੇ ਤੇ ਉਹ ਤਾਂ ਅਫੋਰਡ ਕਰ ਸਕਦੇ ਨੇ, ਉਹ ਤਾਂ ਪੀਣਗੇ। ਇਹ ਆਈ ਵਾਸ਼ ਹੈ ਕਿ ਦੇਖੋ ਸਿਗਰਟ ਮਹਿੰਗੀ ਕਰ ਦਿੱਤੀ, ਇਹਦੇ ਨਾਲ ਸਿਗਰਟ ਪੀਣਾ ਘੱਟ ਹੋ ਜਾਊਗਾ ਜਾਂ ਰੁਕ ਜਾਊਗਾ? ਕਿੱਥੋਂ ਰੁਕੇਗਾ? ਮਹਿੰਗੀ ਸਿਗਰਟ ਖਰੀਦਣ ਵਾਲੇ ਬੈਠੇ ਨੇ, ਉਹਨਾਂ ਕੋਲ ਹੋਰ ਮਹਿੰਗੇ ਪੈਸੇ ਹੈਗੇ ਨੇ, ਉਹ ਖਰੀਦ ਸਕਦੇ ਨੇ। ਅਸਲੀ ਗੱਲ ਇਹ ਕਰੋ ਕਿ ਜਿਹੜਾ ਸਸਤਾ ਨਸ਼ਾ, ਤੰਬਾਕੂ ਆ, ਨਿੱਕੇ ਨਿੱਕੇ ਪਾਊਚ ਜ਼ਰਦੇ ਮੂੰਹ 'ਚ ਪਾਈ ਫਿਰਦੇ ਨੇ, ਇਹ ਸਸਤੇ ਨਸ਼ੇ, ਇਹ ਮੈਕਸਿਮਮ ਨੇ। ਇਹਨੂੰ ਕਿਉਂ ਨਹੀਂ ਰੋਕਦੇ? ਕਿਉਂਕਿ ਇੱਥੋਂ ਇਨਕਮ ਮਿਲਦੀ ਪਈ ਹੈ। ਸੋ ਗੱਲ ਤਾਂ ਸਾਰੀ ਇਹ ਹੈ ਕਿ ਐਕਸਾਈਜ਼ ਡਿਊਟੀ ਆ ਰਹੀ ਹੈ। ਬਾਕੀ ਗੱਲਾਂ ਨੇ, ਤੁਸੀਂ ਫਿਲਮ ਦੇਖਣ ਜਾਓ ਤੇ ਸਕਰੀਨ ਦੇ ਉੱਤੇ ਆਏਗਾ ਜੀ, ਸਿਗਰਟ ਪੀਣੇ ਸੇ, ਸ਼ਰਾਬ ਪੀਣੇ ਸੇ ਕੈਂਸਰ ਰੋਗ ਹੋ ਜਾਂਦਾ ਹੈ। ਉਹਦਾ ਕੀ ਕਰੀਏ? ਇੱਦਾਂ ਕੈਪਸ਼ਨਸ ਦਿਖਾਉਣ ਨਾਲ ਕੀ ਹੋਏਗਾ? ਜਦੋਂ ਖੁੱਲ੍ਹੇਆਮ ਵਿਕਦੀ ਪਈ, ਸਰੇਆਮ ਵਿਕਦੀ ਪਈ ਹੈ। ਔਰ ਅਸੀਂ ਇਹ ਵੀ ਦੇਖਦੇ ਹਾਂ ਕਿ ਜਿਹੜੇ ਨਾਜਾਇਜ਼ ਨਸ਼ੇ ਵਿਕਦੇ ਪਏ ਨੇ, ਜਿਵੇਂ ਚਿੱਟਾ, ਪਤਾ ਨਹੀਂ ਹੋਰ ਕੀ ਸਿੰਥੈਟਿਕ ਨਸ਼ੇ ਨੇ, ਉਹਨਾਂ ਵਿੱਚ ਜਦੋਂ ਖੋਜ ਕੀਤੀ ਜਾਂਦੀ ਹੈ ਤਾਂ ਕਈ ਵਾਰ ਕਈ ਪੋਲੀਟੀਕਲ ਲੀਡਰਸ ਵੀ ਉਹਦੇ 'ਚ ਇਨਵੋਲਵ ਪਾਏ ਜਾਂਦੇ ਨੇ। ਹਾਂ, ਸਹੀ ਗੱਲ। ਸੋ ਕਹਿੰਦੇ ਨੇ ਕਿ ਨੈਟਵਰਕ ਹੈ, ਤਾਂ ਕਿਤੇ ਨਾ ਕਿਤੇ ਇਹ ਵੀ ਕਿਹਾ ਜਾਂਦਾ ਕਿ ਕੋਈ ਵੱਡੇ ਆਫਿਸਰਸ ਵੀ ਉਹਦੇ ਵਿੱਚ ਇਨਵੋਲਵ ਪਾਏ ਜਾਂਦੇ ਨੇ, ਕਿਉਂਕਿ ਇਹ ਸਾਈਡ ਬਿਜ਼ਨਸ ਹੈ ਉਹਨਾਂ ਦਾ, ਔਰ ਇਹ 'ਚੋਂ ਜ਼ਿਆਦਾ ਤੋਂ ਜ਼ਿਆਦਾ ਇਨਕਮ ਹੁੰਦੀ ਹੈ। ਇਹ ਵੀ ਅਸੀਂ ਸੁਣਨ ਨੂੰ ਬੈਠੇ ਹਾਂ ਕਿ ਇਹ ਵੀ ਗੱਲਾਂ ਸੁਣਨੀਆਂ ਪੈਂਦੀਆਂ ਨੇ ਪੰਜਾਬ ਦੀ ਧਰਤੀ ਦੇ ਉੱਤੇ, ਕਿ ਜਿੱਥੇ ਅਸੀਂ ਗੱਲ ਕਰਦੇ ਹਾਂ ਗੁਰੂ ਸਾਹਿਬਾਨ ਦੀ, ਅਸੀਂ ਗੱਲ ਕਰਦੇ ਹਾਂ ਬਾਣੀ, ਪਵਿੱਤਰ ਬਾਣੀ ਦੀ, ਉੱਥੇ ਸਾਨੂੰ ਨਸ਼ਿਆਂ ਬਾਰੇ ਵੀ ਡਿਸਕਸ ਕਰਨਾ ਪੈਂਦਾ। ਸਹੀ ਗੱਲ। ਇੱਕ ਗੱਲ ਇਹ ਵੀ 'ਚ ਹੈਗੀ, ਜਿੱਦਾਂ ਤੁਸੀਂ ਦੱਸਿਆ ਕਿ ਨਸ਼ਿਆਂ ਦਾ ਜਿਹੜੇ ਬਿਜ਼ਨਸ ਆ, ਜਿੱਦਾਂ ਇੰਡਸਟਰੀਆਂ ਲਾਤੀਆਂ, ਬੱਚੇ ਔਰਤਾਂ ਕੰਮ ਕਰਦੀਆਂ ਉਹਦੇ 'ਚ, ਇਹਨਾਂ ਦਾ ਉੱਧਰ ਧਿਆਨ ਨਹੀਂ ਜਾਂਦਾ ਕਿ ਚਾਈਨਾ ਵਰਗੇ ਕੰਟਰੀ ਨੇ ਜਿਹੜਾ ਇਲੈਕਟ੍ਰੋਨਿਕਸ ਦਾ, ਛੋਟੀ ਇੰਡਸਟਰੀ ਦਾ ਪਿੰਡਾਂ 'ਚ ਪਾ ਦਿੱਤਾ ਸਾਰਾ ਕੁਛ, ਜਿੱਥੇ ਐਗਰੋ ਇੰਡਸਟਰੀ ਆ, ਸਾਰੀਆਂ ਚੀਜ਼ਾਂ ਹੈਗੀਆਂ, ਮੁੰਡੇ ਕੰਮ ਕਰ ਸਕਦੇ ਆ, ਉਹਨਾਂ ਨੂੰ ਪੈਸਾ ਦੇ ਕੇ ਕੰਮ ਨਹੀਂ ਕਰਾ ਸਕਦੇ। ਇਹ ਨਸ਼ਿਆਂ ਵਾਲੇ ਪਾਸੇ ਤਾਂ ਸਾਰਾ ਕੁਛ ਹੈ ਕਿ ਬਣਦਾ ਵੀ ਇੱਥੇ ਆ। ਚਿੱਟੇ ਜਦੋਂ ਵਿਕਦਾ ਉੱਥੇ ਐਰੋ ਮਾਰਕ ਦਿੱਤੇ, ਇੱਥੋਂ ਲੈ ਲਓ ਜੀ, ਇੱਧਰੋਂ ਲੈ ਲਓ। ਉਹ 'ਚ ਸ਼ਰਾਬ ਦਾ ਵੀ ਦੇਸੀ ਵੀ ਬਣਦੀ ਆ, ਜਿਹੜੀ ਆਮ ਲੋਕ ਪੀਂਦੇ ਆ, ਘਰਾਂ 'ਚ ਵੀ ਬਣਦੀ ਆ। ਉਦੋਂ ਪੁਲਿਸ ਤੇ ਵਿਜੀਲੈਂਸ ਤੇ ਉਦੋਂ ਕਿੱਥੇ ਗਈ ਹੁੰਦੀ ਹੈ। ਅਤੇ ਹੁਣ ਇਹਨਾਂ ਚੀਜ਼ਾਂ ਲਈ ਬਹੁਤ ਹੈਗਾ। ਇੱਕ ਕੰਮ ਤਾਂ ਵਧੀਆ ਹੋਇਆ ਕਿ ਅੱਗੇ ਸਿਗਰਟ ਜਿਹੜੀ ਹੈਗਾ, ਸਿਗਰਟ ਨੋਸ਼ੀ ਜਿਹੜੀ ਹੈ ਪਬਲਿਕ ਪਲੇਸ 'ਤੇ ਹੁੰਦੀ, ਪਾਰਕਾਂ ਵਿੱਚ ਪੀਂਦੇ, ਗੱਡੀਆਂ 'ਚ ਬਹਿ ਕੇ ਪੀਂਦੇ, ਜਦੋਂ ਤੁਸੀਂ ਟ੍ਰੇਨ 'ਤੇ ਸਫ਼ਰ ਕਰ ਰਹੇ ਤੁਹਾਡੇ ਨਾਲ ਹੀ ਬਹਿ ਕੇ ਪੀ ਜਾਂਦੇ ਆ। ਔਰ ਬੀੜੀ ਤਾਂ ਬਹੁਤ ਖਤਰਨਾਕ ਹੈ, ਤੁਹਾਡੇ ਫੇਫੜਿਆਂ ਨੂੰ ਬਹੁਤ, ਉਹਨਾਂ ਪੀਣ ਵਾਲੇ ਦੇ ਫੇਫੜੇ ਨੂੰ ਨਹੀਂ ਜਾਊਗੀ, ਜਿੰਨਾ ਤੁਹਾਡਾ ਨੇੜੇ ਬੈਠਾ ਸਾਹ ਲੈ ਰਿਹਾ ਉਹਨੂੰ ਜਾਊਗੀ। ਔਰ ਇਹਨਾਂ ਚੀਜ਼ਾਂ ਤੋਂ ਚਲੋ ਇਹ ਪਬਲਿਕ ਪਲੇਸ 'ਤੇ ਤਾਂ ਨਹੀਂ ਹੁੰਦੇ, ਬੜੇ ਜ਼ੋਰ ਨਾਲ ਇਹਨਾਂ ਨੇ ਇੰਪਲੀਮੈਂਟ ਕੀਤਾ। ਔਰ ਇਹ ਚੀਜ਼ਾਂ ਜਿਹੜੀਆਂ ਹੈਗੀਆਂ, ਇਹਦਾ ਬਿਮਾਰੀ ਦੀ ਜੜ ਅੱਗੇ ਦੇਸ਼ 'ਤੇ ਮਿੱਟੀ ਘਟਾ, ਅੱਗੇ ਅਸੀਂ ਮਿੱਟੀ ਫੱਕ ਰਹੇ ਹਾਂ, ਸਾਰਾ ਕੁਛ ਹੈਗਾ। ਦੂਜਾ ਫਿਰ ਨਸ਼ੇ ਆ ਗਏ, ਫਿਰ ਜੀਣਾ ਕਿੱਥੋਂ ਤੱਕ ਆਗਾ? ਫਿਰ ਇਹਦੇ ਐਵਰੇਜ ਏਜ ਹੈ ਨਹੀਂ, ਐਵਰੇਜ ਏਜ 60 ਜਾਂ ਕਿੰਨੀ, ਕਿੱਥੋਂ ਆਊਗੀ? ਕਿੱਥੋਂ 100 ਸਾਲ ਤੱਕ ਤੁਸੀਂ ਜਾਓਗੇ? ਤਾਂ ਸਾਹ ਤੁਸੀਂ ਗਲਤ ਲੈਣਾ, ਸਾਹ ਦੇ ਨਾਲ ਹੀ ਤੁਹਾਡੀ ਹੈਗੀ ਹੈ ਬਿਮਾਰੀਆਂ। ਫੇਫੜੇ ਕਾਹਦੇ ਨਾਲ ਗਲਣਗੇ? ਇਹ ਗੰਦੇ ਸਾਹ ਨਾਲ। ਤੁਹਾਡੀ ਐਵਰੇਜ ਜਿਹੜੀ ਪੋਲੂਸ਼ਨ ਦੀ ਹੈਗੀ ਹੈ, ਜਿਹੜੀ ਸਾਹ ਲੈਣ ਦੀ ਪ੍ਰਕਿਰਿਆ ਲੈਂਦੇ ਜੇ ਹਵਾ 'ਚੋਂ, ਹਵਾ ਤਾਂ ਪ੍ਰਦੂਸ਼ਿਤ ਹੈ ਸਾਰੀ, ਉਹਦੇ ਨਾਲ ਸਾਰਾ ਕੁਝ। ਤੁਹਾਨੂੰ ਪਾਣੀ ਪੀਓਗੇ ਯੂਰੇਨੀਅਮ ਹੈ ਨਾ, ਕੀ ਖਾਓਗੇ ਅਤੇ ਕੀ ਪੀਓਗੇ ਅਤੇ ਮਰੋਗੇ ਨਾ ਫਿਰ ਆਪੋ ਵਿੱਚ। ਤਦੇ ਲੋਕਾਂ ਨੂੰ ਚਾਹੁੰਦੇ, ਉਹ ਕਹਿੰਦੇ ਯਾਰ ਬਾਹਰ ਕਿਉਂ ਚਲੇ ਗਏ ਜੀ, ਇਹ ਬਚੇ ਆ ਲੋਕ, ਇਸੇ ਕਰਕੇ ਬਚੇ ਆ। ਅਸੀਂ ਕਹਿੰਦੇ ਹਾਂ ਗੁਰੂਆਂ ਪੀਰਾਂ ਦੀ ਧਰਤੀ ਹੈ, ਸਾਰਾ ਕੁਛ ਹੈ, ਗੁਰੂ ਸਾਹਿਬਾਨ ਬੜਾ ਕੁਛ ਕਰ ਗਏ, ਪਰ ਗੁਰੂ ਸਾਹਿਬਾਨ ਨੇ ਕਿਹਾ ਤੇ ਅਮਲ ਕਰੋ, ਇਹਨਾਂ ਚੀਜ਼ਾਂ 'ਤੇ ਅਮਲ ਕਰੋ, ਕੁਦਰਤ ਨਾਲ ਨਾ ਲੜੋ, ਆਹ ਕਰੋ ਹੈ ਨਾ। ਉਹ ਚੀਜ਼ਾਂ ਤੋਂ ਅਸੀਂ ਦੂਰ ਹੋ ਗਏ, ਰੁੱਖ ਕਟਾਤੇ, ਸਾਰਾ ਕੁਛ ਜ਼ਮੀਨਾਂ ਪੁੱਟਤੀਆਂ। ਹੁਣ ਜੋਸ਼ੀ ਮੱਠ ਜਿਹੜਾ ਥੱਲੇ ਧੱਸ ਰਹੀ ਜ਼ਮੀਨ, ਸਾਰਾ ਕੁਛ, ਇਹੀ ਵਿਪਤਾ ਆ ਰਹੀਆਂ, ਬੜਾ ਕੁਛ ਹੈਗਾ। ਪੰਜਾਬ ਵੀ ਵਿਪਤਾ 'ਚੋਂ ਗੁਜ਼ਰ ਰਿਹਾ, ਬਾਕੀ ਸੂਬੇ ਵੀ ਗੁਜ਼ਰ ਰਹੇ। ਔਰ ਜਦੋਂ ਦੇਸ਼ ਆਜ਼ਾਦ ਹੋਇਆ ਨਾ, ਉਦੋਂ ਕਈ ਚਿੰਤਕ, ਕਈ ਵਿਚਾਰਕ ਬੈਠੇ ਸੀ। ਉਹਦੇ ਵਿੱਚੋਂ ਇੱਕ ਨਾਂ ਆਉਂਦਾ ਹੈ ਡਾਕਟਰ ਰਾਮ ਮਨੋਹਰ ਲੋਹੀਆ। ਉਹਨਾਂ ਦੇ ਨਾਂ ਦੇ ਉੱਤੇ ਬਹੁਤ ਵੱਡਾ ਹਸਪਤਾਲ ਵੀ ਹੈ, ਹਸਪੀਟਲ ਵੀ ਹੈ। ਉਹਨਾਂ ਨੇ ਗੱਲ ਕਹੀ ਸੀ ਕਿ ਸਾਡੇ ਭਾਰਤ ਦੇ ਵਿੱਚ ਗਰੀਬੀ ਹੈ, ਔਰ ਪਿੰਡਾਂ ਦੇ ਵਿੱਚ ਜਿਹੜੇ ਬੈਠੇ ਨੇ ਕਾਰੀਗਰ ਬੈਠੇ ਨੇ ਕਮਾਲ ਦੇ। ਸਹੀ ਗੱਲ।
ਕੋਈ ਲੋਹੇ ਦਾ ਕੰਮ, ਕੋਈ ਲੱਕੜ ਦਾ ਕੰਮ, ਕੋਈ ਚਮੜੇ ਦਾ ਕੰਮ, ਉਹਨਾਂ ਨੂੰ ਸਪਾਂਸਰ ਕਰੋ, ਕਿਉਂਕਿ ਇੱਕ ਦਿਨ ਇਹ ਲੋਕ ਹੀ ਭਾਰਤ ਦੀ ਅਰਥ ਵਿਵਸਥਾ ਨੂੰ ਸਟਰੋਂਗ ਕਰਨਗੇ। ਇੰਨਾ ਸਾਰੇ ਕੋਲ ਕੰਮ ਆ ਜਾਏਗਾ, ਇਹਨਾਂ ਸਾਰਿਆਂ ਦੇ ਹੱਥਾਂ ਕੋਲ ਕੰਮ ਹੋਏਗਾ ਔਰ ਉਹ ਚੀਜ਼ਾਂ ਪੈਦਾ ਕਰ ਸਕਦੇ ਨੇ ਜੋ ਮਸ਼ੀਨਾਂ ਪੈਦਾ ਨਹੀਂ ਕਰ ਸਕਦੀਆਂ, ਕਿਉਂਕਿ ਇਹ ਆਰਟਿਸਟ ਨੇ। ਤੁਹਾਡੀ ਗੱਲ ਸਹੀ ਹੈ। ਇਹੀ ਗੱਲ ਮਹਾਤਮਾ ਗਾਂਧੀ ਨੇ ਕਹੀ, ਕਹਿੰਦਾ ਇੰਡੀਆ ਜਿਹੜਾ ਕੰਟਰੀ ਜਿਹੜਾ ਹੈਗਾ, ਇਹ ਭਾਰਤ ਜਿਹੜਾ ਹੈਗਾ ਪੰਜਾਬ ਦੇ ਪਿੰਡਾਂ ਦਾ ਦੇਸ਼ ਆ, ਬਿਲਕੁਲ ਸਹੀ ਆ, ਦਾ ਦੇਸ਼ ਹੈ। ਇਹਨੂੰ ਡੀਸੈਂਟਰਲਾਈਜ਼ ਨਾ ਕਰੋ, ਇਹਨੂੰ ਸੈਂਟਰਲਾਈਜ਼ ਨਾ ਕਰੋ, ਡੀਸੈਂਟਰਲਾਈਜ਼ ਕਰੋ, ਜਿਹਦੇ ਵਿੱਚ ਸਾਰੇ ਲੋਕ ਨੇ ਉਹਨਾਂ ਨੂੰ ਇਕੱਠੇ ਕਰਕੇ ਇੰਡਸਟਰੀ ਚਲਾਓ ਪਿੰਡਾਂ ਦੇ ਵਿੱਚ, ਖਾਸ ਕਰਕੇ ਜਿੱਦਾਂ ਤੁਸੀਂ ਗੱਲ ਕੀਤੀ ਹੈ। ਪਿੰਡਾਂ ਦੇ ਲੋਕ ਚੰਗੇ ਗਵਈਏ ਆ, ਚੰਗੇ ਆਰਟਿਸਟ ਆ, ਪਿੰਡਾਂ 'ਚੋਂ ਨਿਕਲਦੇ ਸਾਰੇ, ਚੰਗੇ ਪਲੇਅਰ ਆ ਔਰ ਚੰਗੇ ਸੋਚਣ ਵਾਲੇ ਲੋਕ ਹੈਗੇ ਆ। ਅਫਸਰ ਵੀ ਪਿੰਡਾਂ ਤੋਂ ਮੁੰਡੇ ਨਿਕਲਦੇ ਰਹੇ ਆ। ਸ਼ਹਿਰ ਦਾ ਕਲਚਰ ਹੋਰ ਆ, ਪਿੰਡਾਂ ਦਾ ਕਲਚਰ ਆ, ਉਹ ਯੂਨਾਈਟ ਆ, ਉਹ ਸੋਚਦੇ ਇਕੱਠਾ ਹੈਗੇ ਆ ਔਰ ਗੁਰੂ ਮਹਾਰਾਜ ਦੀ ਧਰਤੀ ਦੀ ਜਿਹੜੀ ਪਾਵਨ ਧਰਤੀ ਉਹਦੇ 'ਚ ਸਤਿਕਾਰ ਵੀ ਕਰਦੇ ਆ। ਉਹਨਾਂ ਦੇ ਅੰਦਰ ਰੱਬ ਬੈਠਾ। ਉਹ ਆਂਦੇ ਨਾ, ਇੱਕ ਸ਼ਾਇਰ ਨੇ ਕਿਹਾ, ਸਾਡੇ ਪਿੰਡਾਂ ਵਿੱਚ ਰੱਬ ਵੱਸਦਾ, ਸਾਡੀ ਨਜ਼ਰਾਂ ਤੋਂ ਕੋਈ ਦੂਰ ਨਾ, ਕਹਿੰਦੇ ਸਾਡੇ ਖੂਹ ਤੇ ਰੱਬ ਵੱਸਦਾ, ਤੁਸੀਂ ਇੱਥੇ ਆਓ। ਵਾਕਈ ਉਹਨਾਂ ਦੇ ਮਨਾਂ 'ਚ ਰੱਬ ਵੱਸਦਾ, ਉਹਨਾਂ ਦੇ ਅੰਦਰ ਬਿਜ਼ਨਸਮੈਨ ਨਹੀਂ ਗਾ ਵੱਸਦਾ, ਰੱਬ ਦੀ ਜਿਹੜੀ ਪਰਉਪਕਾਰੀ ਆ ਉਹ ਵੱਸਦੀ। ਦੇਖੋ ਐਗਜ਼ਾਮਪਲ ਦਿੱਤੀ ਗਈ ਸੀ ਕਿ ਇਹ ਕਾਰੀਗਰ ਕਿੱਦਾਂ ਦੀਆਂ ਚੀਜ਼ਾਂ ਬਣਾਉਂਦੇ ਨੇ, ਚਮੜੇ ਦੀਆਂ, ਲੱਕੜਾਂ ਦੀਆਂ, ਲੋਹੇ ਦੀਆਂ। ਇਹਦੀ ਐਗਜ਼ਾਮਪਲ ਦਿੱਤੀ ਗਈ ਸੀ ਕਿ ਟਾਕੇ ਦੀ ਮਲਮਲ ਕਿ ਇੰਨੀ ਬਿਹਤਰੀਨ ਬਣਦੀ ਸੀ ਕਿ ਇੱਕ ਮੁੰਦਰੀ ਦੇ ਵਿੱਚੋਂ ਪੂਰਾ ਥਾਣ ਨਿਕਲ ਜਾਂਦਾ ਸੀ, ਇੰਨੀ ਮਹੀਨ, ਇੰਨੀ ਪਤਲੀ ਹੁੰਦੀ ਸੀ। ਹੁਣ ਇਦਾਂ ਦਾ ਕੱਪੜਾ ਮਸ਼ੀਨਾਂ ਤਾਂ ਬਣਾ ਹੀ ਨਹੀਂ ਸਕਦੀਆਂ, ਨਹੀਂ ਬਣਾ ਸਕਦੀਆਂ, ਇਹ ਤਾਂ ਹੱਥਾਂ ਨਾਲ ਬਣੇਗਾ। ਔਰ ਅੱਜ ਵੀ ਜੋ ਇੰਡੀਆ ਦੇ ਵਿੱਚ ਆਰਟਿਸਟ ਹੱਥਾਂ ਦੀਆਂ ਚੀਜ਼ਾਂ ਬਣਾਉਂਦੇ ਨੇ, ਲੱਕੜ ਦੀ ਕਰੋਕਰੀ, ਪਤਾ ਨਹੀਂ ਕੀ ਕੁਝ ਬਣਾਉਂਦੇ ਨੇ, ਉਹਦੀ ਮੰਗ ਵਿਦੇਸ਼ਾਂ 'ਚ ਜ਼ਿਆਦਾ ਮੰਗਦੀ। ਜਿਹੜੇ ਹੱਥ ਨਾਲ ਬਣਾਉਂਦੇ ਮੈਨੂਅਲ ਵੈਸਾ ਚੀਜ਼ ਜਿਹੜੀ ਹੈ ਨਾ ਬਣਾਈ ਜਾਂਦੀ, ਇੰਗਲੈਂਡ 'ਚ ਵੀ ਦੇਖ ਲਓ, ਬਾਹਰਲੇ 'ਚ ਵੀ ਉਹਦਾ ਰੇਟ ਜ਼ਿਆਦਾ। ਯੈਸ, ਤੁਸੀਂ ਕਸ਼ਮੀਰ ਦੀ ਸ਼ਾਲ, ਜੁੱਤੀ ਪਾਲਿਸ਼ ਕਰ ਰਹੇ ਜੇ ਨਾ, ਤੇ ਜਿਹੜਾ ਉਹ ਕਰਨ ਵਾਲਾ ਉਹ ਲਸ਼ਕਾ ਦੂਗਾ। ਜਦੋਂ ਤੁਸੀਂ ਘਰ ਕਰੋਗੇ ਨਹੀਂ ਹੋਊਗੀ ਤੁਹਾਡੇ ਕੋਲ। ਜਦੋਂ ਉਹਨਾਂ ਨੇ ਉੱਤੇ ਮਾਰਿਆ ਬ੍ਰਸ਼, ਤੁਸੀਂ ਦੇਖੋ ਕਸ਼ਮੀਰ ਦੀ ਸ਼ਾਲ ਪਸ਼ਮੀਨਾ ਪੂਰੀ ਦੁਨੀਆ 'ਚ ਮਸ਼ਹੂਰ ਹੈ। ਪਾਕਿਸਤਾਨ ਦੇ ਕਲੀਨ ਪੂਰੀ ਦੁਨੀਆ 'ਚ ਮਸ਼ਹੂਰ ਨੇ। ਮਤਲਬ ਉਹ ਹੱਥਾਂ ਨਾਲ ਬਣਦੀਆਂ ਜਿਹੜੀਆਂ ਚੀਜ਼ਾਂ, ਔਰ ਜਿਹੜੀਆਂ ਹੱਥਾਂ ਨਾਲ ਚੀਜ਼ਾਂ ਬਣਦੀਆਂ ਨੇ, ਕਸੂਰ ਦੀ ਜੁੱਤੀ ਤੇ ਪੱਟੀ ਦੀ ਜੁੱਤੀ ਜਿਹੜੀ ਦੇਸੀ ਖੁੱਸੇ ਬਣਦੇ, ਸਮਾਲ ਸਕੇਲ ਇੰਡਸਟਰੀ। ਪਹਿਲਾਂ ਜ਼ਮਾਨੇ 'ਚ ਮੁੰਡੇ ਜਿਹੜੇ ਸੀ ਖੁੱਸਾ ਪਾਉਂਦੇ ਸੀ, ਜਿਹਦੀਆਂ ਨੋਕ ਵਾਲਾ ਖੁੱਸਾ ਸੀ। ਬਹੁਤ ਵਧੀਆ ਚੀਜ਼ਾਂ ਬਣਦੀਆਂ। ਸੋ ਮੀਨ ਟੂ ਸੇ ਇਸ ਕਿ ਉਦੋਂ ਜਦੋਂ ਦੇਸ਼ ਆਜ਼ਾਦ ਹੋਇਆ ਨਾ, ਉਦੋਂ ਦੇ ਚਿੰਤਕਾਂ ਨੇ ਕਿਹਾ ਕਿ ਇਹ ਜਿਹੜੇ ਛੋਟੇ-ਛੋਟੇ ਉਦਯੋਗ ਨੇ ਨਾ, ਸਮਾਲ ਸਕੇਲ ਇੰਡਸਟਰੀ ਨੇ, ਹੱਥਾਂ ਨਾਲ ਕੰਮ ਕਰਨ ਵਾਲੇ ਲੋਕ ਨੇ, ਇਹਨਾਂ ਨੂੰ ਪ੍ਰਮੋਟ ਕਰੋ, ਇਹਨਾਂ ਨੂੰ ਸਪਾਂਸਰਸ਼ਿਪਸ ਦਿਓ, ਇਹ ਭਾਰਤ ਦੀ ਅਰਥ ਵਿਵਸਥਾ ਨੂੰ ਪੂਰੀ ਦੁਨੀਆ 'ਚ ਚਮਕਾਉਣਗੇ। ਅਸੀਂ ਗੱਲ ਨਹੀਂ ਸੁਣੀ, ਪਾਇਦਾਰ ਗੱਲ, ਅਸੀਂ ਗੱਲ ਦੇ ਉੱਤੇ ਗੌਰ ਹੀ ਨਹੀਂ ਕੀਤਾ, ਅਸੀਂ ਆਪਣੇ 'ਚ ਲੱਗੇ ਰਹੇ। ਔਰ ਜੋ ਇਹਨਾਂ ਦੇ ਵਿਚਾਰਾਂ ਦੇ ਸੀਗੇ ਲੋਕ, ਉਹਨਾਂ ਨੂੰ ਕਹਿੰਦੇ ਰਹੇ ਕਿ ਇਹ ਤਾਂ ਯਾਰ ਬੈਕਵਰਡ ਲੋਕ ਨੇ, ਇਹ ਤੇ ਮਸ਼ੀਨੀਕਰਨ ਨਹੀਂ ਕਰਨ ਦਿੰਦੇ, ਇਹ ਤੇ ਉਦਯੋਗੀਕਰਨ ਨਹੀਂ ਕਰਨ ਦਿੰਦੇ, ਭਾਰਤ ਨੂੰ ਵਿਕਾਸ ਵੱਲ ਨਹੀਂ ਲੈ ਕੇ ਜਾਣ ਦਿੰਦੇ। ਦੇਖੋ ਬਾਹਰਲੇ ਮੁਲਕਾਂ ਨੇ ਕਿਵੇਂ ਤਰੱਕੀ ਕੀਤੀ। ਓਕੇ, ਬਾਹਰਲੇ ਮੁਲਕਾਂ ਨੇ ਕੀਤੀ, ਲੇਕਿਨ ਉੱਥੇ ਆਬਾਦੀ ਘੱਟ ਹੈ, ਇਸ ਕਰਕੇ ਮਸ਼ੀਨਾਂ ਨੇ, ਇੱਥੇ ਆਬਾਦੀ ਜ਼ਿਆਦਾ ਹੈ, ਇੱਥੇ ਤੁਸੀਂ ਆਬਾਦੀ ਨੂੰ ਵਿਹਲਾ ਕਰਕੇ ਬਿਠਾਤਾ। ਤੁਹਾਡੀ ਗੱਲ ਪਤਾ ਕਿੱਥੋਂ ਤੁਰਦੀ ਤੇ ਕਿੱਥੇ ਆ ਕੇ ਮੁੱਕਦੀ ਤੁਰਦੀ ਉੱਥੋਂ ਹੈ। ਇਹ ਅਕਤੂਬਰ 1917 'ਚ ਰਸ਼ੀਆ 'ਚ ਜਦੋਂ ਇਹ ਸਾਰਾ ਕ੍ਰਾਂਤੀ ਹੋਈ ਸੀਗੀ, ਲੈਨਨਵਾਦ ਸੀ ਉੱਥੇ, ਸਾਰਾ ਕੁਝ ਸੀਗਾ। ਕਿਸਾਨ ਮਜ਼ਦੂਰਾਂ ਨੇ ਸਾਰੇ ਜਿੰਨੇ ਧਨਾੜ ਲੋਕ ਸੀ ਉਹਨਾਂ ਨੂੰ ਟੰਗਤਾ ਸੀ ਸਾਰੇ ਪਾਸੇ, ਔਰ ਉਹ ਅੱਗੇ ਆ ਗਏ ਔਰ ਉਹਨਾਂ ਨੇ ਸੋਚਿਆ ਕਿ ਕੰਮ ਹੁਣ ਇੱਥੇ ਸ਼ੁਰੂ ਆ। ਰਸ਼ੀਆ ਕਿਤੇ ਦਾ ਕਿਤੇ ਪਹੁੰਚ ਗਿਆ, ਇੱਥੇ ਮਸ਼ੀਨੀ ਯੁੱਗ ਆ ਗਿਆ। ਜਿਹੜਾ ਹੱਥ ਦਾ ਕੰਮ ਕਰਨ ਵਾਲਾ ਸਾਰਾ, ਖੱਡੀਆਂ ਇੱਥੋਂ ਖਤਮ ਹੋ ਗਈਆਂ, ਦਰੀਆਂ ਬੁਣਨੇ, ਖੇਸ ਬੁਣਨੇ, ਸਾਰਾ ਕੁਝ, ਲਵਾਰਾ, ਤਰਖਾਣਾ, ਸਾਰਾ ਕੰਮ ਗਿਆ। ਉਦੋਂ ਬਾਅਦ ਕਿੱਥੇ ਆ ਗਿਆ ਕੰਮ? ਫਿਰ ਆ ਕੇ ਮਸ਼ੀਨਾਂ 'ਤੇ ਆ ਗਿਆ, ਮਸ਼ੀਨਾਂ ਮਿਲੀਆਂ ਨਹੀਂ, ਫਿਰ ਆ ਗਿਆ ਪਲਾਸਟਿਕ 'ਤੇ, ਸਿਲਵਰ 'ਤੇ ਆ ਗਿਆ, ਹੈ ਨਾ। ਫਿਰ ਉਹ ਆ ਗਿਆ ਜਿੱਥੇ ਸਾਡੇ ਕੋਲ ਬਰਤਨ ਬਹੁਤ ਅੱਛੇ ਸੀ, ਸਾਰਾ ਕੁਝ ਬਣਾ ਹੀ ਨਹੀਂ ਕਿਤੇ ਵੀ, ਔਰ ਨਾ ਬਣਨ ਵਾਲੇ। ਫਿਰ ਉਹ ਦੇਸ਼ ਆ ਕੇ ਜ਼ੀਰੋ 'ਤੇ ਆ ਕੇ ਖਲੋ ਗਿਆ। ਦੇਖੋ ਨਾ, 1917 ਤੋਂ ਲੈ ਕੇ 1992 ਤੱਕ ਹੀ ਰਿਹਾ। 1992 ਵਿੱਚ ਤਾਂ ਰਸ਼ੀਆ ਵੀ ਟੁੱਟ ਗਿਆ, ਰਸ਼ੀਆ ਸਕੈਟਰਡ ਹੋ ਗਿਆ, ਸਾਰਾ ਸਕੈਟਰਡ ਹੋ ਗਿਆ, ਔਰ ਉੱਥੇ ਵੀ ਇਹ ਸਾਰੀ ਪਾਲਿਸੀ ਫੇਲ ਹੋ ਗਈ। ਆਪਾਂ ਕਈ ਵਾਰੀ ਗੱਲ ਕਰਦੇ ਇੰਡੀਆ 'ਚ ਲੋਕ ਨੇਤਾ ਇਦਾਂ ਕਰ ਦਿੰਦੇ, ਫਲਾਣਾ ਕਰ ਦਿੰਦੇ ਆ, ਪਰ ਬਾਹਰਲੇ ਦੇਸ਼ਾਂ ਦੇ ਨੇਤਾ ਵੀ ਇਦਾਂ ਦੇ ਹੀ, ਇਸੇ ਤਰ੍ਹਾਂ ਦੇ ਹੀ ਆ। ਚਲੋ ਹੁਣ ਆਪਾਂ ਜਾਂਦੇ ਇੱਕ ਸੈਂਟੈਂਸ ਮੈਂ ਬੋਲ ਦਾਂਗਾ। ਹੁਣ ਪਾਕਿਸਤਾਨ ਚਾਹੁੰਦਾ ਹੈ ਕਿ ਇੰਡੀਆ ਸਾਡੇ ਨਾਲ ਗੱਲਬਾਤ ਕਰੇ ਤੇ ਜਿਹੜੇ ਸਾਡੇ ਮੈਟਰਸ ਨੇ ਨਾ, ਉਹ ਸਾਰੇ ਉਲਝੇ ਹੋਏ ਮਾਮਲੇ ਨੇ, ਉਹਨੂੰ ਸੁਲਝਾਏ। ਸਹੀ ਗੱਲ। ਸੋ ਇਹ ਇਸ ਵਕਤ ਇਹ ਇੱਕ ਭਖਦਾ ਹੋਇਆ ਮਸਲਾ। ਇਸ ਵਕਤ ਪਾਕਿਸਤਾਨ ਇੱਧਰ ਕਦਮ ਵਧਾ ਰਿਹਾ ਹੈ ਕਿਉਂਕਿ ਉਹਨਾਂ ਦੀ ਇਕਨੋਮੀ ਹਿੱਲੀ ਪਈ ਹੈ, ਪੂਰੀ ਦੁਨੀਆ ਦੇ ਵਿੱਚੋਂ ਮਦਦ ਮਿਲਦੀ ਪਈ ਹੈ, ਔਰ ਭਾਰਤ ਦੇ ਨਾਲ ਸਾਰੇ ਮਸਲੇ ਸੌਰਟ ਆਊਟ ਕਰਨਾ ਚਾਹੁੰਦਾ ਹੈ। ਅੱਛੀ ਗੱਲ। ਹੁਣ ਇਹਦੇ ਉੱਤੇ ਪੈਗਾਮ ਹੈ ਸਾਡੇ ਸਾਰੇ ਲੋਕਾਂ, ਕਿਉਂਕਿ ਸਾਡਾ ਪੜੋਸੀ ਦੇਸ਼ ਹੈ। ਸ਼ਹਿਬਾਜ਼ ਸ਼ਰੀਫ ਜਿਹੜੇ ਹੈਗੇ ਉੱਥੋਂ ਦੇ ਪ੍ਰਧਾਨ ਮੰਤਰੀ, ਉਹਨਾਂ ਨੇ ਕਿਹਾ ਕਿ ਸਾਡੇ ਨਾਲ ਆ ਕੇ ਗੱਲ ਕਰੋ। ਔਰ ਕਈ ਲੋਕ ਉੱਥੋਂ ਦੇ ਉੱਠ ਬੈਠੇ ਨੇ, ਸੜਕਾਂ ਦੇ ਉੱਤੇ ਨੇ ਕਿ ਸਾਨੂੰ ਭਾਰਤ ਦੇ ਵਿੱਚ ਮਿਲਾ ਦਿਓ, ਪਾਕਿਸਤਾਨ ਨੂੰ ਭਾਰਤ ਦੇ ਵਿੱਚ ਮਿਲਾ ਦਿਓ। ਇਹ ਵੀ ਗੱਲਾਂ ਹੋ ਰਹੀਆਂ। ਬਿਲਕੁਲ ਸਿਆਣੀ ਗੱਲ ਹੈ, ਔਰ ਇਹ ਚੰਗੀ ਰਹੇਗੀ, ਸ਼ਾਂਤੀ ਨਾਲ ਰਹਿਣਗੇ ਲੋਕ, ਕਿਉਂਕਿ ਸਾਡਾ ਦੇਸ਼ ਦੇ ਨਾਲ ਹੀ ਹੈ, ਸਾਡਾ ਕਲਚਰ ਹੈ, ਸਾਡਾ ਪਿਆਰ ਇਹਨਾਂ ਨਾਲ। ਇੱਕੋ ਹੀ ਗੱਲ ਹੈ, ਇੱਕੋ ਹੀ ਗੱਲ ਹੈ। ਸੋ ਆਪਾਂ ਹੁਣ ਚੱਲੀਏ, ਚਾਲੇ ਪਾਈਏ। ਬਿਲਕੁਲ, ਜ਼ਰੂਰ। ਔਰ ਆਪਣੇ ਦਰਸ਼ਕਾਂ ਨੂੰ ਅਸੀਂ ਗੁਜ਼ਾਰਿਸ਼ ਕਰਾਂਗੇ ਕਿ ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ, ਸਾਨੂੰ ਆਪਣੇ ਵਿਚਾਰ ਇਨਬਾਕਸ ਕਰੋ।
ਸੋ ਚਲਿਏ ਬਲਕਾਰ ਜੀ। ਹਾਂਜੀ ਬਿਲਕੁਲ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ।